ਬਹੁਤ ਸੋ ਨਗਰ ਕੀਰਤਨ 31 ਜੁਲਾਈ ਨੂੰ ਆ ਰਿਹਾ ਤੇ ਤਿਆਰੀਆਂ ਜਿਹੜੀਆਂ ਉਹ ਹੁਣ ਤੋਂ ਹੀ ਕਰੋ। 24 ਤਰੀਕ ਨੂੰ ਵੱਡਾ ਕਬੱਡੀ ਦਾ ਕੱਪ ਜਿਹੜਾ ਵਿਸਫੋਟ 'ਚ ਹੋ ਰਿਹਾ ਕਲਗੀਧਰ ਦਰਬਾਰ ਗੁਰਦੁਆਰਾ ਸਾਹਿਬ ਦੀਆਂ ਗਰਾਊਂਡਾਂ ਦੇ ਵਿੱਚ। ਰਿਚਮੰਡ ਕਬੱਡੀ ਕਲੱਬ ਪੂਰੇ ਜ਼ੋਰਾਂ 'ਤੇ ਹੈ। ਪੁਰਾਣਾ ਕਬੱਡੀ ਕਲੱਬ ਹੈ। ਸੁਖ ਪੰਧੇਰ ਅਤੇ ਉਸ ਦੀ ਜਿਹੜੀ ਪਹਿਲੀ ਟੀਮ ਬਾਸੀ ਹੋਣੀ ਅਤੇ ਸਟੀਵ ਦੁਲੇ ਹੋਣੀ ਅਤੇ ਹੁਣ ਦੇ ਮੁੰਡਿਆਂ ਦੇ ਵਿੱਚੋਂ ਡਿਪਟੀ ਗਿੱਲ ਹੋਣੀ ਅਤੇ ਹਰਪ੍ਰੀਤ ਸਿਵੀਆ ਅਤੇ ਬਹੁਤ ਨੇ ਜਿਨ੍ਹਾਂ ਦੇ ਨਾਂ, ਕਿਉਂਕਿ ਮੈਂ ਨਿੱਜੀ ਤੌਰ 'ਤੇ ਬਹੁਤਿਆਂ ਨੂੰ ਜਾਣਦਾ ਨਹੀਂ, ਜਿਨ੍ਹਾਂ ਨੂੰ ਜਾਣਦਾ ਹੈ ਉਹਨਾਂ ਦਾ, ਪਰ ਕਲੱਬ ਸਾਰਾ ਬਹੁਤ ਕਾਇਮ ਆ। ਅਤੇ ਵੱਡਾ ਕਬੱਡੀ ਦਾ ਕੱਪ ਜਿਹੜਾ ਐਤਵਾਰ ਨੂੰ ਹੋਣਾ 24 ਨੂੰ ਅਤੇ 31 ਨੂੰ ਨਗਰ ਕੀਰਤਨ ਸਰੀ ਵਾਲਾ, ਇਹ ਯਾਦ ਰੱਖਿਓ। ਹੁਣੇ ਮੈਂ ਗੱਲਬਾਤ ਜਿਨੀ ਸਿਮਜ਼ ਹੋਣਾ ਨਾਲ ਸ਼ੁਰੂ ਕਰਦਾ। ਜਿਨੀ ਸਿਮਜ਼ ਹੋਣਾ ਨਾਲ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਦੱਸਦਾ ਕਿ ਇਹ ਸਾਰਾ ਜਿਹੜਾ ਲਾਈਵ ਕਰ ਰਹੇ ਹਾਂ ਫੇਸਬੁੱਕ 'ਤੇ, ਤੁਸੀਂ ਲਾਈਵ ਸ਼ੇਰੇ ਪੰਜਾਬ 'ਤੇ ਜਾ ਕੇ ਵੇਖ ਸਕਦੇ ਹੋ ਅਤੇ ਨਾਲ ਮੈਂ ਆਪਣੇ ਪੇਜ ਤੋਂ ਵੀ ਸ਼ੇਅਰ ਕਰਾਂਗਾ। ਅਤੇ ਜਿਨੀ ਸਿਮਜ਼ ਹੋਣਾ ਨਾਲ ਗੱਲਬਾਤ ਹੁਣੇ ਅਸੀਂ ਸ਼ੁਰੂ ਕਰਦੇ ਹਾਂ। ਜਿਨੀ ਜੀ ਸਵਾਗਤ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਨਵੇਂ ਰੋਲ ਦੇ ਵਿੱਚ ਸ਼ੁਰੂਆਤ ਕਰਨ ਤੋਂ ਪਹਿਲਾਂ ਮੈਂ ਪਿਛੋਕੜ ਪੰਜਾਬ ਤੋਂ ਇੰਗਲੈਂਡ ਅਤੇ ਇੰਗਲੈਂਡ ਤੋਂ ਇੱਥੇ ਦਾ ਸਫ਼ਰ ਥੋੜ੍ਹੇ ਸ਼ਬਦਾਂ 'ਚ। ਦੇਖੋ, ਮੇਰਾ ਜਨਮ ਹੋਇਆ ਸੀਗਾ ਜਲੰਧਰ ਦੇ ਬਾਹਰ, ਛੋਟਾ ਜਿਹਾ ਪਿੰਡ ਹੈਗਾ ਆ ਨੂਰਮਹਿਲ ਦੇ ਲਾਗੇ ਪਬਮਾ। ਅੱਛਾ ਜੀ। ਮੈਂ 9 ਸਾਲਾਂ ਦੀ ਸੀਗੀ ਜਦੋਂ ਮੇਰੀ ਫੈਮਿਲੀ, ਮੇਰੀ ਮਾਂ ਅਤੇ ਮੇਰੇ 3 ਭਰਾ ਅਸੀਂ ਇੰਗਲੈਂਡ ਨੂੰ ਸ਼ਿਫਟ ਹੋ ਗਏ। ਸਾਡਾ ਡੈਡ 5 ਸਾਲ ਪਹਿਲਾਂ ਤੇ ਉੱਥੇ ਆਏ ਸੀਗੇ ਅਤੇ ਉੱਥੇ ਹੀ ਮੈਂ ਪੜ੍ਹਾਈ ਕੀਤੀ ਆ। ਉੱਥੇ ਯੂਨੀਵਰਸਿਟੀ ਗਈ ਆ, ਟੀਚਰ ਵੀ ਬਣੀ ਸੀਗੀ। ਅਤੇ ਫਿਰ 1975 ਵਿੱਚ ਅਸੀਂ ਕੈਨੇਡਾ ਵਿੱਚ ਆਏ ਸੀਗੇ ਜਦੋਂ ਟੀਚਰਾਂ ਦੀ ਇੱਥੇ ਜ਼ਰੂਰਤ ਸੀਗੀ। ਟੀਚਰਿੰਗ ਦੀ ਐਡਵਰਟਾਈਜ਼ਿੰਗ ਕਰ ਰਹੇ ਸੀਗੇ ਬ੍ਰਿਟਨ ਦੇ ਵਿੱਚ ਅਤੇ ਅਸੀਂ ਆ ਗਏ ਸੀਗੇ ਸੋਚ ਕੇ ਵੀ 2 ਸਾਲ ਬਾਹਰ ਲਾ ਕੇ ਫਿਰ ਵਾਪਸ ਚੱਲ ਜਾਵਾਂਗੇ। ਅਸੀਂ 2 ਸਾਲ ਕੁਬੈਕ ਵਿੱਚ ਲਾਏ, ਫਿਰ ਅਸੀਂ BC ਵੱਲ ਨੂੰ ਦੇਖਣ ਆ ਗਏ। ਸਾਰਾ ਕੈਨੇਡਾ ਸੋਚਿਆ ਘੁੰਮ ਜਾਂਦੇ ਆ ਅਤੇ ਜਦੋਂ BC ਵਿੱਚ ਆ ਗਏ ਤਾਂ ਸੋਚ ਲਓ ਵੀ ਇੰਨਾ ਪਿਆਰ ਹੋ ਗਿਆ। ਉਦੋਂ ਡਿਸਾਈਡ ਕਰ ਲਿਆ ਵੀ 1 ਸਾਲ ਇੱਥੇ ਰਹਿ ਕੇ ਦੇਖਦੇ ਹਾਂ ਵੀ ਨਾਲੇ ਸਾਰੀ ਟੂਰਿਜ਼ਮ ਹੋ ਜਾਊਗੀ। ਪਰ ਉਹ ਟੂਰਿਜ਼ਮ ਕਰਦੇ ਹੀ BC ਘਰੇ ਹੀ ਬਣ ਗਿਆ। ਅਸੀਂ ਨਨਾਈਮੋ ਸੈਟਲ ਹੋਏ। ਉੱਥੇ ਮੈਨੂੰ ਸੀਗਾ ਅਸੀਂ ਪਾਣੀ ਦੇ ਲੱਗੇ ਹਾਂ, ਪਹਾੜਾਂ ਦੇ ਲੱਗੇ ਹਾਂ। ਮਾਈ ਹਸਬੈਂਡ ਲਾਈਕਸ ਫਿਸ਼ਿੰਗ। ਮੈਨੂੰ ਸੀਗਾ ਵੀ ਮੈਂ ਸ਼ਹਿਰ ਵੀ ਲਾਈਕ ਕਰਦੀ ਹਾਂ। ਅਸੀਂ ਵੈਨਕੂਵਰ ਦੇ ਲਾਗੇ ਵੀ ਸੀਗੀ ਅਤੇ ਸਾਨੂੰ ਦੋਨਾਂ ਨੂੰ ਉੱਥੇ ਜੋਬਸ ਵੀ ਮਿਲ ਗਈਆਂ। ਉਹਦੇ ਨਾਲ ਉੱਥੇ ਹੀ ਟੀਚਿੰਗ ਕੀਤੀ ਆ ਨਨਾਈਮੋ ਦੇ ਵਿੱਚ। ਅਤੇ ਮੇਰਾ ਬੇਟਾ ਦਾ ਜਨਮ ਨਨਾਈਮੋ ਦੇ ਵਿੱਚ ਹੀ ਹਸਪਤਾਲ ਦੇ ਵਿੱਚ ਮੈਨੂੰ ਦਾਖਲ ਕੀਤਾ ਗਿਆ ਸੀਗਾ। ਪਰ ਉਹਦਾ ਜਨਮ ਤਾਂ VGH ਵਿੱਚ ਹੋਇਆ ਸੀ। ਹੈਲੀਕਾਪਟਰ ਵਿੱਚ ਲੈ ਕੇ ਆਏ ਸੀਗੇ ਉਹਨਾਂ ਦਿਨਾਂ ਦੇ ਵਿੱਚ। ਅਤੇ ਇੱਥੇ ਹੋਇਆ। ਅਤੇ ਬੇਟਾ ਤਾਂ ਬੇਟੀ ਆ। ਬੇਟੀ ਦਾ ਜਨਮ ਕੁਬੈਕ ਦਾ ਆ। ਦੋਨੋਂ ਹੀ ਕੈਨੇਡੀਅਨ ਬੋਰਨ ਆ। ਬੇਟੇ ਦਾ ਇੱਥੇ ਆਪਣੇ BC ਦੇ ਵਿੱਚ ਹੈਗਾ ਆ। ਐਂਡ ਦੇ ਬੋਥ ਅਡਲਟਸ। ਬੇਟੀ ਨੇ ਵਿਆਹ ਵੀ ਕਰਾ ਲਿਆ। ਮੈਨੂੰ 3 ਪੋਤੇ ਪੋਤੀਆਂ ਦੇ ਦਿੱਤੇ ਆ ਅਤੇ ਹੁਣ ਪੜਦੋਤੇ ਅਤੇ ਗਾਂ ਪੜਦੋਤੀ ਵੀ ਦੇ ਦਿੱਤੀ ਆ। ਸੋ ਇਸ ਕਰਕੇ BC ਨੇ ਅਤੇ ਕੈਨੇਡਾ ਨੇ ਸਾਨੂੰ ਬਹੁਤ ਕੁਛ ਦਿੱਤਾ ਆ। ਵੈਰੀ ਗੁੱਡ। ਅੱਛਾ, ਇੱਥੇ ਦੀ ਜ਼ਿੰਦਗੀ ਜਿਹੜੀ ਨਨਾਈਮੋ ਤੋਂ ਸ਼ੁਰੂ ਹੋਈ, ਫਿਰ ਜਦ ਤੁਹਾਡਾ ਨਾਂ ਸਾਡੇ ਮੀਡੀਆ ਦੇ ਵਿੱਚ ਆਉਣ ਲੱਗਿਆ ਬਈ ਟੀਚਰ ਫੈਡਰੇਸ਼ਨ ਦੀ ਜਿਨੀ ਸਿਮਜ਼ ਜੋਗਿੰਦਰੋ, ਜਦ ਇਹ ਨਾਂ ਚੱਲਣ ਲੱਗਿਆ ਫਿਰ ਪਤਾ ਲੱਗਿਆ ਤੁਹਾਡਾ ਬਹੁਤ ਡੀਪ ਇੰਗਲਿਸ਼ ਐਕਸੈਂਟ ਵੀ ਇਹ ਕੌਣ ਨੇ ਭੈਣ ਜੀ ਜਿਹਦਾ ਦਾ ਨਾਂ ਨਾ ਪਤਾ ਲੱਗੇ। ਹੁਣ ਇੱਥੇ ਦੀ ਰਾਜਨੀਤੀ ਜਿਹੜੀ ਸ਼ੁਰੂ ਹੋਈ ਉਹਦੇ ਬਾਰੇ ਦੱਸੋ। ਇੱਥੇ ਦੱਸਾਂ, ਮੈਂ ਜਦੋਂ ਟੀਚਰਸ ਦੇ ਵਿੱਚ ਮੈਂ ਇਨਵੋਲਵ ਨਨਾਈਮੋ ਵੀ ਸੀਗੀ। ਫਿਰ ਜਦੋਂ ਮੈਂ BC ਦੇ ਵਿੱਚ ਐਗਜ਼ੈਕਟਿਵ 'ਤੇ ਆ ਗਈ ਵਾਈਸ ਪ੍ਰੈਜ਼ੀਡੈਂਟ ਤੌਰ 'ਤੇ, ਉਦੋਂ ਮੈਨੂੰ ਮੌਕਾ ਮਿਲਿਆ ਕਾਫੀ ਮੀਡੀਆ ਦੇ ਵਿੱਚ ਆ ਕੇ ਗੱਲਬਾਤ ਕਰਨ ਨੂੰ ਐਜੂਕੇਸ਼ਨ ਦੇ ਉੱਪਰ। ਉਹਨਾਂ ਦਿਨਾਂ ਦੇ ਵਿੱਚ ਮੇਰੀ ਪੰਜਾਬੀ ਇੰਨੀ ਨਿਖਰੀ ਹੈ ਨਹੀਂ ਸੀਗੀ ਅਤੇ ਮੈਂ ਸਮਝ ਲਓ 80% ਮੈਨੂੰ ਲੱਗਦਾ ਇੰਗਲਿਸ਼ ਬੋਲਦੀ ਸੀ ਅਤੇ 20% ਪੰਜਾਬੀ ਹੁੰਦੀ ਸੀਗੀ। ਅਤੇ ਕਈ ਲਫ਼ਜ਼ ਸੀਗੇ ਜਿਹੜੇ ਮੈਨੂੰ ਪਤਾ ਵੀ ਨਹੀਂ ਸੀਗਾ। ਉਹਨਾਂ ਦਿਨਾਂ ਦੇ ਵਿੱਚ ਇੱਥੇ ਸ਼ੇਰੇ ਪੰਜਾਬ 'ਚੋਂ ਹੀ ਸ਼ੁਰੂ ਹੋਇਆ ਮੇਰਾ ਪਹਿਲਾ ਪੰਜਾਬੀ ਇੰਟਰਵਿਊ। ਅਤੇ ਉਸ ਵੇਲੇ ਹੋਸਟ ਨੇ ਐਸੇ ਵਰਡਸ ਵਰਤੇ ਅਤੇ ਮੈਨੂੰ ਕਹਿਣੇ ਵੀ ਨਾ ਆਉਣ। ਹੁਣ ਕਿਹਾ ਸੀ ਅਧਿਆਪਕ। ਦੇਖੋ, ਮੇਰੀ ਪੰਜਾਬੀ ਹੈਗੀ ਆ ਘਰੇਲੂ। ਮੈਂ ਤਾਂ ਕਦੀ ਲਫ਼ਜ਼ ਅਧਿਆਪਕ ਸੁਣਿਆ ਵੀ ਨਹੀਂ ਸੀਗਾ ਅਤੇ ਮੈਨੂੰ ਕਹਿਣਾ ਵੀ ਨਹੀਂ ਸੀ ਆਉਂਦਾ। ਹਾਰ ਕੇ ਮੈਂ ਉਹਨੂੰ ਪੁੱਛਿਆ ਵੀ ਇਹਦਾ ਮਤਲਬ ਕੀ ਆ। ਉਹ ਵੀ ਥੋੜ੍ਹੀ ਚਲਾਕੀ ਕਰ ਰਿਹਾ ਸੀਗਾ ਵੀ ਇਹਨੂੰ ਵੀ ਟਰੱਪ ਕਰਾਂ ਨਾ। ਅਤੇ ਉਹਦੇ ਨਾਲ ਮੇਰੀ ਇੱਥੇ ਵੀ ਮੀਡੀਆ ਵਿੱਚ ਇੰਟਰੋਡਕਸ਼ਨ ਹੋ ਗਈ। ਪਰ ਮੇਰਾ ਭਰਾ ਅਤੇ ਮੇਰੀ ਮਮ ਉਹ ਡੈਲਟਾ ਵਿੱਚ ਰਹਿੰਦੇ ਸੀਗੇ ਉਹਨਾਂ ਦਿਨਾਂ ਦੇ ਵਿੱਚ। ਅਤੇ ਸੋ ਆਉਣਾ ਜਾਣਾ ਤਾਂ ਰਹਿੰਦਾ ਸੀਗਾ ਸਰੀ ਦੇ ਵਿੱਚ। ਪਰ ਮੈਂ ਜਦੋਂ ਟੀਚਰਾਂ ਦੇ ਨਾਲ ਕੰਮ ਕੀਤਾ ਵੀ ਮੇਰਾ ਰੈਜ਼ੀਡੈਂਸ
ਵੈਨਕੂਵਰ ਦੇ ਵਿੱਚ ਸੀਗਾ, ਵੈਸਟ ਐਂਡ ਦੇ ਵਿੱਚ। ਉਹ ਸਾਡੇ ਆਫਿਸ ਦੇ ਲਾਗੇ ਆ। ਤੇ ਪਰ ਜਦੋਂ ਮੇਰੀ ਡੈਡੀ ਦੀ ਡੈਥ ਹੋ ਗਈ, ਉਦੋਂ ਮੈਂ ਬਾਹਲਾ ਟਾਈਮ ਆਪਣੀ ਮਮ ਦੇ ਨਾਲ ਇੱਧਰ ਰਹਿਣ ਲੱਗ ਪਈ। ਤੇ ਫਿਰ ਜਦੋਂ 2011 ਦੇ ਵਿੱਚ ਮੈਂ ਇਲੈਕਸ਼ਨ ਜਿੱਤੀ ਆ, ਉਦੋਂ ਬਾਅਦ ਬਹੁਤ ਛੇਤੀ ਮੇਰੀ ਮਮ ਮੇਰੇ ਨਾਲ ਹੀ ਮੂਵ ਹੋ ਗਏ ਸੀਗੇ। ਤੇ ਜਦ ਉਹਨਾਂ, ਤੁਹਾਨੂੰ ਸਾਰਿਆਂ ਨੂੰ ਪਤਾ ਵੀ ਪੂਰੇ ਹੋ ਗਏ ਸੀਗੇ ਅਪ੍ਰੈਲ ਦੇ ਵਿੱਚ 2 ਸਾਲ ਪਹਿਲਾਂ, ਉਹਨਾਂ ਦਿਨਾਂ ਦੇ ਵਿੱਚ ਉਹਨਾਂ ਚਿਰ ਮੈਂ ਉਹਨਾਂ ਦੇ ਨਾਲ ਹੀ ਰਹੀ ਹਾਂ। 2011 ਚ MP ਬਣੇ ਪਹਿਲੀ ਵਾਰ? ਹਾਂਜੀ 2011 ਵਿੱਚ MP ਬਣੇ। ਤੇ ਜਦੋਂ MP ਵੀ ਬਣੇ ਨਾ, ਉੱਥੇ ਵੀ ਬਹੁਤ ਹੀ ਮੈਨੂੰ ਤਾਂ ਇੰਜੋਇਮੈਂਟ ਮਿਲੀ, ਕਰਕੇ ਜਿਹੜਾ ਕੰਮ ਮੈਨੂੰ ਦਿੱਤਾ ਗਿਆ ਸੀ ਬਹੁਤ ਵੱਡਾ ਸੀਗਾ। ਜੈਕ ਲੇਟਨ ਇੱਕ ਤਾਂ ਉੱਦਾਂ ਦਾ ਲੀਡਰ ਬਹੁਤ ਘੱਟ ਮਿਲਦੇ ਆ। ਦੂਸਰੀ ਗੱਲ, ਉਹ ਮੈਨੂੰ ਜੇਸਨ ਕੈਨੀ ਦਾ ਕ੍ਰਿਟਿਕ ਬਣਾ ਦਿੱਤਾ ਸੀ। ਬਹੁਤ ਵੱਡੀ ਗੱਲ ਸੀ। ਕ੍ਰਿਟਿਕ ਆਫ ਇਮੀਗ੍ਰੇਸ਼ਨ, ਸਿਟੀਜ਼ਨਸ਼ਿਪ ਐਂਡ ਮਲਟੀਕਲਚਰਲਿਜ਼ਮ। ਤੇ ਉਹਨਾਂ ਦਿਨਾਂ ਦੇ ਵਿੱਚ ਕੰਜ਼ਰਵੇਟਿਵ ਸਰਕਾਰ ਕਾਫੀ ਵਾਰ ਕਰ ਰਹੇ ਸੀਗੇ ਤੇ ਬਹੁਤ ਹੀ ਉਲਟ ਪੁਲਟ ਕਰ ਦਿੱਤਾ ਸੀ ਫੈਮਿਲੀ ਕਲਾਸ ਨੂੰ। ਤੇ ਉਹਨਾਂ ਨੇ ਲੋਟੋ ਵੀ ਬਣਾ ਦਿੱਤਾ ਸੀ, ਲੋਟਰੀ ਸਿਸਟਮ। ਤੇ ਉਹਦੀ ਮੈਂ ਬਹੁਤ ਵੱਡੀ ਵਿਰੋਧਤਾ ਕੀਤੀ। ਉਹਨਾਂ ਨੇ ਸਿਟੀਜ਼ਨਸ਼ਿਪ ਨੂੰ ਵੀ ਬਦਲਣ ਦੀ ਕੋਸ਼ਿਸ਼ ਕੀਤੀ ਸੀਗੀ, ਵੀ ਜਿਹੜੇ ਨੈਚੁਰਲਾਈਜ਼ ਸਿਟੀਜ਼ਨਸ ਹੋਣਗੇ ਉਹਨਾਂ ਦੇ ਹੱਕ ਡਿਫਰੈਂਟ ਹੋਣਗੇ। ਉਹਦੀ ਵੀ ਵਿਰੋਧਤਾ ਕੀਤੀ। ਉਸ ਵੇਲੇ ਉਹਨੂੰ ਅਸੀਂ ਫਿਲੀਬਸਟਰ ਵੀ ਕੀਤਾ। ਫਿਲੀਬਸਟਰ ਜਦੋਂ ਕੀਤਾ ਸੀਗਾ ਤੇ ਮੈਨੂੰ ਇੱਕ ਵਾਰੀ ਵਿਦਆਊਟ ਅ ਬ੍ਰੇਕ 9.5 ਘੰਟਿਆਂ ਲਈ ਬੋਲਣਾ ਪਿਆ। ਤੇ ਇੱਕ ਵਾਰੀ 11 ਲਈ ਤੇ ਇੱਕ ਵਾਰੀ 7 ਲਈ, ਕਿਉਂਕਿ ਅਸੀਂ ਉਦੋਂ ਰਾਤ ਦਿਨ ਡਿਬੇਟ ਚੱਲ ਰਹੀ ਸੀਗੀ। ਸੋ ਹੋਰ ਬਹੁਤ ਕੁਛ ਮੈਂ ਸਮਝਿਆ ਵੀ ਅਸੀਂ ਸੁਧਾਰ ਲਿਆਂਦਾ ਉਹਨਾਂ ਦਿਨਾਂ ਦੇ ਵਿੱਚ। ਜੇ ਅਸੀਂ ਉੱਥੇ ਨਾ ਹੁੰਦੇ, ਫਿਰ ਪਤਾ ਨਹੀਂ ਕੰਜ਼ਰਵੇਟਿਵ ਸਰਕਾਰ ਹੋਰ ਕੀ ਕਰ ਜਾਂਦੀ। ਹਾਲੇ ਵੀ ਇਮੀਗ੍ਰੇਸ਼ਨ ਵਿੱਚ ਬਹੁਤ ਸਾਰਾ ਕੰਮ ਕਰਨ ਵਾਲਾ ਆ। ਲਿਬਰਲ ਆ ਗਏ ਆ, ਪਰ ਹਾਲੇ ਵੀ ਸਿਸਟਮ ਇਜ਼ ਬ੍ਰੋਕਨ। ਉਦੋਂ ਬਾਅਦ ਮੈਂ ਫਿਰ ਵਾਪਸ ਚਲ ਗਈ ਸੀਗੀ ਐਜ਼ ਅ ਡਾਇਰੈਕਟਰ ਐਟ BCTF। ਜੀ ਪਹਿਲਾਂ ਵੀ ਉੱਥੇ ਹੀ ਸੀਗੀ। ਮਾਈ ਡ੍ਰੀਮ ਜੌਬ, loved it. And teacher education, professional development ਵਿੱਚ ਮੈਂ ਕੰਮ ਕੀਤਾ ਆ। social justice ਵਿੱਚ, aboriginal truth and reconciliation ਵਿੱਚ, the French programs. and ਫਿਰ ਮੈਨੂੰ ਮੌਕਾ ਮਿਲਿਆ ਜੌਨ ਹੋਗਨ ਦੇ ਨਾਲ ਖੜੇ ਹੋਣ ਨੂੰ। ਉਹਦੇ ਵਿੱਚ ਵੀ ਬਹੁਤ ਗਰਵ ਰਿਹਾ ਆ ਵੀ ਮੈਂ ਜੌਨ ਹੋਗਨ ਦੇ ਨਾਲ ਜਦੋਂ ਸਰਕਾਰ ਬਣੀ ਨਾਲ ਖੜੇ ਸੀਗੇ। ਮੇਰੇ ਕੋਲ ਮਿਨਿਸਟਰੀ ਵੀ ਸੀਗੀ। ਉਹ ਮਿਨਿਸਟਰੀ ਦੇ ਵਿੱਚ ਸਾਰੇ ਕਹਿੰਦੇ ਵੀ ਮਿਨਿਸਟਰੀ ਨੂੰ ਮੈਪ ਤੇ ਲਿਆ ਦਿੱਤਾ। ਤੇ ਜਿਹੜਾ ਕੰਮ ਹੋਇਆ ਵੀ ਬਹੁਤ ਵਧੀਆ ਹੋਇਆ ਸੀਗਾ ਉਹਨਾਂ ਦਿਨਾਂ ਦੇ ਵਿੱਚ। ਮੈਨੂੰ ਗਰਵ ਹੈਗਾ ਆ। ਉਹ ਮਿਨਿਸਟਰੀ ਤੁਸੀਂ ਸਮਝ ਲਓ ਵੀ ਫਾਊਂਡੇਸ਼ਨ ਹੈਗੀ ਆ ਗਵਰਨਮੈਂਟ ਦੀ। ਐਂਡ ਐਵਰੀ ਮਿਨਿਸਟਰੀ ਦੇ ਨਾਲ ਅਟੈਚਮੈਂਟ ਉਹਦੀ ਹੈਗੀ ਆ। ਤੇ ਨਾਲੇ ਉਹਦੇ ਥਰੂ ਹੈਗਾ ਜਿਹੜੀ ਪ੍ਰੋਕਿਊਰਮੈਂਟ ਹੁਣ ਅਨਾਊਂਸ ਕੀਤੀ ਗਈ ਆ, ਉਹ ਕੰਮ ਵੀ ਮੈਨੂੰ ਸ਼ੁਰੂ ਕੀਤਾ ਸੀਗਾ। ਤੇ ਜਿਹੜੀ ਸਾਰੀ ਕਨੈਕਟੀਵਿਟੀ ਦਾ ਇਸ਼ੂ ਆ, ਉਹ ਵੀ ਉਹਨਾਂ ਦਿਨਾਂ ਦੇ ਵਿੱਚ ਅਸੀਂ ਮੋਹਰੇ ਲੈ ਕੇ ਆਂਦਾ ਸੀਗਾ। ਤੇ ਫਿਰ ਮਗਰੋਂ ਚਿਲਡਰਨਸ ਰਾਈਟਸ ਕਮੇਟੀ ਮੈਂ ਉਹਦੀ ਚੇਅਰ ਆ। ਤੇ ਉਹਦੇ ਵਿੱਚ ਵੀ ਮੈਨੂੰ ਬਹੁਤ ਖੁਸ਼ੀ ਰਹੀ। ਇਸ ਵੇਲੇ ਮੈਂ MLA ਹੈਗੀ ਆ ਸਰੀ ਪਾਨੋਰਾਮਾ ਦੀ। ਮੈਂ ਰੈਜ਼ਿਗਨੇਸ਼ਨ ਨਹੀਂ ਦਿੱਤਾ, ਮੈਂ MLA ਹਾਂ। ਬਟ ਆਈ ਐਮ ਵਰਕਿੰਗ ਨਾਓ without pay on leave. So ਨਾ ਮੈਂ ਪੇ ਲੈ ਰਹੀ ਹਾਂ, ਨਾ ਮੈਂ ਬੈਨੀਫਿਟਸ ਲੈ ਰਹੀ ਹਾਂ। ਕਿਉਂਕਿ ਮੈਂ ਸੋਚਿਆ ਸੀਗਾ ਵੀ ਜਿੱਦਣ ਮੈਂ ਖੜੀ ਹੋ ਗਈ, ਜੇ ਮੈਂ MLA ਦੀ ਤਨਖਾਹ ਲੈਂਦੀ ਰਹੀ, ਲੋਕਾਂ ਨੇ ਕਹਿਣਾ ਸੀ MLA ਦੀ ਤਨਖਾਹ ਲੈ ਕੇ ਤੇ ਗਵਰਨਮੈਂਟ ਤੇ ਰਿਸੋਰਸਿਸ ਵਰਤ ਕੇ ਮੇਅਰ ਦੀ ਕੁਰਸੀ ਲਈ ਲੜ ਰਹੀ ਆ। ਇਸ ਕਰਕੇ ਜਿੱਦਣ ਮੈਂ ਅਨਾਊਂਸ ਕੀਤਾ, ਦੂਸਰੇ ਦਿਨ ਤੋਂ ਨਾ ਮੈਂ ਆਪਣੇ ਆਫਿਸ ਗਈ ਹਾਂ ਐਜ਼ ਐਨ MLA ਤੇ ਨਾ ਹੀ ਮੈਂ ਕੋਈ ਰਿਸੋਰਸਿਸ ਯੂਜ਼ ਕੀਤੇ ਆ। ਸਾਰਾ ਸਮਾਨ ਆਫਿਸ ਵਿੱਚ ਹੀ ਪਿਆ ਆ। ਵੈਰੀ ਗੁੱਡ। ਆਈ ਰਿਟਰਨਡ ਇਟ ਐਂਡ ਨੋ ਬੈਨੀਫਿਟਸ, ਨੋ ਸੈਲਰੀ। ਮੇਰਾ ਕਮਿਟਮੈਂਟ ਹੈਗਾ ਆ ਸਰੀ ਵਿੱਚ ਸੁਧਾਰ ਲੈ ਕੇ ਆਉਣ ਨੂੰ। ਤੇ ਇਹਦੇ ਨਾਲ ਪੂਰੇ 24/7 ਹੁਣ ਕੈਂਪੇਨ ਕਰਨੀ ਆ, ਕਿਉਂਕਿ ਇਹ ਇਲੈਕਸ਼ਨ ਸਰੀ ਲਈ ਬਹੁਤ ਹੀ ਇੰਪੋਰਟੈਂਟ ਇਲੈਕਸ਼ਨ ਹੈਗਾ ਆ। ਇਹ ਇਲੈਕਸ਼ਨ ਸਾਨੂੰ ਦੱਸੂਗਾ ਵੀ ਸਰੀ ਕਿਸ ਰਸਤੇ ਤੇ ਜਾਣਾ ਅਸੀਗਾ। ਅੱਛਾ, ਇਹ ਜਿਹੜਾ ਡਿਸਾਈਡ ਹੋਇਆ, ਕਿਉਂਕਿ ਦੇਖੋ ਤਜਰਬਾ ਤਾਂ ਬਹੁਤ, ਟੀਚਰ ਦੇ ਤੌਰ ਤੇ ਫੈਡਰੇਸ਼ਨ ਦਾ ਉਹਦਾ ਪ੍ਰਧਾਨ ਬਣਨਾ ਬਹੁਤ ਵੱਡੀ ਗੱਲ ਹੈ। ਫਿਰ MP ਬਣਨਾ, ਕ੍ਰਿਟਿਕ ਬਣਨਾ, ਜਿਵੇਂ ਦੱਸਿਆ। ਜੇ ਦੇਖੇ, ਹਰ ਇੱਕ ਬੰਦੇ ਦਾ ਆਪਣਾ ਸੁਭਾਅ ਹੈ। ਜੇ ਤੁਹਾਡੇ ਮਨ 'ਚ ਹੋਵੇ ਅਗਲਾ ਵੀ ਰਿਟਾਇਰਮੈਂਟ ਦੀ ਜ਼ਿੰਦਗੀ ਹੈ, ਇੰਜੋਏ ਕਰੀਏ, MLA ਬਣ ਗਏ, ਵਿਕਟੋਰੀਆ ਜਾਈਏ, ਵਿਕਟੋਰੀਆ ਤੋਂ ਮੁੜੇ ਆਈਏ। ਪਰ ਹੁਣ ਮੇਅਰ ਦਾ ਬਹੁਤ ਵੱਡਾ ਕੰਮ ਹੈ। ਇਹ ਕਿਹੜੀ ਚੀਜ਼ ਹੈ ਜਿਹਨੇ ਤੁਹਾਡੇ ਮਨ 'ਚ ਲੈ ਕੇ ਆਂਦਾ ਵੀ ਮੈਂ ਮੇਅਰ ਲੜਨਾ? ਮੇਰੇ ਮਨ ਵਿੱਚ ਬਿਲਕੁਲ ਹੈ ਨਹੀਂ ਸੀ, ਮੈਂ ਸੱਚ ਦੱਸਦੀ ਹਾਂ। ਪਰ ਪਿਛਲੇ ਸਾਲ ਜੋ ਕੁਛ ਮੈਂ ਦੇਖਿਆ ਸਰੀ ਵਿੱਚ ਹੁੰਦਾ,
ਵੀ ਜਿਸ ਤਰ੍ਹਾਂ ਸਰੀ ਸਿਟੀ ਹਾਲ ਹੈਜ਼ ਬੀਨ ਬ੍ਰੋਕਨ ਤੇ ਜਿਸ ਤਰ੍ਹਾਂ ਜਿਹੜਾ ਮੇਅਰ ਦੀ ਅਹੁਦਾ ਆ ਉਹਦੇ ਤੇ ਉਂਗਲੀਆਂ ਵੀ ਉਠਾਈਆਂ ਗਈਆਂ ਆ there's a legal proceedings are going on ਇੱਕ ਮੈਂ ਇਹ ਵੀ ਦੇਖਿਆ ਆ ਵੀ ਜਿਹੜੀ ਡਿਵੀਜ਼ਨ ਹੋ ਗਈ ਆ ਸਾਡੇ ਸਰੀ ਦੇ ਵਿੱਚ ਰੇਸ਼ੀਅਲ ਡਿਵੀਜ਼ਨ ਪਿਛਲੇ 4 ਸਾਲਾਂ ਦੇ ਵਿੱਚ ਉਹ ਮੈਂ ਪਹਿਲਾਂ ਇੱਥੇ ਦੇਖੀ ਨਹੀਂ ਸੀਗੀ ਇਹ ਨਹੀਂ ਮੈਂ ਕਹਿੰਦੀ ਰੇਸਿਜ਼ਮ ਹੈ ਨਹੀਂ ਸੀ ਸਗਾ ਪਰ ਆ ਜਿਹੜੀ ਹੁਣ ਡਿਵਾਈਡ ਹੈਗੀ ਆ ਇਹ ਤਾਂ ਬਾਜੇ ਵੇਲੇ ਲੱਗਦਾ ਵੀ ਦੋ ਦੁਨੀਆ ਬਣ ਲੱਗੀਆਂ ਆ ਇਹਦੇ ਵਿੱਚ ਸਾਰਿਆਂ ਲਈ ਖਤਰਾ ਆ ਇਸ ਕਰਕੇ ਲੋਕ ਗੋਰੇ ਵੀ ਆਏ ਆ ਆਪਣੀ ਕਮਿਊਨਿਟੀ ਵੀ ਆਈ ਦੂਸਰੀਆਂ ਕਮਿਊਨਿਟੀਆਂ ਵੀ ਆਈਆਂ ਜਿੰਨੀ ਸਾਨੂੰ ਤੁਹਾਡੇ ਵਰਗਾ ਇਨਸਾਨ ਚਾਹੀਦਾ ਜਿਹੜਾ ਖੜਾ ਹੋਵੇ ਇੱਕ ਜਿਹਨੂੰ ਕਮਿਊਨੀਕੇਸ਼ਨ ਕਰਨਾ ਆਉਂਦਾ ਹੋਵੇ ਜਿਹਨੂੰ ਗੱਲਬਾਤ ਕਰਨੀ ਆਉਂਦੀ ਹੋਵੇ ਜਿਹੜਾ ਸਾਨੂੰ ਜੋੜ ਸਕੇ ਡਿਫਰੈਂਟ ਕਮਿਊਨਿਟੀਜ਼ ਨੂੰ ਜਿਹੜਾ ਸਰੀ ਲਈ ਲੜ ਸਕੇ ਤੇ ਜਿਹੜਾ ਸਰੀ ਨੂੰ ਸੁਧਾਰ ਕੇ ਸਹੀ ਰਸਤੇ ਤੇ ਲੈ ਜਾ ਸਕੇ ਉਹ ਕਹਿੰਦੇ ਤੇਰੇ ਕੋਲ ਐਕਸਪੀਰੀਅੰਸ ਹੈਗਾ ਪਰ ਮੈਂ ਕਿਹਾ ਹੈਗਾ ਆ ਪਰ ਮੈਂ ਤੁਹਾਡੀ ਮਦਦ ਕਰਦੀ ਆ ਹੋਰ ਕਿਸੇ ਨੂੰ ਟੋਲਦੇ ਆ ਜਿਹੜਾ ਇਹ ਕੰਮ ਕਰ ਸਕੂਗਾ ਬਿਲਕੁਲ ਮੈਂ ਪੂਰੀ ਕੋਸ਼ਿਸ਼ ਕੀਤੀ ਫਿਰ ਕਾਫੀ ਯੂਥ ਆਇਆ ਮੇਰੇ ਕੋਲ ਆਪਣੇ ਜਿਹੜੇ ਇੱਥੇ ਦੇ ਪੜ੍ਹੇ ਲਿਖੇ ਨੌਜਵਾਨ ਆ ਪੰਜਾਬੀ ਕਮਿਊਨਿਟੀ ਵਿੱਚੋਂ ਕਾਫੀ ਗਰੁੱਪਸ ਆਏ ਪੜ੍ਹੇ ਲਿਖੇ ਨੌਜਵਾਨਾਂ ਦੇ ਉਹ ਕਹਿੰਦੇ ਆ ਮੈਨੂੰ ਵੀ ਜਿਨੀ ਸਾਨੂੰ ਉਹ ਨਹੀਂ ਚਾਹੀਦਾ ਜਿਹੜਾ ਸਿਰਫ ਜਿੱਤ ਸਕੇ ਜਿੱਤ ਤਾਂ ਕਹਿੰਦਾ ਵੀ ਇੱਕ ਜਾਣੇ ਨੇ ਜਾਣਾ ਹੀ ਆ ਪਰ ਸਾਨੂੰ ਐਸਾ ਮੇਅਰ ਚਾਹੀਦਾ ਆ ਜਿਹਦੇ ਵਿੱਚ ਹਿੰਮਤ ਹੋਵੇ ਜਿੱਤ ਕੇ ਲੜੇ ਵੀ ਤੇ ਸਫਾਈ ਵੀ ਕਰੇ ਤੇ ਮੈਂ ਕਿਹਾ ਵੀ ਇਹ ਤਾਂ ਵੀ ਕਈਆਂ 'ਚ ਹੋ ਸਕਦਾ ਆ ਉਹ ਕਹਿੰਦੇ ਜਿਨੀ ਪਰ ਅਸੀਂ ਤੇਰੀ ਹਿਸਟਰੀ ਦੇਖੀ ਆ ਤੂੰ ਪਹਿਲਾਂ ਟੀਚਰ ਸੀ ਤੂੰ ਬੱਚਿਆਂ ਦੇ ਖਾਤਰ ਬਾਹਰ ਗਈ ਟੂ ਇਨਵੋਲਵ ਇਨ ਪਾਲਿਸੀ ਤੂੰ ਵੋਲੰਟੀਅਰ ਕੰਮ ਕੀਤਾ ਫਿਰ ਤੂੰ ਟੀਚਰਾਂ ਦੀ ਪ੍ਰਧਾਨ ਵੀ ਬਣੀ ਆ ਉਹ ਤੇਰੇ ਕਿਹੜੇ ਇਸ਼ੂ ਹੁੰਦੇ ਸੀ ਬੱਚਿਆਂ ਦੇ ਲੜਨ ਲਈ ਤੇ ਆਉਣ ਵਾਲੇ ਭਵਿੱਖ ਲਈ ਵੀ ਫਿਊਚਰ ਲਈ ਉਹਦੇ ਲਈ ਤੂੰ ਲੜੀ ਆ ਪਰ ਕਹਿੰਦੇ ਤੇਰੇ ਵਿੱਚ ਉਹ ਹਿੰਮਤ ਸੀਗੀ ਵੀ ਜਦੋਂ ਤੂੰ ਕੱਲੀ ਨੇ BCTF ਨੇ ਗੋਰਡਨ ਕੈਂਪਬੈਲ ਦਾ ਕਹਿੰਦੇ ਸ਼ੇਰਨੀ ਬਣ ਕੇ ਖੜੀ ਹੋ ਗਈ ਸੀ ਬਿਲਕੁਲ ਠੀਕ ਵੀ ਜਿਹੜਾ ਸਹੀ ਗੱਲ ਸੀ ਸਹੀ ਲਈ ਲੜੀ ਆਪਣੇ ਹੱਕਾਂ ਲਈ ਲੜੀ ਬੱਚਿਆਂ ਦੇ ਕਲਾਸ ਸਾਈਜ਼ ਕੰਪੋਜੀਸ਼ਨ ਲਈ ਲੜੀ ਤੇ ਫਰੀडम ਟੂ ਐਸੋਸੀਏਟ ਉਹਦੇ ਲਈ ਲੜੀ ਤੇ ਕਹਿੰਦੇ ਇਹ ਵੀ ਨਹੀਂ ਹੈਗਾ ਅਸੀਂ ਇਹ ਵੀ ਦੇਖਿਆ ਜਦੋਂ ਤੂੰ ਅੰਦਰ ਵੀ ਲੜੀ ਆ BCTF ਦੇ ਵਿੱਚ ਤੈਨੂੰ ਉਹ ਵੀ ਲੜਾਈ ਕਰਨੀ ਪਈ ਸੀਗੀ ਜਦੋਂ ਤੈਨੂੰ ਟੀਚਰਾਂ ਲਈ ਅੰਦਰ ਵੀ ਖੜਾ ਹੋਣਾ ਪਿਆ ਸੀਗਾ ਸਾਰਿਆਂ ਨੂੰ ਇਕੱਠੇ ਕਰਕੇ ਉੱਥੇ ਇਸ ਕਰਕੇ ਨਹੀਂ ਮੈਂ ਹੋਈ ਸੀਗੀ ਵੀ ਕਰਕੇ ਮੇਰਾ ਰੰਗ ਬਰਾਊਨ ਆ ਤੇ ਮੈਂ ਪੰਜਾਬੀ ਆ ਉਹ ਸੀਗਾ ਵੀ ਮੇਰੇ ਵਿੱਚ ਉਹ ਕਾਬਲੀਅਤ ਸੀਗੀ ਐਕਸਪੀਰੀਅੰਸ ਸੀਗਾ ਵੀ ਮੈਂ ਸਾਰਿਆਂ ਨੂੰ ਇਕੱਠੇ ਕਰਕੇ ਤੋਰ ਲਿਆ 2005 ਦੀ ਸਟ੍ਰਾਈਕ ਕਈ ਕਹਿ ਦਿੰਦੇ ਕਈ ਸਿਵਲ ਡਿਸਓਬੀਡੀਐਂਸ ਕਹਿ ਦਿੰਦੇ ਆ ਜਦੋਂ ਉਹ ਦੇਖੋ ਇੰਨੇ ਗਰੁੱਪਸ ਨੂੰ ਇਕੱਠੇ ਕਰਨਾ ਫਿਰ ਬਾਹਰ ਜਾ ਕੇ ਬੱਚੇ ਕਹਿੰਦੇ ਆ ਫਿਰ ਕਹਿੰਦੇ ਬਾਕੀ ਲੇਬਰ ਮੂਵਮੈਂਟ ਨੂੰ ਨਾਲ ਜੋੜਨਾ ਉਹ ਤਾਂ ਕਹਿੰਦੇ ਜਿਹੜੇ ਨਹੀਂ ਵੀ ਯੂਨੀਅਨ ਸੀਗੇ ਉਹ ਵੀ ਤੁਹਾਡੇ ਨਾਲ ਜੁੜ ਗਏ ਸੀਗੇ ਕਰਕੇ ਤੁਹਾਡੀ ਲੜਾਈ ਸਹੀ ਸੀਗੀ ਕਹਿੰਦੇ ਤੁਸੀਂ ਰਾਤ ਦਿਨ ਮਿਹਨਤ ਕੀਤੀ ਆ ਉਹ ਕਹਿੰਦੇ ਸਾਨੂੰ ਉਹ ਜਿੰਨੀ ਚਾਹੀਦੀ ਆ ਜਿਹੜੀ ਫਾਈਟ ਕਰ ਉਹ ਜਿੰਨੀ ਚਾਹੀਦੀ ਆ ਜਿਹੜੀ ਮੋਰੇ ਹੋ ਕੇ ਸਰੀ ਲਈ ਲੜੇ ਸਰੀ ਨੂੰ ਜੋੜੇ ਤੇ ਜਿਹੜੇ ਸਰੀ ਨੂੰ ਸਹੂਲਤਾਂ ਚਾਹੀਦੀਆਂ ਆ ਉਹ ਇੱਥੇ ਲੈ ਕੇ ਆਵੇ ਉਹ ਜਿੰਨੀ ਜਿਹਦੇ ਕੋਲ ਫੈਡਰਲ ਐਕਸਪੀਰੀਅੰਸ ਹੈਗਾ ਇਨਸਾਈਡ ਨੌਲੇਜ ਹੈਗੀ ਆ ਪ੍ਰੋਵਿੰਸ਼ੀਅਲ ਹੈਗੀ ਆ ਲੇਬਰ ਮੂਵਮੈਂਟ ਵਿੱਚ ਹੈਗੀ ਆ ਪਰ ਸਭ ਤੋਂ ਜ਼ਿਆਦਾ ਜਿਹੜੀ ਜਦੋਂ ਕਮਿਊਨਿਟੀ ਵਿੱਚ ਜਾਂਦੀ ਆ ਉਹਨੂੰ ਗੱਲ ਸਮਝਾਉਣ ਦਾ ਵੀ ਪਤਾ ਆ ਤੇ ਉਹਨੂੰ ਇਹ ਵੀ ਪਤਾ ਵੀ ਲੋਕਾਂ ਨੂੰ ਕਿੱਦਾਂ ਜੋੜਨਾ ਆ ਉਹਨਾਂ ਨੇ ਇਹ ਵੀ ਕਿਹਾ ਆ ਵੀ ਤੂੰ ਅਸੀਂ ਤੈਨੂੰ ਡਿਫਾਈਨ ਨਹੀਂ ਕਰ ਸਕਦੇ ਵੀ ਤੂੰ ਇੱਥੇ ਉੱਥੇ ਤੂੰ ਕਹਿੰਦੇ ਵੀ ਲਿਬਰਲ ਨੂੰ ਵੀ ਨਾਲ ਜੋੜ ਲੈਣੀ ਆ ਕੰਜ਼ਰਵੇਟਿਵ ਨੂੰ ਵੀ ਨਾਲ ਜੋੜ ਲੈਣੀ ਆ ਤੇ ਨਹੀਂ ਕਹਿੰਦੇ ਤੂੰ ਜਿੱਤ ਨਹੀਂ ਸਕਦੀ ਜਿੱਥੇ ਤੂੰ ਖੜੀ ਆ ਤੇ ਫਿਰ ਮੈਂ ਕਿਹਾ ਵੀ ਨਹੀਂ ਮੈਂ ਹਾਲੇ ਵੀ ਨਹੀਂ ਮੰਨੀ ਯੈਸ ਨਹੀਂ ਕੀਤਾ ਯਾ ਫਿਰ ਉਹ ਦੂਸਰੇ ਹਫਤੇ ਆਏ ਫਿਰ ਉਹਨਾਂ ਨੇ ਇੱਕ ਗੱਲ ਮੈਨੂੰ ਕਹੀ ਕਹਿੰਦੇ ਵੀ ਮੇਰਾ ਬੇਟਾ ਸੁਣਦਾ ਰਿਹਾ ਗੱਲ ਇੰਗਲਿਸ਼ ਵਿੱਚ ਹੀ ਹੋ ਰਹੀ ਸੀਗੀ ਤੇ ਉਹਨ ਫਿਰ ਇੱਕ ਬੱਚੇ ਨੇ ਕਿਹਾ ਕਹਿੰਦਾ ਵੀ ਜਿਨੀ ਵੀ ਟੈਲਿੰਗ ਯੂ ਦਿਸ ਵੀ ਜੇ ਹੁਣ ਆਪਾਂ ਸਰੀ ਨੂੰ ਸਹੀ ਟਰੱਕ ਤੇ ਨਾ ਲੈ ਕੇ ਆਂਦਾ ਜਿਹੜਾ ਨਾਂ ਬਦਨਾਮ 2-3 ਬੰਦਿਆਂ ਦੇ ਕਾਰਨ ਸਾਡੀ ਸਰੀ ਦਾ ਪੰਜਾਬੀ ਲੋਕਾਂ ਦਾ ਹੋ ਰਿਹਾ ਆ ਇਮੀਗ੍ਰੈਂਟਸ ਲੋਕਾਂ ਦਾ ਹੋ ਰਿਹਾ ਆ ਜੇ ਇਸ ਵਕਤ ਸੁਧਾਰ ਨਾ ਆਇਆ 4 ਪੀੜ੍ਹੀਆਂ ਲਈ ਅਸੀਂ ਜਿੰਨਾ ਮਰਜ਼ੀ ਪੜ੍ਹ ਲਈਏ ਜਿੰਨਾ ਮਰਜ਼ੀ ਲਿਖ ਲਈਏ ਜਿੰਨਾ ਮਰਜ਼ੀ ਅਸੀਂ ਬਿਜ਼ਨਸ ਵਿੱਚ ਸਕਸੈਸਫੁਲ ਹੋ ਜਾਈਏ ਲੋਕਾਂ ਨੇ ਸਾਡੇ ਵੱਲ
ਸ਼ੱਕ ਦੀ ਨਜ਼ਰ ਨਾਲ ਦੇਖਣਾ ਆ ਤੇ ਸਾਡੇ ਉੱਪਰ ਉਂਗਲੀ ਉਠਾਉਣੀ ਆ। ਬਿਕੋਜ਼ 97% 98% ਤਾਂ ਉਹਦੇ ਲਈ ਜ਼ਿੰਮੇਵਾਰ ਨਹੀਂ। ਨੋ। ਤੇ ਜਦੋਂ ਕਹਿੰਦੇ ਵੀ ਤੂੰ ਸ਼ੁਰੂ ਤੋਂ ਬੱਚਿਆਂ ਦੀ ਲੜ ਰਹੀ ਹੈ, ਅਸੀਂ ਹੁਣ ਤੈਨੂੰ ਕਹਿੰਦੇ ਆ ਤੂੰ ਹੁਣ ਸਾਡੀ ਪੀੜ੍ਹੀ ਲਈ ਤੇ ਆਉਣ ਵਾਲੀ ਪੀੜ੍ਹੀ ਲਈ ਲੜ ਤੇ ਅਸੀਂ ਤੇਰੇ ਨਾਲ ਖੜੇ ਹੋਵਾਂਗੇ। ਤੇ ਮੈਂ ਫਿਰ ਸੋਚਿਆ, ਫਿਰ ਮੇਰਾ ਵੀ ਇਹ ਵੀ ਸੀਗਾ ਵੀ ਜਦੋਂ ਵੀ ਮੇਰਾ ਪਰਿਵਾਰ ਮੈਨੂੰ ਪੁੱਛਦਾ ਸੀ ਮੈਂ ਕਹਿੰਦੀ ਸੀ ਕਦੀ ਵੀ ਨਹੀਂ। ਫਿਰ ਮੈਂ ਗਈ ਆ ਨਨਾਇਮੋ। ਮਹੀਨੇ ਪਹਿਲਾਂ ਮੈਂ ਪੁੱਛਿਆ ਤੁਹਾਨੂੰ ਪੰਜਾਬ ਤੋਂ, ਤੁਸੀਂ ਕਹਿੰਦੇ ਹੋ। ਮੈਂ ਨਨਾਇਮੋ ਗਈ। ਨਨਾਇਮੋ ਮੇਰੀ ਬੇਟੀ ਰਹਿੰਦੀ ਆ ਉੱਥੇ, ਸਾਰੇ ਗ੍ਰੈਂਡ ਚਿਲਡਰਨਸ ਆ, ਮਾਈ ਹਸਬੈਂਡ, ਮਾਈ ਸਨ। ਮੇਰਾ ਬੇਟਾ ਇੱਥੋਂ ਗਿਆ, ਅਸੀਂ ਸਾਰਿਆਂ ਨੇ ਬੈਠ ਕੇ ਸਲਾਹ ਕੀਤੀ। ਮੇਰੇ ਹਸਬੈਂਡ ਨੇ ਮੈਨੂੰ ਇੱਕੋ ਹੀ ਗੱਲ ਪੁੱਛੀ, ਕਹਿੰਦਾ ਤੂੰ ਕਿਉਂ ਕਰ ਰਹੀ ਆ? ਕਹਿੰਦਾ ਵੀ ਤੈਨੂੰ ਲੋੜ ਨਹੀਂ, ਤੇਰੇ 3 ਸਾਲ ਹੋਰ ਪਏ ਆ, 2 ਸਾਲ ਹੋਰ ਪਏ ਆ ਐਜ਼ ਐਨ MLA, ਗਾਂ ਤੂੰ ਖੜੀ ਹੋਣਾ ਹੋ ਜਾਈ, ਤੇਰੀ ਸੀਟ ਆ ਹੁਣ ਵੀ ਜਸਟ। ਫਿਰ ਮੈਨੂੰ ਦੱਸਿਆ ਮੈਂ ਕਿਉਂ ਖੜ ਰਹੀ ਹਾਂ। ਕਹਿੰਦਾ ਕੋਈ ਪਰਸਨਲ ਲਾਲਚ ਤਾਂ ਨਹੀਂ। ਮੈਂ ਕਿਹਾ ਜੇ ਪਰਸਨਲ ਲਾਲਚ ਹੁੰਦਾ ਅੱਜ ਤੱਕ ਬਹੁਤ ਕੁਛ ਮਟੀਰੀਅਲ ਬਣਿਆ ਹੁੰਦਾ, ਪਰ ਮੈਂ ਜੋ ਕੁਛ ਕਮਾਇਆ ਆ ਉਹਦੇ ਤੇ ਮੈਨੂੰ ਗਰਵ ਆ। ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ ਵੀ ਆਹ ਗੱਲ ਮੈਨੂੰ ਬੱਚਿਆਂ ਨੇ ਕਹੀ ਸੀਗੀ ਤੇ ਇਸ ਕਰਕੇ ਮੈਂ ਇੱਥੇ ਆਈ ਹਾਂ। ਤੇ ਮਾਈ ਹਸਬੈਂਡ ਸੈਡ, ਇੰਗਲਿਸ਼ ਆਪ ਸਾਰਿਆਂ ਨੂੰ ਪਤਾ ਆ, ਕਹਿੰਦਾ ਯੂ ਹੈਵ 100% ਆਫ ਮਾਈ ਸਪੋਰਟ, ਰਾਤ ਦਿਨ ਮਿਹਨਤ ਕਰ ਤੇ ਜਿੱਤ। ਵੈਰੀ ਗੁੱਡ। ਯਾ ਤੇ ਫਿਰ ਮੈਂ ਆਪਣੇ ਬੇਟੇ ਨੂੰ ਪੁੱਛਿਆ, ਬੇਟਾ ਕਹਿੰਦਾ ਮਾਮ ਯੂ ਹੈਵ ਟੂ ਰਨ। ਮੇਰਾ ਬੇਟਾ ਬਿਲਕੁਲ ਗੋਰਾ ਲੱਗਦਾ ਹੈ ਕਰਕੇ ਉਹਦਾ ਡੈਡ ਵੀ ਗੋਰਾ ਹੀ ਆ ਨਾ। ਤੇ ਉਹ ਕਹਿੰਦਾ ਵੀ ਹੁਣ ਮੈਂ ਇਹ ਗੱਲਾਂ ਸੁਣ ਰਿਹਾ ਸਰੀ ਦੇ ਵਿੱਚ ਕਰਕੇ ਵੀ ਕਈ ਸਮਝ ਪਤਾ ਨਹੀਂ ਉਹਨਾਂ ਨੂੰ ਵੀ ਮੈਂ ਵੀ ਪੰਜਾਬੀ ਆ। ਤੇ ਕਹਿੰਦਾ ਵੀ ਜਿਸ ਤਰ੍ਹਾਂ ਗੱਲ ਕਰਨ ਲੱਗ ਪਏ ਆ, ਕਹਿੰਦਾ ਮੈਂ ਜੋ ਕੁਛ ਤੁਹਾਨੂੰ ਉਦੋਂ ਮੁੰਡੇ ਕਹਿ ਕੇ ਗਏ ਸੀ ਮੈਂ ਉਹਨਾਂ ਦੇ ਨਾਲ ਸਹਿਮਤ ਆ, ਮੈਂ ਉਹਨਾਂ ਦੇ ਨਾਲ ਸਹਿਮਤ ਆ। ਤੇ ਉਹ ਵੀ ਮੈਨੂੰ ਬਹੁਤ ਦੁੱਖ ਲੱਗਾ। ਸੋ ਮੇਰੇ ਕੋਲ ਫੈਮਿਲੀ ਸਪੋਰਟ ਹੈਗੀ ਆ, ਕਮਿਊਨਿਟੀ ਨੇ ਮੈਨੂੰ ਬਹੁਤ ਅੱਜ ਤੱਕ ਸਪੋਰਟ ਦਿੱਤੀ ਆ। ਤੇ ਮੈਨੂੰ ਇਹ ਵੀ ਪਤਾ ਆ ਵੀ ਜਿਹੜੇ ਸਾਡੇ ਆਮ ਇਨਸਾਨ ਆ ਸਰੀ ਵਿੱਚ ਰਹਿੰਦੇ, ਬੇਸ਼ੱਕ ਦੀ ਉਹ ਪ੍ਰੋਫੈਸ਼ਨਲ ਆ, ਬਿਜ਼ਨਸਮੈਨ ਆ, ਵਰਕਰਸ ਆ, ਜਿੱਥੇ ਮਰਜ਼ੀ ਵੀ ਕੰਮ ਕਰਦੇ ਆ, ਉਹ ਇੱਕੋ ਹੀ ਚੀਜ਼ ਚਾਹੁੰਦੇ ਆ। ਉਹ ਪੰਜਾਬ ਛੱਡ ਕੇ ਆਏ ਸੀ ਇੱਥੇ ਆਪਣਾ ਤੇ ਆਪਣੀ ਆਉਣ ਵਾਲੀ ਪੀੜ੍ਹੀ ਲਈ ਵਧੀਆ ਫਿਊਚਰ ਬਣਾਉਣ ਨੂੰ। ਉਹ ਨਹੀਂ ਚਾਹੁੰਦੇ ਵੀ ਜਿਹੜੀਆਂ ਮਾੜੀਆਂ ਆਦਤਾਂ, ਮਾੜੇ ਚੀਜ਼ਾਂ ਅਸੀਂ ਪਿੱਛੇ ਛੱਡ ਕੇ ਆਏ ਸੀਗੇ ਉਹ ਹੀ ਹੁਣ ਸਰੀ ਵਿੱਚ ਹੋਣ ਲੱਗ ਪਵੇ ਜੀ। ਤੇ ਇਸ ਕਰਕੇ ਮੈਨੂੰ ਪਤਾ ਆ ਵੀ ਮੈਜੋਰਿਟੀ ਆਫ ਜਿਹੜੀ ਸਾਡੀ ਕਮਿਊਨਿਟੀ ਹੈਗੀ ਆ ਉਹ ਸਾਰੀ ਕਮਿਊਨਿਟੀਆਂ ਵਾਂਗੂ ਹੀ ਆ। ਉਹ ਚਾਹੁੰਦੇ ਵੀ ਸਾਡੇ ਬੱਚਿਆਂ ਦੀ ਵੈਰੀ ਬੈਸਟ ਹੋਵੇ। ਮੈਂ ਉਹਨਾਂ ਦੇ ਮੂਹਰੇ ਇੱਕੋ ਹੀ ਬੇਨਤੀ ਕਰਦੀ ਹਾਂ, ਇਸ ਇਲੈਕਸ਼ਨ ਵਿੱਚ ਸਵਾਲ ਪੁੱਛੋ, ਗੈਟ ਟੂ ਨੋ ਯੋਰ ਕੈਂਡੀਡੇਟਸ ਤੇ ਵੋਟ ਪਾਵੋ। ਇਹ ਵੋਟ ਤੁਸੀਂ ਪਿੱਛੇ ਸੋਚ ਕੇ ਨਾ ਪਾਵੋ ਵੀ ਕਿਹੜਾ ਤੁਹਾਡੇ ਪਿੰਡ ਦਾ ਆ, ਕਿਹੜੇ ਤੁਹਾਡੇ ਨਾਨਕਿਆਂ ਦਾ ਆ, ਕਿਹੜੀ ਤੁਹਾਡੀ ਭਤੀਜੀ ਲੱਗਦੀ ਆ, ਕਿਹੜੀ ਤੁਹਾਡੀ ਭੈਣ ਲੱਗਦੀ ਆ। ਇਹ ਵੋਟ ਇਹ ਸੋਚ ਕੇ ਪਾਵੋ ਵੀ ਕੈਨੇਡਾ ਹੀ ਸਾਡਾ ਘਰ ਆ, ਸਰੀ ਸਾਡਾ ਸ਼ਹਿਰ ਆ, ਅਸੀਂ ਸਰੀ ਨੂੰ ਕਿੱਦਾਂ ਸੁਧਾਰਨਾ ਆ ਵੀ ਜਿੱਥੇ ਸਾਡੇ ਬੱਚੇ ਆਉਂਦੇ ਪੀੜ੍ਹੀਆਂ ਦੇ ਵਿੱਚ ਗਰਵ ਨਾਲ ਰਹਿ ਸਕਣ ਤੇ ਦੂਸਰੇ ਜਿਹੜੇ ਬਾਕੀ ਲੋਕ ਇੱਥੇ ਹੈਗੇ ਆ ਉਹ ਉਹਨਾਂ ਨੂੰ ਪੂਰੀ ਤਰ੍ਹਾਂ ਐਕਸੈਪਟ ਕਰ ਲੈਣ ਵੀ ਇਹਨਾਂ ਦੀ ਪਹਿਲੀ ਪ੍ਰਾਇਓਰਿਟੀ ਹੈਗੀ ਆ ਸਰੀ ਵਿੱਚ ਸੁਧਾਰ ਲੈ ਕੇ ਆਉਣ ਲਈ। ਜਦੋਂ ਆਪਾਂ ਇੱਦਾਂ ਤੁਰ ਗਏ ਫਿਰ ਸਾਡੀ ਕਮਿਊਨਿਟੀ ਜਿਹੜੀ ਕਾਮਯਾਬੀ ਗਾਂਹ ਕਰ ਸਕਦੇ ਆ, ਆਪਾਂ ਉਹਨਾਂ ਦੇ ਉੱਪਰ ਸੀਲਿੰਗ ਨਹੀਂ ਦੇਖਣੀ ਚਾਹੀਦੀ। ਪਰ ਇਸ ਵਕਤ ਪਿਛਲੇ 4 ਸਾਲਾਂ ਦੇ ਵਿੱਚ ਜਿਹੜੇ ਦਾਗ ਸਾਡੇ ਵੱਲ ਨੂੰ ਆ ਗਏ ਆ, ਮੈਂ ਇੱਕ ਬਹੁਤ ਹੀ ਸਿੰਪਲ ਗੱਲ ਕਰਦੀ ਹਾਂ, ਪੁਲਿਸਿੰਗ ਇਸ਼ੂ ਬਹੁਤ ਵੱਡਾ ਇਸ਼ੂ ਆ। ਬਿਲਕੁਲ ਜੀ। ਜੇ ਤੁਸੀਂ ਆਮ ਇਨਸਾਨ ਨੂੰ ਪੁੱਛੋ ਉਹਨੂੰ ਕੋਈ ਹੈ ਨਹੀਂਗਾ ਵੀ ਆ CMP ਆ ਸਰੀ ਪੁਲਿਸ ਆ, ਉਹਨੂੰ ਹੈਗਾ ਵੀ ਸੇਫਟੀ ਚਾਹੀਦੀ ਤੇ ਸਿਕਿਉਰਿਟੀ ਚਾਹੀਦੀ ਆ। ਉਹਨਾਂ ਨੂੰ ਚਾਹੀਦਾ ਵੀ ਜਿਹੜੇ ਸਾਡੇ ਬੱਚੇ ਬਣ ਰਹੇ ਆ ਉਹ ਨਾ ਮਰਨ, ਤੇ ਜਿਹੜੇ ਗੈਂਗਸ ਵਗੈਰਾ ਵੱਧ ਰਹੇ ਆ ਉਹ ਨਾ ਵੱਧ, ਜਿਹੜੇ ਸਾਡੇ ਚੋਰੀਆਂ ਹੋ ਰਹੀਆਂ ਉਹ ਹਟ ਜਾਣ, ਬਾਕੀ ਜਿਹੜੀ ਵਾਇਲੈਂਸ ਹੈ ਉਹ ਹਟ ਜਾਵੇ। ਉਹ ਚਾਹੁੰਦੇ ਆ ਜਿੱਦਾਂ ਮਰਜ਼ੀ ਹੋਵੇ। ਉਹ ਇਹ ਵੀ ਚਾਹੁੰਦੇ ਵੀ ਜਿਹੜਾ ਖਰਚਾ ਹੋਵੇ ਉਹ ਵੀ ਹਿਸਾਬ ਨਾਲ ਹੋਵੇ ਇਹਨਾਂ ਚੀਜ਼ਾਂ ਤੇ। ਪਰ ਸਾਡੇ ਸਰੀ ਦੇ ਵਿੱਚ ਇਸ ਵਕਤ ਇੱਕ ਚੀਜ਼ ਦੀ ਗਰਮੀ ਜ਼ਰੂਰ ਚੱਲ ਰਹੀ ਆ, ਸਰੀ ਪੁਲਿਸ ਵਰਸਸ RCMP। ਮੈਂ ਇਸ਼ੂਜ਼ ਤੇ ਆਉਣਾ ਸੀ ਤੁਹਾਡੇ ਕੋਲ ਕਿਉਂਕਿ ਅੱਜ ਮੈਂ ਪਹਿਲੀ ਵਾਰ ਗੱਲ ਆਪਾਂ ਕਰ ਰਹੇ ਹਾਂ। ਮੈਂ ਦੁਬਾਰਾ ਫਿਰ ਇਹ ਕਰਨੀ ਨਹੀਂ ਚਾਹੁੰਦਾ ਕਿ ਬੈਕਗਰਾਊਂਡ ਕੀ ਇੱਥੇ ਤੱਕ ਕਿਵੇਂ ਆਏ, ਇਹ ਫਸਟ ਇੰਟਰਵਿਊ 'ਚ ਕਲੀਅਰ ਕਰਤਾ। ਹੁਣ ਮੈਂ ਇਸ਼ੂਜ਼ ਤੇ ਆਉਣਾ। ਸਰੀ ਜਿੱਥੇ ਖੜੀ ਹੈ, ਜੇ ਇਹਦੇ 'ਚ ਖੜੋਤ ਆਉਂਦੀ ਹੈ ਡਿਵੈਲਪਮੈਂਟ ਦੇ ਵਿੱਚ, ਉਹ ਬਹੁਤ ਜ਼ਿਆਦਾ ਡਿਜ਼ਾਸਟਰ ਹੋਊ। ਕਿਉਂਕਿ ਅਸੀਂ 70% ਦੇ ਕਰੀਬ ਨੌਕਰੀਆਂ ਡਿਵੈਲਪਮੈਂਟ ਦੇ ਆਲੇ ਦੁਆਲੇ ਨੇ। ਸਰੀ ਵਸਦਾ ਹੀ ਡਿਵੈਲਪਮੈਂਟ 'ਤੇ ਆ। ਹਰ ਸਾਲ 12-14 ਹਜ਼ਾਰ ਬੰਦਾ ਆ ਰਿਹਾ।
ਸ਼ਹਿਰ ਵੱਧ ਰਿਹਾ, ਜਿਹੜਾ ਬਹੁਤ ਤਰੱਕੀ ਹੋ ਰਹੀ ਹੈ, ਲੋਕ ਇਸ ਵੱਲ ਝਾਕ ਰਹੇ ਨੇ, ਦੁਨੀਆ ਭਰ ਦੀ ਮਨੀ ਆ ਰਹੀ ਹੈ ਇੱਥੇ। ਡਿਵੈਲਪਮੈਂਟ ਜਿਹੜੀ ਪੁਲਿਸ 'ਤੇ ਆਉਣਾ, ਮੈਂ ਪਹਿਲਾਂ ਮੈਨੂੰ ਇਹ ਦੱਸੋ ਵੀ ਡਿਵੈਲਪਮੈਂਟ ਬਾਰੇ ਤੁਹਾਡਾ ਕੀ ਵਿਚਾਰ? ਦੇਖੋ, ਸ਼ਹਿਰ ਸਾਡਾ ਇੰਨਾ ਵੱਧ ਰਿਹਾ ਆ, ਵਿਦਿਨ ਅ ਫਿਊ ਈਅਰਸ ਆਪਾਂ ਵੈਨਕੂਵਰ ਤੋਂ ਵੱਡਾ ਹੋਣਾ ਹੈ। ਸਰੀ ਵਿਲ ਬੀ ਦ ਲਾਰਜੈਸਟ ਸਿਟੀ। ਪਰ ਵਾਜੇ ਵੇਲੇ ਲੱਗਦਾ ਹੈ ਵੀ ਸਾਡੀ ਸੋਚ ਹਾਲੇ ਵੱਡੀ ਸ਼ਹਿਰ ਵਾਲੀ ਹੋਈ ਨਹੀਂ, ਤੇ ਉਹ ਆਪਾਂ ਨੂੰ ਬਣਾਉਣੀ ਪੈਣੀ ਹੈ। ਵੀ ਨੀਡ ਡਿਵੈਲਪਮੈਂਟ। ਘਰਾਂ ਬਣਾਉਣ ਦੀ ਲੋੜ ਆ, ਬਾਕੀ ਜਿਹੜੇ ਇਨਫਰਾਸਟਰਕਚਰ ਉਹਦੀ ਵੀ ਲੋੜ ਹੈਗੀ ਆ। ਸਾਡੀ ਸਰਕਾਰ ਦੇ ਥੱਲੇ, ਜਦੋਂ NDP ਦੀ ਸਰਕਾਰ ਦੇ ਥੱਲੇ ਡਿਵੈਲਪਮੈਂਟ ਸਲੋ ਡਾਊਨ ਹੋਈ ਨਹੀਂ। ਪਰ ਸਰੀ ਦੇ ਵਿੱਚ ਇੱਕ ਬਹੁਤ ਵੱਡਾ ਅੜਿੱਕਾ ਹੈਗਾ ਆ, ਉਹ ਹੈਗਾ ਆ ਪਰਮਿਟਿੰਗ ਸਿਸਟਮ। ਉਹਦੇ ਵਿੱਚ ਤੁਹਾਨੂੰ ਆਮ ਇਨਸਾਨ ਦੱਸਦਾ ਆ ਵੀ ਬਹੁਤ ਹੀ ਵਕਤ ਲੱਗ ਜਾਂਦਾ। ਬਾਜੇ ਵੇਲੇ ਕਹਿੰਦੇ 18 ਮਹੀਨੇ ਈਮੇਲ ਵਾਪਸ ਕਰਨ ਨੂੰ ਹੀ ਲੱਗ ਜਾਂਦੇ ਆ। ਇਹ ਮੈਂ ਅਸਲੀਅਤ ਦੱਸਦੀ ਹਾਂ, ਜਿਹੜਾ ਨੇ ਮੇਰੇ ਕੋਲ ਆ ਕੇ ਜਦੋਂ ਮੈਂ MLA ਸੀ ਦੱਸਿਆ ਆ। ਇਹ ਮੈਂ ਕਾਉਂਸਲ ਨਾਲ ਸ਼ੇਅਰ ਵੀ ਕੀਤਾ ਸੀਗਾ ਉਹਨਾਂ ਦਿਨਾਂ ਦੇ ਵਿੱਚ। ਤੇ ਨਾਲੇ ਲੋਕਾਂ ਦੇ ਮਨ ਵਿੱਚ ਇੱਕ ਗੱਲ ਪੈ ਗਈ ਆ, ਦੇਖੋ ਪਹਿਲਾਂ ਆਪਾਂ ਡਿਵੈਲਪਮੈਂਟ ਤੇ ਕਰਦੇ ਹਾਂ, ਡਿਵੈਲਪਮੈਂਟ ਹੋਣੀ ਚਾਹੀਦੀ ਆ। ਆਪਾਂ ਨੂੰ ਡਿਵੈਲਪਮੈਂਟ, ਸਸਟੇਨੇਬਲ ਡਿਵੈਲਪਮੈਂਟ ਇਸ ਤਰੀਕੇ ਨਾਲ ਕਰੀਏ ਸਾਡੀ ਕਮਿਊਨਿਟੀਜ਼ ਇੱਦਾਂ ਡਿਵੈਲਪ ਹੋਣ, ਸ਼ਾਪਿੰਗ ਵੀ ਲਾਗੇ ਹੋਵੇ, ਸਰਵਿਸਿਜ਼ ਵੀ ਲਾਗੀ ਹੋਵੇ, ਵੀ ਸਾਨੂੰ ਹਰੇਕ ਵਾਰੀ ਕਾਰ ਵਿੱਚ ਬੈਠ ਕੇ ਨਾ ਜਗ੍ਹਾ ਜਗ੍ਹਾ ਜਾਣਾ ਪਵੇ। ਸੋ ਦੈਟ ਇਜ਼ ਵੈਰੀ ਇੰਪੋਰਟੈਂਟ। ਇੱਕ ਜਿੱਥੇ ਮੇਨ ਕੋਰੀਡੋਰਸ ਹੈਗੇ ਆ ਪਬਲਿਕ ਟਰਾਂਜ਼ਿਟ ਤੇ, ਉੱਥੇ ਹਾਈ ਡੈਂਸਿਟੀ ਹਾਊਸਿੰਗ ਦੀ ਜ਼ਰੂਰਤ ਹੈਗੀ ਆ। ਸਰਵਿਸਿਜ਼ ਦੀ ਵੀ ਉੱਥੇ ਪਾਰਕ ਵੀ ਹੋਣੇ ਚਾਹੀਦੇ ਆ। ਜੇ ਹਾਈ ਡੈਂਸਿਟੀ ਹਾਊਸਿੰਗ ਬਣਾਉਣੀ ਆ, ਵੀ ਨੀਡ ਦੀ ਅਦਰ ਥਿੰਗਸ। ਉੱਥੇ ਚਾਈਲਡ ਕੇਅਰ ਦੀ ਵੀ ਜ਼ਰੂਰਤ ਹੈਗੀ ਆ, ਕਿਉਂਕਿ ਉਹ ਬਹੁਤ ਵੱਡਾ ਮੁੱਦਾ ਹੈਗਾ ਚਾਈਲਡ ਕੇਅਰ ਦਾ। ਸੋ ਡਿਵੈਲਪਮੈਂਟ ਹੋਣੀ ਚਾਹੀਦੀ ਆ। ਸਰੀ ਦੇ ਵਿੱਚ ਅੱਜ ਲੋਕਾਂ ਦੇ ਮਨ ਵਿੱਚ ਪੈ ਗਿਆ, ਤੁਸੀਂ ਜਿਹਦੇ ਨਾਲ ਮਰਜ਼ੀ ਗੱਲ ਕਰਕੇ ਦੇਖ ਲਓ, ਵੀ ਇੱਥੇ ਹਰੇਕ ਨੂੰ ਬਰਾਬਰ ਟਰੀਟਮੈਂਟ ਸਿਟੀ ਵਿੱਚ ਨਹੀਂ ਮਿਲ ਰਹੀ। ਇਹ ਗੱਲ ਮੈਂ ਬਹੁਤ ਲੋਕਾਂ ਦੇ ਵਿੱਚ ਇਨਵੈਸਟੀਗੇਸ਼ਨ ਕੀਤੀ ਆ। ਉਹ ਕਹਿੰਦੇ ਭੈਣ ਜੀ ਤੁਸੀਂ ਜਿੱਦਾਂ ਮਰਜ਼ੀ ਕਹੀ ਚੱਲੋ, ਸਾਨੂੰ ਪਤਾ ਆ। ਉਹ ਕਈ ਕਹਿ ਦਿੰਦੇ ਅਸੀਂ ਆਪ ਕੀਤੇ ਆ ਇਹ ਕੰਮ, ਜਿਹੜੇ ਬਾਹਰ ਤੁਸੀਂ ਸੁਣਦੇ ਆ ਅਸੀਂ ਕੀਤੇ ਆ। ਪਰ ਜਦੋਂ ਉਹਨਾਂ ਨੂੰ ਕਹੀਦਾ ਚੰਗਾ ਸਾਨੂੰ ਆਪਣੇ ਨਾਂ ਤੁਹਾਡੇ ਵਰਤ ਸਕਦੇ ਆ, ਫਿਰ ਡਰਦੇ ਆ। ਪਰ ਇਹ ਜਿਹੜਾ ਡਰ ਆ ਇਹ ਵੀ ਡੇਂਜਰਸ ਆ, ਵੀ ਜਦੋਂ ਤੁਸੀਂ ਗੱਲ ਨਹੀਂ ਕਰ ਸਕਦੇ ਕਰਕੇ ਤੁਹਾਨੂੰ ਡਰ ਆ। ਜਿਹੜੀ ਡਿਵੈਲਪਮੈਂਟ ਸਿਸਟਮ ਹੋਣੀ ਚਾਹੀਦੀ ਆ, ਇਟ ਨੀਡਸ ਟੂ ਬੀ ਸਿੰਪਲੀਫਾਈਡ। ਇਹਦੇ ਵਿੱਚ ਮੈਂ ਡੇਵਿਡ ਈਬੀ ਦੇ ਨਾਲ ਸਹਿਮਤ ਹੈਗੀ ਆ। ਇਟ ਨੀਡਸ ਟੂ ਬੀ ਸਿੰਪਲੀਫਾਈਡ and everybody should get the same treatment. ਇਹ ਨਹੀਂ ਵੀ ਕਿਉਂਕਿ ਤੁਹਾਡੀ ਜੇਬ ਭਾਰੀ ਆ ਵੀ ਤੁਹਾਨੂੰ ਕੋਈ ਜਾਣਦਾ ਵੀ ਤੁਹਾਡਾ ਕੰਮ ਜਲਦੀ ਹੋ ਜਾਵੇ, ਰਾਈਟ? ਜੇ ਸਿੰਪਲੀਫਾਈਡ ਸਿਸਟਮ ਹੋਵੇ, then you expedite it, extra staffing ਲਵੋ and get the backlog finished, ਤੇ ਗਾਂ ਆਪਣੇ ਡਿਵੈਲਪਮੈਂਟ ਹੋਵੇ। ਪਰ ਮੈਂ ਇਹ ਵੀ ਕਹੂੰਗੀ ਆਪਾਂ ਨੂੰ ਸੋਚ ਕੇ ਡਿਵੈਲਪਮੈਂਟ ਕਰਨੀ ਪੈਣੀ ਆ। ਪਿਛਲੇ ਕਈ ਸਾਲਾਂ ਦੇ ਵਿੱਚ ਨਵੇਂ ਘਰ ਤਾਂ ਬਣ ਗਏ ਆ, ਹੁਣ ਪਾਰਕਿੰਗ ਹੈ ਨਹੀਂ। ਹੁਣ ਜਦੋਂ ਮੋਰੇ ਦੋਨੋਂ ਪਾਸੇ ਕਾਰਾਂ ਪਾਰਕ ਹੋ ਜਾਂਦੀਆਂ ਆ। ਪਿਛਲੇ ਹਫਤੇ ਮੇਰੀ ਗੱਲ ਹੋਈ ਸੀਗੀ ਫਾਇਰ ਫਾਈਟਰਸ ਦੇ ਨਾਲ। ਉਹ ਕਹਿੰਦੇ ਬਾਜੇ ਵੇਲੇ ਵਿੱਚ ਦੀ ਅਸੀਂ ਟਰੱਕ ਨਹੀਂ ਲਗਾ ਸਕਦੇ, ਕੀ ਕਰੀਏ? ਜੇ ਕਿਸੇ ਨੂੰ ਹਾਰਟ ਅਟੈਕ ਹੋ ਜਾਵੇ, ਐਂਬੂਲੈਂਸ ਕਿੱਦਾਂ ਜਾਊਗੀ ਉਹਨਾਂ ਦੀ ਰੋਡ ਤੱਕ? ਸੋ ਬਹੁਤ ਸਾਰੇ ਇਸ਼ੂ ਹੈਗੇ ਆ ਜਿਹੜੇ ਡਿਵੈਲਪਮੈਂਟ ਵਿੱਚ ਆਪਾਂ ਨੂੰ ਸੋਚਣੇ ਪੈਣੇ ਆ। ਨਾਲੇ ਹਰੇਕ ਕਮਿਊਨਿਟੀ ਸੈਂਟਰਸ ਆਪਣੇ ਕੋਲ 6 ਕੀ ਕਮਿਊਨਿਟੀ ਸੈਂਟਰ ਆ, ਉਹਨਾਂ ਨੂੰ ਪ੍ਰੋਪਰ ਟਰੀਟਮੈਂਟ ਦੇਣੀ ਚਾਹੀਦੀ ਆ। ਇਹ ਨਹੀਂ ਵੀ 2-3 ਇਲਾਕਿਆਂ ਵਿੱਚ ਵਧੀਆ ਸਹੂਲਤਾਂ ਬਣਾਈ ਚੱਲੋ, ਦੂਸਰਿਆਂ ਵਿੱਚ ਨਾ ਬਣਨ। ਮੈਂ ਨਹੀਂ ਕਹਿੰਦੀ ਉਹਨਾਂ ਨੂੰ ਨਹੀਂ ਮਿਲਣੀਆਂ ਚਾਹੀਦੀਆਂ, ਦੂਸਰਿਆਂ ਨੂੰ ਵੀ ਮਿਲਣੀਆਂ ਚਾਹੀਦੀਆਂ ਆ। ਆਪਾਂ ਨੂੰ ਪਾਰਕਸ ਦੀ ਲੋੜ ਆ, ਆਪਾਂ ਨੂੰ ਸੀਨੀਅਰ ਸੈਂਟਰਸ ਦੀ ਲੋੜ ਆ, ਆਪਾਂ ਨੂੰ ਰੈਕਰੀਏਸ਼ਨਲ ਸੈਂਟਰਸ ਦੀ ਲੋੜ ਆ, ਆਪਾਂ ਨੂੰ ਚਾਈਲਡ ਕੇਅਰ ਸੈਂਟਰਸ ਦੀ ਲੋੜ ਆ, ਆਪਾਂ ਨੂੰ ਪਬਲਿਕ ਟਰਾਂਜ਼ਿਟ ਦੀ ਲੋੜ ਆ। ਪਰ ਇਹ ਸਭ ਕੁਛ ਜਦੋਂ ਹਾਊਸਿੰਗ ਡਿਵੈਲਪਮੈਂਟ ਹੁੰਦੀ ਆ, ਇਹਦੇ ਲਈ ਪਲਾਨ ਹੋਣਾ ਚਾਹੀਦਾ ਆ, ਜਿਹੜਾ ਵਿਲੀ ਨਿਲੀ ਤੁਸੀਂ ਚੇਂਜ ਨਾ ਕਰ ਦੇਵੋ ਕਿਉਂਕਿ ਇਸ ਬੰਦੇ ਨੇ ਆ ਕੇ ਤੁਹਾਨੂੰ ਆ ਕਹਿ ਦਿੱਤਾ, ਹੁਣ ਉਹ ਪਲਾਨ ਉਧਰ ਨੂੰ ਚੱਲ ਗਿਆ। ਕਿਉਂਕਿ ਵੱਡਾ ਇਸ਼ੂ ਇਹ ਹੈ ਨਾ ਜੀ, ਜਿਹੜਾ ਕਮਿਊਨਿਟੀ ਦੇ ਵਿੱਚ ਅਸੀਂ ਕਮਿਊਨਿਟੀ 'ਚ ਰਹਿਣਾ, ਨਰਵ ਕਮਿਊਨਿਟੀ ਦੀ ਕੀ ਇਹ ਹੈ ਕਿ ਵੀ ਜਿਹਦਾ ਇੱਥੇ ਜ਼ੋਰ ਆ ਉਹਦਾ ਕੰਮ ਹੁੰਦਾ, ਜਿਹਦਾ ਜ਼ੋਰ ਆ ਉਹਦਾ ਕੰਮ ਨਹੀਂ ਹੁੰਦਾ। NCP ਕਿੱਧਰ ਨੂੰ ਜਾਣੀ ਆ, ਡਿਵੈਲਪਮੈਂਟ ਕਿਹਨੂੰ ਜਾਣੀ ਆ, ਕਿੱਧਰ ਨੂੰ ਜਾਣੀ ਆ, ਹਰ ਇੱਕ ਬੰਦਾ ਉੱਥੇ ਪੈਸੇ ਨਹੀਂ ਬਣਾਉਂਦਾ। ਕਈ ਡੁੱਬ ਜਾਂਦੇ ਨੇ, ਕਈਆਂ ਦੇ ਬਹੁਤ ਬਣ ਜਾਂਦੇ ਨੇ। ਅੱਛਾ, ਇੱਕ ਆਮ ਚਰਚਾ ਜਿਹੜੇ ਜਿੰਨੇ ਵੀ ਹੁਣ ਇੱਕ ਮੇਅਰ ਤਾਂ ਪਹਿਲਾਂ ਜਿਹੜਾ ਇੱਕੋ ਹੀ ਹੈ, 5 ਸਲੇਟਾਂ ਨੇ, 4 ਜਿਹੜੇ ਉਹ ਤੁਸੀਂ ਜਿਨ੍ਹਾਂ ਦਾ ਕਿਤੇ ਨਾ ਕਿਤੇ ਪੋਲੀਟਿਕਸ 'ਚ ਐਕਸਪੀਰੀਅੰਸ ਆ ਪਰ ਸ਼ਹਿਰ ਦੇ ਵਿੱਚ ਹੈ ਨਹੀਂ। ਇੱਕ ਜਿਹੜੀ ਗੱਲ ਬਾਹਰ ਚੱਲਦੀ ਆ, ਉਹ ਕਹਿੰਦੇ ਵੀ ਜਿਹੜਾ ਕੋਈ ਨਵਾਂ ਬਣ ਕੇ ਮੇਅਰ ਜਾਊ, ਨਵਾਂ ਕੌਂਸਲਰ ਜਾਊਗਾ, ਉਹਨੂੰ ਕੰਮ ਸਿੱਖਣ ਨੂੰ 2 ਸਾਲ ਲੱਗ ਜਾਣੇ ਨੇ। ਇਹੋ ਜਿਹਾ ਕੁਛ ਹੈ? ਦੇਖੋ, ਜਦੋਂ ਮੈਂ ਟੀਚਰ ਦੀ ਪ੍ਰਧਾਨ ਬਣੀ ਸੀ 2 ਸਾਲ ਨਹੀਂ ਲੱਗੇ। ਜਿੱਦਣ ਤੁਸੀਂ ਬਣ ਜਾਂਦੇ ਆ, ਪਹਿਲਾਂ ਹੀ ਤੁਹਾਡੀ ਕਾਫੀ ਪ੍ਰੈਪਰੇਸ਼ਨ ਹੋਈ ਹੁੰਦੀ ਆ।
ਮੈਂ ਦੇਖਿਆ ਲਾਈਫ ਦੇ ਵਿੱਚ ਜਿਹੜੇ ਤੁਹਾਡੇ ਪਹਿਲੇ ਤਜਰਬੇ ਹੈਗੇ ਆ, ਐਕਸਪੀਰੀਅੰਸ ਹੈਗੇ ਆ, ਉਹ ਹੀ ਤੁਹਾਡੇ ਕੰਮ ਆਉਂਦੇ ਆ। ਜਦੋਂ ਮੈਂ BCTF ਦੀ ਪ੍ਰੈਜ਼ੀਡੈਂਟ ਸੀਗੀ, ਤੁਸੀਂ BC ਟੀਚਰਸ ਦੀ ਪੈਨਸ਼ਨ ਵੱਲ ਨੂੰ ਦੇਖੋ, ਮੈਂ ਉਹਦੇ ਤੇ ਵੀ ਕੰਮ ਕੀਤਾ, ਨੈਗੋਸ਼ੀਏਸ਼ਨਸ ਵੀ ਕੀਤੇ ਆ ਸਰਕਾਰਾਂ ਨਾਲ ਵੀ ਤੇ ਹੋਰਨਾਂ ਦੇ ਨਾਲ ਵੀ, ਕੈਨੇਡੀਅਨ ਟੀਚਰਸ ਫੈਡਰੇਸ਼ਨ ਤੱਕ ਕੰਮ ਕੀਤਾ ਆ, ਇੰਟਰਨੈਸ਼ਨਲ ਐਜੂਕੇਸ਼ਨ ਦੇ ਨਾਲ, ਜਿੱਥੇ ਸਾਰੇ ਟੀਚਰਸ ਯੂਨੀਅਨ ਵਰਲਡ ਵਾਈਡ ਇੱਕ ਤਾਂ ਹੈਗੇ ਆ, ਉੱਥੇ ਜਾ ਕੇ ਉਹਨਾਂ ਦੇ ਨਾਲ ਵੀ ਕੰਮ ਕੀਤਾ ਆ। ਇਹ ਜਿਹੜਾ ਤੁਹਾਡਾ ਸਾਰਾ ਐਕਸਪੀਰੀਅੰਸ ਹੁੰਦਾ ਆ, ਪਰ ਮੈਂ ਕਹਿੰਦੀ ਵੀ ਸਭ ਤੋਂ ਵੱਡਾ ਐਕਸਪੀਰੀਅੰਸ ਮੇਰਾ ਹੈਗਾ ਆ ਜਿਹੜਾ ਮੈਂ ਸਿੱਖਿਆ ਆ ਬੱਚਿਆਂ ਕੋਲੋਂ ਕਲਾਸਰੂਮ ਦੇ ਵਿੱਚ ਬੈਠ ਕੇ। ਉਹ ਹੈਗਾ ਆ ਵੀ ਕਿੱਦਾਂ ਲੋਕਾਂ ਨੂੰ ਜੋੜਨਾ, ਕਿੱਦਾਂ ਉਹਨਾਂ ਦੇ ਵਿੱਚੋਂ ਬੈਸਟ ਬਾਹਰ ਲੈ ਕੇ ਆਉਣਾ, ਕਿੱਦਾਂ ਸਾਰਿਆਂ ਨੂੰ ਇੱਕ ਪੇਜ ਤੇ ਲੈ ਕੇ ਜਾਣਾ। ਇਹ ਹਰੇਕ ਦੀ ਗੱਲ ਸੁਣਨੀ। 2 ਸਾਲ ਤਿਆਰ ਹੋਣ ਨੂੰ ਨਹੀਂ ਲੱਗਦੇ, 2 ਸਾਲ ਉਹਨਾਂ ਨੂੰ ਤਿਆਰ ਲੱਗਣਗੇ ਜਿਨ੍ਹਾਂ ਨੇ ਕਦੀ ਇਹ ਕੰਮ ਨਹੀਂ ਕੀਤੇ। MLA ਬਣੀ ਆ, ਪਹਿਲੇ ਦਿਨ ਤੋਂ ਕਾਇਮ ਸੀ, ਪਹਿਲੀ ਵਾਰੀ ਕੀਤਾ ਸੀ। MP ਪਹਿਲੇ ਦਿਨ ਤੋਂ ਕਾਇਮ ਸੀ, ਕੀਤਾ ਸੀ। ਟੀਚਰ ਦੀ ਪ੍ਰਧਾਨ ਬਣੀ ਆ, ਉਹ ਵੀ ਪਹਿਲੀ ਵਾਰੀ ਬਣੀ ਸੀਗੀ, ਉਹਦੇ ਤੇ ਵੀ ਕਾਇਮ ਰਹੇ। ਸੋ ਇਹ ਤੁਹਾਡੇ ਵਿੱਚ ਹੁੰਦਾ ਵੀ ਤੁਸੀਂ ਕਿਸ ਤਰ੍ਹਾਂ ਸਟੱਡੀ ਕਰੋਗੇ। ਪਰ ਜਿਹੜੀ ਮੇਰੀ ਇੱਕ ਸਲੇਟ ਆ ਕਾਉਂਸਲਰਸ ਦੀ, ਇਹ ਮੇਰੀ ਕਮਿਟਮੈਂਟ ਹੈਗੀ ਆ ਵੀ ਮੈਂ ਉਹਨਾਂ ਨੂੰ ਟ੍ਰੇਨਿੰਗ ਵੀ ਦੇਣੀ ਆ, ਬਾਹਰੋਂ ਵੀ ਲੈ ਕੇ ਆਵਾਂਗੇ ਐਕਸਪਰਟਸ। ਇਹ ਨਹੀਂ ਵੀ 6 ਮਹੀਨੇ ਬਾਅਦ ਇਲੈਕਸ਼ਨ ਤੋਂ ਤੀਸਰੇ ਦਿਨ ਸ਼ੁਰੂ ਹੋ ਜਾਣੀ ਆ ਜੇ ਅਸੀਂ ਜਿੱਤ ਗਏ, ਕਿਉਂਕਿ ਉਹ ਬਹੁਤ ਜ਼ਰੂਰਤ ਹੈਗੀ ਆ। ਤੇ ਨਾਲੇ ਜਿਹੜੇ ਸਾਰੇ ਕੈਂਡੀਡੇਟਸ ਖੜੇ ਆ ਉਹ ਵੀ ਡਾਈਵਰਸ ਐਕਸਪੀਰੀਅੰਸ ਲੈ ਕੇ ਆ ਰਹੇ ਆ, ਤੇ ਉਹਨਾਂ ਦੀ ਟੀਮ ਕਿੱਦਾਂ ਬਣਾਉਣੀ ਆ ਤੇ ਟੀਮ ਬਣ ਕੇ ਕਿੱਦਾਂ ਕੰਮ ਕਰਨਾ ਆ। ਮੈਂ ਇਹ ਨਹੀਂ ਕਹਿ ਰਹੀ ਵੀ ਜੇ ਅਸੀਂ ਜਿੱਤ ਗਏ ਮੈਜੋਰਿਟੀ ਵਿੱਚ ਵੀ ਜਿਹੜੇ ਕਾਉਂਸਲ ਸਾਡੇ ਨਾਲ ਨਹੀਂ ਉਹਨਾਂ ਨੂੰ ਨਹੀਂ ਟ੍ਰੇਨਿੰਗ ਦੇਣੀ। ਟ੍ਰੇਨਿੰਗ ਹਰ ਇੱਕ ਕਾਉਂਸਲਰ ਨੂੰ ਬਰਾਬਰ ਮਿਲੂਗੀ, ਕਿਉਂਕਿ ਟੀਮ ਤਦ ਹੀ ਬਣਦੀ ਆ। ਅੱਛਾ, ਇਹ ਕੀ ਸ਼ੋਰਟੀ ਹੈ ਬਈ ਜਦ ਤੁਸੀਂ ਦਫ਼ਤਰ ਦੇ ਵਿੱਚ ਜਾਓਗੇ ਉੱਥੇ VVIP ਕਲਚਰ ਹੋਏਗਾ ਨਹੀਂ, ਉੱਥੇ ਕਿਸੇ ਦੀ ਮਦਦ, ਕਿਸੇ ਦੇ ਖਿਲਾਫ, ਇਹਦਾ ਕੀ ਵਾਅਦਾ ਹੈ? ਇਹ ਮੇਰੀ ਕਮਿਟਮੈਂਟ ਹੈਗੀ ਆ ਟੂ ਫਿਕਸ ਸਿਟੀ ਹਾਲ, ਟੂ ਪੁੱਟ ਇਨ ਸਿਸਟਮਸ, ਮੇਕ ਸਿਸਟੈਮਿਕ ਚੇਂਜਸ that need to be made so that ਜਿਹੜਾ ਸਰੀ ਆ ਉਹ ਅਸੂਲਾਂ ਤੇ ਚੱਲੂਗਾ, ਪ੍ਰਿੰਸੀਪਲਸ ਤੇ ਚੱਲੂਗਾ ਤੇ ਪਾਲਿਸੀ ਤੇ ਚੱਲੂਗਾ। ਲੋਕਾਂ ਨੂੰ ਫਿਰ ਵੀ ਹੱਕ ਹੋਣਗੇ to make their complaints, but all complaints will be dealt with in a very structured way, informally. ਇਹ ਨਹੀਂ ਵੀ ਲੋਕਾਂ ਦੀ ਅਸੀਂ ਸੁਣਨੀ ਨਹੀਂ, ਸੁਣਾਂਗੇ, ਬਟ ਇਹ ਆ ਵੀ ਮਗਰੋਂ ਜਾ ਕੇ ਕਿਤੇ ਉਂਗਲੀ ਨਹੀਂ ਲਾਉਣੀ ਵੀ ਆਹ ਫਾਈਲ ਥੱਲੇ ਕਰ ਦਿਓ, ਆਹ ਫਾਈਲ ਮੋਹਰੇ ਕਰ ਦਿਓ। ਦੇਖੋ, ਮੈਂ ਦੇਖਿਆ ਲਾਈਫ ਦੇ ਵਿੱਚ ਬੇਸ਼ੱਕ ਤੁਸੀਂ ਬੱਚਿਆਂ ਨਾਲ ਕੰਮ ਕਰਦੇ ਆ, ਬੇਸ਼ੱਕ ਤੁਸੀਂ ਆਰਗੇਨਾਈਜੇਸ਼ਨ ਨਾਲ, ਬੇਸ਼ੱਕ MLA ਜਾਂ MP ਦੇ ਨਾਲ। ਜਦੋਂ ਮੈਂ ਜਿੱਤ ਗਈ ਸੀਗੀ, ਯੂਰ ਐਵਰੀਬਾਡੀਜ਼ MLA, ਯੂਰ ਐਵਰੀਬਾਡੀਜ਼ MP, ਇਸ ਤਰ੍ਹਾਂ ਹੀ ਕੰਮ ਕੀਤਾ। ਕੋਈ ਨਹੀਂ ਕਹਿ ਸਕਦਾ ਵੀ ਕਈ ਆਉਂਦੇ ਜੇ ਤੁਹਾਡੇ ਤੁਹਾਨੂੰ ਵੋਟ, that doesn't matter, ਤੁਸੀਂ ਮੇਰੇ ਕੰਸਟੀਚੂਐਂਟਸ ਆ, I am your MLA, and ਬਰਾਬਰ ਕੰਮ ਹੋਊਗਾ। ਪਰ ਆ ਜਿਹੜੀ ਸਰੀ ਦੇ ਵਿੱਚ ਸਿਸਟਮ ਅੰਦਰੋਂ ਵੀ ਚੇਂਜ ਕਰਨੀ ਪੈਣੀ ਆ, ਸਟਰਕਚਰਲੀ ਆਈ ਥਿੰਕ ਇਟਸ ਬ੍ਰੋਕਨ ਐਜ਼ ਵੈਲ, ਕਰਕੇ ਸਿਸਟਮ ਐਸੀ ਹੋਣੀ ਚਾਹੀਦੀ ਆ where the politicians make the decision, set the policy, and then you make sure you have a bureaucracy and you have oversight over your bureaucracy to make sure they implement. ਅੱਛਾ, ਹੁਣ ਉਹ ਪੁਲਿਸ ਵਾਲੇ ਤੇ ਆਈਏ ਜਿੱਥੋਂ ਤੋਂ ਸ਼ੁਰੂ ਕੀਤੀ ਸੀ। ਬਹੁਤ ਵੱਡਾ ਇਹ ਇਸ਼ੂ ਹੈ ਤੇ ਇੱਥੇ ਬਹੁਤ ਵੱਡੀ ਇਹਦੇ ਤੇ ਡਿਬੇਟ ਹੋਣੀ ਆ, RCMP ਵਰਸਸ ਸਰੀ ਪੁਲਿਸ ਡਿਪਾਰਟਮੈਂਟ। ਤੁਸੀਂ ਕਿੱਥੇ ਸਟੈਂਡ ਕਰਦੇ? ਸਭ ਤੋਂ ਪਹਿਲਾਂ ਜਿਸ ਤਰ੍ਹਾਂ ਮੈਂ ਕਿਹਾ ਸੀਗਾ ਵੀ ਜਿਹੜਾ ਆਮ ਇਨਸਾਨ ਆ ਉਹਨੂੰ ਤਾਂ ਇੱਕੋ ਹੀ ਚੀਜ਼ ਦੀ ਲੋੜ ਆ, ਸੇਫਟੀ ਐਂਡ ਸਿਕਿਉਰਿਟੀ, ਬੈਸਟ ਵੈਲਿਊ ਫॉर ਦ ਡਾਲਰ ਜੀ, ਰਾਈਟ, ਉਹੀ ਚਾਹੁੰਦੇ ਆ। ਪਰ ਸਰੀ ਦੇ ਵਿੱਚ ਜਦੋਂ ਸਰੀ ਪੁਲਿਸ ਦੀ ਗੱਲ ਉੱਠੀ ਸੀਗੀ, ਉਦੋਂ ਕਾਫੀ ਵੱਡੀ ਆਵਾਜ਼ ਸੀਗੀ ਵੀ ਸਾਨੂੰ ਸਰੀ ਪੁਲਿਸ ਚਾਹੀਦੀ ਆ। ਪਰ ਜਿਸ ਤਰੀਕੇ ਦੇ ਨਾਲ ਉਹ ਇੰਪਲੀਮੈਂਟ ਕੀਤੀ ਗਈ ਆ ਪਿਛਲੇ 4 ਸਾਲਾਂ ਦੇ ਵਿੱਚ, ਉਸ ਨੇ ਬਹੁਤ ਹੀ ਵੱਡੀ ਡੈਮੇਜ ਸਰੀ ਨੂੰ ਕਰ ਦਿੱਤੀ ਆ। ਇਹ ਇਸ਼ੂ ਹੁਣ ਪੋਲਰਾਈਜ਼ਡ ਇਸ਼ੂ ਹੋ ਗਿਆ ਆ, 2 ਝੰਡੇ ਹੋ ਗਏ ਆ, ਇੱਕ ਚਿੱਟਾ ਤੇ ਇੱਕ ਲਾਲ। ਇੱਕ ਕਹਿੰਦੇ ਜੋ ਮਰਜ਼ੀ ਹੋਵੇ RCMP, ਦੂਸਰਾ ਗਰੁੱਪ ਕਹਿੰਦਾ ਆ ਜੋ ਮਰਜ਼ੀ ਹੋਵੇ ਸਰੀ ਪੁਲਿਸ। ਪਰ ਸਭ ਤੋਂ ਖਤਰਨਾਕ ਇਹਦੇ ਵਿੱਚ ਇਹ ਗੱਲ ਆ, ਇਹਦੇ ਵਿੱਚ ਹੁਣ ਮੰਨਿਆ ਗਿਆ ਆ ਵੀ ਬਾਹਰ ਆਮ ਲੋਕ ਸੋਚਦੇ ਆ ਵੀ ਜਿਹੜੇ ਇਟਸ ਬੀਇੰਗ ਟਰਨਡ ਇਨਟੂ ਅ ਬਰਾਊਨ ਐਂਡ ਵਾਈਟ ਇਸ਼ੂ, ਵੀ ਇਹ
ਜਦੋਂ ਤੁਸੀਂ ਗੱਲ ਕਰੋ ਵੀ ਇਹ ਸਾਰੇ ਆਪਣੇ ਹੀ ਚਾਹੁੰਦੇ ਆ, ਪਰ ਜਿਹੜੀ ਵਰਡ ਆਪਣੀ ਪੁਲਿਸ ਆ ਸਾਡੇ ਬੱਚਿਆਂ ਦੇ ਮਨ ਵਿੱਚ ਵੀ ਪੈ ਗਈ ਆ ਵੀ ਉਹ ਅਸੀਂ ਸਿਰਫ ਬਰਾਊਨ ਪੁਲਿਸ ਦੀ ਗੱਲ ਕਰ ਰਹੇ ਆ। ਸਰੀ ਪੁਲਿਸ ਡਿਪਾਰਟਮੈਂਟ ਜਾਂ ਸੱਚ ਤਾਂ ਹੈ ਨਹੀਂ ਇਹ ਨਹੀਂ ਗਾ ਸੱਚ। ਸੋ ਮੈਂ ਇਸ ਕਰਕੇ ਕਹਿੰਦੀ ਜਿਹੜੀ ਮੈਥੋਲੋਜੀ ਦੋਨਾਂ ਸਾਈਡ ਨੇ ਇੱਕ ਦੂਸਰੇ ਦੇ ਅਗੇਂਸਟ ਬਣਾ ਲਈ ਆ ਨਾ, ਉਹ ਇਸ ਵਕਤ ਕੋਈ ਸੋਲੂਸ਼ਨ ਤੱਕ ਜਾਂਦੀ ਨਹੀਂ, ਕਿਉਂਕਿ ਉਹ ਦੋਨੋਂ ਹੀ ਆੜੇ ਇਸ ਤਰ੍ਹਾਂ ਅੜ ਕੇ ਖੜੇ ਹੋ ਗਏ ਆ। ਮੈਂ ਕਹਿ ਰਹੀ ਹਾਂ ਇਸ ਵਕਤ ਵੀ ਜਿਹੜਾ ਵੀ ਕੋਈ ਵੀ ਇਨਸਾਨ ਹੈਗਾ ਆ ਉਹ ਇਹ ਸੋਚਦਾ ਵੀ ਡਿਬੇਟ ਹੋਣੀ ਚਾਹੀਦੀ ਸੇਫਟੀ ਐਂਡ ਸਿਕਿਉਰਿਟੀ, ਬੈਸਟ ਵੈਲਿਊ ਫॉर ਡਾਲਰ, ਨਾਟ ਔਨ ਕਿਹੜੀ ਯੂਨੀਫਾਰਮ ਪਾਉਣੀ ਤੇ ਔਨ ਕਿਹੜੇ ਰੰਗ ਦੀ ਕਾਰ ਚਲਾਉਣੀ ਆ। ਇਸ ਲਈ ਤੁਹਾਨੂੰ ਚਾਹੀਦਾ ਹੁੰਦਾ ਡੇਟਾ ਐਂਡ ਇਨਫੋਰਮੇਸ਼ਨ, ਜਿਹੜਾ ਇੰਨਾ ਮਰਕੀ ਹੋਇਆ ਆ ਨਾ, ਜਿੱਦਾਂ ਤੁਸੀਂ ਕਹਿੰਦੇ ਹੋ ਜਦੋਂ ਤੁਸੀਂ ਆਲੂ ਉਬਾਲ ਲੈਂਦੇ ਆ ਨਾ ਤੇ ਪਾਣੀ ਪਹਿਲਾਂ ਸਾਫ਼ ਹੁੰਦਾ ਆ, ਜਦੋਂ ਆਲੂ ਥੋੜਾ ਚਿਰ ਜ਼ਿਆਦਾ ਉਬਲ ਜਾਣ ਉਹ ਪਾਣੀ ਜਿੱਦਾਂ ਵੀ ਧੁੰਦਲਾ ਜਿਹਾ ਹੋ ਜਾਂਦਾ ਆ। ਬਿਲਕੁਲ। ਜਿਹੜੀ ਅੱਜ ਤੱਕ ਟ੍ਰਾਂਜੀਸ਼ਨ ਹੋਈ ਆ ਉਹ ਇੰਨੀ ਧੁੰਦਲੀ ਆ, ਉਹਦੀ ਜਿਹੜੀ ਬਜਟ ਪਿੱਛੇ ਆ ਉਹ ਇੰਨੀ ਧੁੰਦਲੀ ਆ। ਹਰ ਇੱਕ ਕੈਂਡੀਡੇਟ ਕਹਿੰਦਾ ਆ ਸੇਵਾ ਕਰੰਟ ਮੈਂ ਵੀ ਸਾਨੂੰ ਪਤਾ ਹੀ ਨਹੀਂ ਖਰਚ ਕਿੰਨਾ ਹੋਇਆ ਆ, ਵੀ ਗਾਂ ਕਿੰਨਾ ਖਰਚ ਹੋਣਾ ਆ। ਸੋ ਮੈਂ ਕਹਿੰਦੀ ਆ ਵੀ ਵਕਤ ਆ ਗਿਆ ਆ ਫੋਰ ਅ ਡਿਸਕਸ਼ਨ ਔਨ safety and security, they get all the facts on the table, and then based on data and facts make the best decision for Surrey. ਇਹ ਨਹੀਂ ਆ ਝੰਡਾ ਬਿਲਕੁਲ ਸਹੀ ਆ ਝੰਡਾ ਬਿਲਕੁਲ ਗਲਤ ਆ, ਦੋਨਾਂ ਦੇ ਵਿੱਚ kernel of truth ਹੈਗੇ ਆ। ਇਹ ਹੁਣ ਕਰਨਾ ਆ ਵੀ ਉਹ ਜਿੰਨਾ ਚਿਰ ਆਪਣੇ ਕੋਲ ਡੇਟਾ ਨਹੀਂ ਹੁੰਦਾ, ਇਹ ਮੈਂ ਬੱਚਿਆਂ ਨੂੰ ਵੀ ਸਿਖਾ ਲਿਆ, ਜਿੰਨਾ ਚਿਰ ਤੁਹਾਡੇ ਕੋਲ ਇਨਫੋਰਮੇਸ਼ਨ ਹੈ ਨਹੀਂ, ਤੁਸੀਂ ਜੇ ਕੋਈ ਪੋਜੀਸ਼ਨ ਲੈਣੇ ਉਹ ਤਾਂ ਹਵਾ ਦੇ ਵਿੱਚ ਇਦਾਂ ਹੱਥ ਮਾਰਨ ਦੀ ਗੱਲ ਹੁੰਦੀ ਆ। ਇਸ ਦੇ ਲਈ ਡੇਟਾ ਇਜ਼ ਐਬਸੋਲੂਟਲੀ essential. Based on data and after consultation with people and at the table, at the council, a decision has to be made that gives us the best security and safety and for the best value for our dollar. ਕਈ ਲੋਕਾਂ ਨੂੰ ਮੈਂ ਵੀ ਕਹਿੰਦੇ ਸੁਣਿਆ ਸਾਨੂੰ ਨਹੀਂ ਪਰਵਾਹ ਜਿੰਨਾ ਮਰਜ਼ੀ ਪੈਸਾ ਲੱਗ ਜਵੇ, ਦੋਨੋਂ ਪਾਸੇ। ਮੈਂ ਦੋਨਾਂ ਨੂੰ ਕਹਿੰਦੀ ਆ ਐਂਡ ਤੇ ਜਾ ਕੇ ਕਿਹਨੇ ਪੇ ਕਰਨਾ? taxpayer has to pay. taxpayer ਬੇਵਕੂਫ ਨਹੀਂ, taxpayer wants best value for the dollar. ਉਹ ਇਹ ਨਹੀਂ ਕਹਿੰਦੇ the cheapest value. ਉਹਨਾਂ ਨੂੰ ਸੇਫਟੀ ਸਿਕਿਉਰਿਟੀ ਬਹੁਤ ਇੰਪੋਰਟੈਂਟ ਹੈਗੀ ਆ, ਬੈਸਟ ਵੈਲਿਊ ਫॉर ਬੈਸਟ ਡਾਲਰ। ਉਸ ਚੁਣਨ ਨੂੰ ਵੀ ਕਿਹੜੇ ਰਸਤੇ ਜਾਣਾ ਹੈਗਾ, ਉਹਦੇ ਲਈ ਇਨਫੋਰਮੇਸ਼ਨ ਚਾਹੀਦਾ ਜਿਹੜਾ ਸਾਡੀ ਟੀਮ ਗੈਦਰ ਕਰ ਰਹੀ ਆ। ਉਹਦੇ ਮੋਹਰੇ ਬਹੁਤ ਪਾਬੰਦੀਆਂ ਆ ਰਹੀਆਂ ਆ, ਬਟ ਵੀ ਨੀਡ ਦੀ ਇਨਫੋਰਮੇਸ਼ਨ। ਸੋ ਇਨਫੋਰਮੇਸ਼ਨ ਤੋਂ ਬਾਅਦ ਫਿਰ ਕਲੀਅਰ ਹੋਵੋਗੇ ਵੀ ਕਿੱਥੇ ਖੜਨਾ। ਬਿਲਕੁਲ। ਦੇਖੋ ਮੇਰੇ ਲਈ ਮੇਰੀ ਕਲੈਰਿਟੀ ਬਹੁਤ ਹੀ ਸਾਫ਼ ਆ। ਆਈ ਐਮ ਫॉर ਸੇਫਟੀ ਐਂਡ ਸਿਕਿਉਰਿਟੀ, ਬੈਸਟ ਵੈਲਿਊ ਫॉर ਡਾਲਰ। ਹੁਣ ਜਦੋਂ ਸਰੀ ਪੁਲਿਸ ਨਾਲ ਮਿਲਦੀ ਆ ਉਹ ਆ ਗੱਲ ਕਹਿੰਦੇ ਆ, RCMP ਨਾਲ ਮਿਲੀ ਆ, ਦੋਨਾਂ ਨਾਲ ਦੋ ਵਾਰੀ ਮਿਲ ਹਟੀਆਂ, ਉਹ ਆ ਗੱਲ ਕਹਿੰਦੇ ਆ। ਪਰ ਐਂਡ ਤੇ ਜਾ ਕੇ ਇਸ ਤਰ੍ਹਾਂ ਲੱਗਦਾ ਵੀ ਉਹ ਦੋ ਦੁਨੀਆ ਵਿੱਚ ਰਹਿੰਦੇ ਆ, ਡਿਫਰੈਂਟ ਦੁਨੀਆ ਦੇ ਵਿੱਚ। ਹੁਣ ਤੁਸੀਂ ਹੀਟਡ ਆਰਗੂਮੈਂਟਸ ਦੇਖ ਲਓ ਸੋਸ਼ਲ ਮੀਡੀਆ ਦੇ ਵਿੱਚ, ਜਿਹੜੇ ਖੀਪਤੇ RCMP ਪੀਪਲ ਆ, ਸਾਰੇ ਨਹੀਂ ਬਹੁਤ ਜ਼ਿਆਦਾ ਪਰ ਥੋੜੇ ਜਿਹੜੇ ਹੈਗੇ ਆ, ਗੁੱਸਾ ਬਹੁਤ, ਉਹ ਤਾਂ ਰੇਸਿਸਟ ਐਂਗਰ ਸੋ ਵਿੱਚ ਉਹਨਾਂ ਦੇ ਬਾਹਰ ਉਗਲਦਾ ਆ। ਪਰ ਉਹ ਹੀ ਕੁਛ ਇਨਕਰੇਜ ਹੋ ਰਿਹਾ ਆ ਇੱਧਰਲੇ ਪਾਸੇ ਵੀ। ਇਹ ਜਿਹੜੇ ਸਰੀ ਪੁਲਿਸ ਵਿੱਚ ਭਰਤੀ ਹੋਏ ਆ ਜਾਂ ਜਿਹੜੇ RCMP ਵਾਲੇ ਆ, ਦੋਨਾਂ ਗਰੁੱਪਾਂ ਲਈ ਆਈ ਹੈਵ ਅਟਮੋਸਟ ਰਿਸਪੈਕਟ। ਬਿਲਕੁਲ ਠੀਕ, ਨੋ ਕ੍ਰਿਟਿਸਿਜ਼ਮ। ਇਹ ਉਹਨਾਂ ਦਾ ਕਸੂਰ ਨਹੀਂ, ਇਹ ਕਸੂਰ ਹੈਗਾ ਮੇਅਰ ਐਂਡ ਕਾਉਂਸਲ ਦਾ, ਜਿਹੜੇ ਪਹਿਲਾਂ ਇੱਕ ਜੁੱਟ ਬਣ ਕੇ ਵੋਟ ਪਾਈ ਵੀ ਆ ਹੋਣਾ ਚਾਹੀਦਾ ਆ, ਇੱਕ ਰਸਤੇ ਤੁਰ ਪਏ, ਫਿਰ ਗਾਂ ਦੋ ਟੀਮਾਂ ਬਣਾ ਕੇ ਇਹ ਨਹੀਂ ਸੋਚਿਆ ਵੀ ਇੱਕ ਦੂਸਰੇ ਨਾਲ ਬੈਠ ਕੇ ਗੱਲ ਕਰੀਏ, ਸਮਝੌਤਾ ਟੋਲੀਏ। ਉਹ ਇੱਕ ਦੂਸਰੇ ਤੇ ਤੀਰ ਚਲਾਉਣ ਨੂੰ, ਆ ਡਿਵੀਜ਼ਨ ਕਰਾਉਣ ਨੂੰ ਫॉर ਇਲੈਕਸ਼ਨ ਪਰਪਸਿਸ ਉਹਨਾਂ ਨੇ ਸਾਡੀ ਕਮਿਊਨਿਟੀ ਨੂੰ ਪਾੜ ਦਿੱਤਾ ਆ। ਅਸੀਂ ਨਹੀਂ ਡਿਵਾਈਡ ਹੋਣਾ, ਅਸੀਂ ਜੁੜਨਾ ਆ। ਜੁੜਨਾ ਸਾਡੀ ਕਮਿਊਨਿਟੀ ਲਈ ਠੀਕ ਆ, ਸਾਡੇ ਬੱਚਿਆਂ ਲਈ ਠੀਕ ਆ, ਬੇਸ਼ੱਕ ਦੀ ਉਹ ਕੌਕੇਸ਼ੀਅਨ ਆ, ਬੇਸ਼ੱਕ ਦੀ ਉਹ ਸਾਊਥ ਏਸ਼ੀਅਨ ਆ, ਬੇਸ਼ੱਕ ਦੀ ਉਹ ਫਿਲੀਪੀਨੋ ਆ। ਇਸ ਦੇਸ਼ ਨੇ ਸਾਨੂੰ ਮਲਟੀ ਕਲਚਰਲਿਜ਼ਮ ਦਿੱਤਾ ਆ। ਅਸੀਂ ਇੱਥੇ ਆਪਣਾ ਹੱਕ, ਆਪਣਾ ਪਹਿਨਾਵਾ, ਆਪਣੇ ਕਸਟਮਸ, ਆਪਣਾ ਰਿਲੀਜਨ ਸਭ ਕੁਝ ਰੱਖ ਸਕਦੇ ਹਾਂ ਜੀ। ਪਰ ਸਾਨੂੰ ਰਿਸਪੈਕਟ ਫੇਰ ਮਿਲਣੀ ਆ ਜੇ ਅਸੀਂ ਸਾਰੀ ਕਮਿਊਨਿਟੀ ਦਾ ਸੋਚੀਏ, ਇੱਕ ਦੂਸਰੇ ਦੀ ਗੱਲਬਾਤ ਸੁਣੀਏ। ਇਸ ਵਕਤ ਹੁਣ ਦੋ ਟੀਮਾਂ ਤਾਂ ਕਹਿ ਰਹੀਆਂ ਸੱਚ ਨੇ ਜੀ, ਬਿਲਕੁਲ ਬਾਹਰ ਗੱਲ ਆ, ਬਹੁਤ ਫ੍ਰਿਕਸ਼ਨ ਆ। ਇਹ ਤੇ ਲਈ ਮੈਨੂੰ ਡਰ ਲੱਗਦਾ ਆ
ਰਾਈਟ। ਮੈਂ ਦੇਖੋ ਮੈਂ ਬਹੁਤ ਸਾਲ ਹਾਲੇ ਵੀ ਮੈਂ ਦੋਨਾਂ ਕਮਿਊਨਿਟੀਆਂ ਵਿੱਚ ਬਿਲਕੁਲ ਹਰੇਕ ਕਮਿਊਨਿਟੀ ਵਿੱਚ ਫ੍ਰੀਲੀ ਮੂਵ ਕਰਦੀ ਹਾਂ, ਫ੍ਰੀਲੀ ਮੈਂ ਗੱਲ ਵੀ ਕਰ ਸਕਦੀ ਹਾਂ ਤੇ ਲੋਕ ਵੀ ਮੇਰੇ ਨਾਲ ਫ੍ਰੀਲੀ ਗੱਲ ਕਰਦੇ ਆ। ਜੀ ਜੀ। ਉਹ ਜਿਹੜੀ ਤੁਹਾਡੀ ਕਮਿਊਨੀਕੇਸ਼ਨ ਹੁੰਦੀ ਆ ਨਾ, ਇਸ ਵਕਤ ਸਰੀ ਨੂੰ ਐਸੇ ਇਨਸਾਨ ਦੀ ਲੋੜ ਹੈਗੀ ਆ ਜਿਹਦੇ ਵਿੱਚ ਹਿੰਮਤ ਹੋਵੇ ਲੜਨ ਲਈ ਸਰੀ ਲਈ, ਤੇ ਜਿਹਦੇ ਵਿੱਚ ਹਿੰਮਤ ਹੋਵੇ ਸਫਾਈ ਕਰਨ ਲਈ, ਤੇ ਜਿਹਦੇ ਵਿੱਚ ਹਿੰਮਤ ਹੋਵੇ ਲੋਕਾਂ ਨੂੰ ਜੋੜਨ ਲਈ ਤੇ ਗਾਂ ਸਰੀ ਨੂੰ ਨੈਕਸਟ ਸਟੇਜ ਤੇ ਲੈ ਕੇ ਜਾਣ ਲਈ। ਅਸੀਂ ਇੰਨਾ ਵੱਡਾ ਸ਼ਹਿਰ ਬਣ ਜਾਣਾ, ਵੀ ਹੈਵ ਦ ਪੋਟੈਂਸ਼ੀਅਲ to be the next Silicon Valley. We can have manufacturing. We don't have to be happy with warehouse jobs. We have the skills. ਸਾਡੇ ਕੋਲ talent ਇੱਥੇ ਹੈਗੀ ਆ, ਸਾਡੇ ਕੋਲ investment ਇੱਥੇ ਅਸੀਂ ਲਿਆ ਸਕਦੇ ਹਾਂ, good kind of investment ਆ ਵੀ ਰਹੀ ਆ, ਸਾਡੇ ਕੋਲ experience ਹੈਗਾ ਆ, ਸਾਡੇ ਕੋਲ diasporas from the Philippines, from here, from Pakistan, from India, from Europe ਬਹੁਤ ਵੱਡਾ ਬੈਠਾ ਆ। ਜੇ ਅਸੀਂ ਸਾਰੇ ਰਲ ਮਿਲ ਕੇ ਸਰੀ ਦਾ ਸੋਚੀਏ, ਸਰੀ ਨੂੰ ਗਾਂ ਕਿੱਥੇ ਲੈ ਕੇ ਜਾਣਾ ਆ, ਇਸ ਹਿਸਾਬ ਦੇ ਨਾਲ ਮੈਂ ਕਹੂੰਗੀ ਇਸ ਵਕਤ I'm going to say to people, please do your homework and then vote for Ginny Sims, because I believe ਮੇਰੇ ਵਿੱਚ ਹੈਗਾ ਆ ਵੀ ਇਹ ਮੇਰੇ ਵਿੱਚ ਹਿੰਮਤ ਵੀ ਹੈਗੀ ਆ, ਐਕਸਪੀਰੀਅੰਸ ਵੀ ਹੈਗਾ ਆ, ਤੇ ਗਾਂ ਤਾਕਤ ਵੀ ਹੈਗੀ ਆ ਹਰੇਕ ਨਾਲ ਲੜਨ ਲਈ ਵੀ ਤੇ ਸਮਝੌਤਾ ਕਰਨ ਲਈ ਵੀ। ਇਹ ਦੋਨੋਂ ਚੀਜ਼ਾਂ ਚਾਹੀਦੀਆਂ ਆ, ਜ਼ਰੂਰੀ ਨੇ। ਜੇ ਤੁਹਾਡੇ ਕੋਲ ਸਿਰਫ ਲੜਨ ਲਈ ਆ ਫਿਰ ਤੁਸੀਂ ਗਾਂ ਕੁਝ ਗੇਨ ਨਹੀਂ ਕਰ ਸਕਦੇ। ਟੀਚਰਸ ਨੇ ਬਹੁਤ ਕੁਝ ਗੇਨ ਕੀਤਾ ਜਦੋਂ ਮੈਂ ਪ੍ਰਧਾਨ ਸੀ ਜੀ। ਟੀਚਰਸ ਨੇ ਨਹੀਂ, ਪੈਰੈਂਟਸ ਨੇ ਵੀ, ਬੱਚਿਆਂ ਨੇ ਵੀ। ਜਦੋਂ ਮੈਂ MP ਰਹੀ ਹਾਂ, MLA ਰਹੀ ਹਾਂ, ਮੈਂ ਲੜੀ ਹਾਂ ਤੇ ਪਰ ਮੈਂ ਸਮਝੌਤੇ ਵੀ ਕੀਤੇ ਆ। ਇਸ ਵਕਤ ਇਸ ਤਰ੍ਹਾਂ ਦੇ ਇਨਸਾਨ ਦੀ ਲੋੜ ਆ। ਲਓ ਜੀ, ਅੱਜ ਲਈ ਸਮਾਂ ਇੰਨਾ ਹੀ। ਇੰਟਰੋਡਕਸ਼ਨ ਸੀ ਤੁਹਾਡਾ। ਮੈਂ ਕੀ ਤੁਹਾਡੇ ਮਨ 'ਚ ਇਹ ਹੈ ਆਉਣ ਵਾਲੇ ਸਮੇਂ 'ਚ, ਕਿਉਂਕਿ ਹਲੇ ਆਪਾਂ ਜੁਲਾਈ 'ਚ ਬੈਠੇ ਹਾਂ, ਹਲੇ ਆਪਣੇ ਕੋਲ 3 ਮਹੀਨੇ ਵੀ ਨੇ। ਹਾਂਜੀ। ਤੇ ਗੱਲਾਂ ਹੋਰ ਖੁੱਲਣਗੀਆਂ, ਪਿਕਚਰ ਕਲੀਅਰ ਹੋਊਗੀ। ਧੰਨਵਾਦ ਤੁਸੀਂ ਆਏ ਹੋ ਤੇ ਆਪਣੀ ਖੁੱਲ੍ਹ ਕੇ ਗੱਲ ਕੀਤੀ ਤੇ ਬੇਬਾਕੀ ਨਾਲ ਕੀਤੀ ਤੇ ਸੱਚ ਕੀਤੀ ਵੀ ਮੈਂ ਆਹ ਸੋਚਦੀ ਹਾਂ ਤੇ ਮੈਂ ਇੱਥੇ ਖੜਨਾ। ਤੇ ਮੇਰੇ ਖਿਆਲ ਇਸੇ ਤਰ੍ਹਾਂ ਦੀ ਹੁਣ ਪੋਲੀਟਿਕਸ ਦੀ ਲੋੜ ਆ ਵੀ ਡਬਲ ਗੱਲ ਨਾ ਕੀਤੀ ਜਾਵੇ, ਕਲੀਅਰ ਗੱਲ ਕੀਤੀ ਜਾਵੇ। ਮੇਰੇ ਆਹ ਸਟੈਂਡ ਨੇ, ਉਹਦੇ ਬਾਅਦ ਲੋਕਾਂ ਦੀ ਮਰਜ਼ੀ ਜਿਨ੍ਹਾਂ ਨੇ ਉਹਨਾਂ ਨੂੰ ਫਤਵਾ ਦਿੱਤਾ। ਬਿਲਕੁਲ। ਧੰਨਵਾਦ। ਧੰਨਵਾਦ ਜੀ। ਤੇ ਇੱਕ ਬੇਨਤੀ ਅੱਜ ਲੋਕਾਂ ਦੇ ਮੂਹਰੇ ਹੈਗੀ ਵੀ, ਕਹਿੰਦੇ ਬਹੁਤ ਗਰਮੀ ਹੋਣੀ ਆ ਤੇ ਆਪਣਾ ਵੀ ਧਿਆਨ ਰੱਖੋ ਤੇ ਆਪਣੇ ਪਰਿਵਾਰਕ ਮੈਂਬਰ ਦਾ, ਜਿਹੜਾ ਤੁਹਾਡੇ ਆਲੇ ਦੁਆਲੇ ਸੀਨੀਅਰਸ ਰਹਿੰਦੇ ਆ, ਉਹਨਾਂ ਵੱਲ ਵੀ ਧਿਆਨ ਰੱਖੋ ਜੀ। ਥੈਂਕ ਯੂ। ਬੈਸਟ ਵਿਸ਼ੇਸ। ਸਰੀ ਫਾਰਵਰਡ ਤੋਂ ਮੇਅਰ ਦੇ ਉਮੀਦਵਾਰ ਜਿਨੀ ਸਿਮਸ ਮੇਰੇ ਨਾਲ ਸੀ। ਅਗਲੀਆਂ ਜਿਹੜੀਆਂ ਇੰਟਰਵਿਊਜ਼ ਹੋਣਗੀਆਂ ਸਾਰਿਆਂ ਨੂੰ ਇਸ ਸ਼ੋਅ 'ਤੇ ਉਹਨਾਂ ਦਾ ਬਣਦਾ ਸਮਾਂ ਦਿੱਤਾ ਜਾਏਗਾ, ਸਵਾਲ ਪੁੱਛੇ ਜਾਣਗੇ, ਬਾਰੋ ਬਾਰੀ ਸਾਰੇ ਆਉਣਗੇ ਤੇ ਜਿੰਨੀ ਉਹਨਾਂ ਦੇ ਨੈਕਸਟ ਇੰਟਰਵਿਊ 'ਤੇ ਹੋਰ ਕਲੈਰਿਟੀ ਕਿ ਇਸ਼ੂਜ਼ ਕੀ ਨੇ, ਕਿੱਥੇ ਲੋਕ ਖੜੇ ਨੇ, ਡੇਟਾ ਕੀ ਹੈ ਤੇ ਕਿਹੜੇ ਇਹਨਾਂ ਦੀ ਟੀਮ ਦੇ ਵਿੱਚ ਮੈਂਬਰ ਨੇ ਜਿਹੜੇ ਕੌਂਸਲਰ ਨੇ, ਅਗਲੀ ਵਾਰ ਉਹ ਕਰਾਂਗੇ। ਥੈਂਕ ਯੂ। ਥੈਂਕ ਯੂ ਜੀ। ਇਹ ਸਨ ਜਿਨੀ ਸਿਮਸ। ਤੇ ਫੋਨ ਨੰਬਰ ਕੋਈ ਆਪਣਾ ਕੰਟੈਕਟ ਅਖੀਰ 'ਚ ਹਲੇ ਜਿਹੜਾ ਸੈਂਟਰਲਾਈਜ਼ ਫੋਨ ਨੰਬਰ ਮੈਂ ਤੁਹਾਨੂੰ ਦੇ ਦਊਂਗੀ। ਮੈਂ ਮੈਮੋਰਾਈਜ਼ ਨਹੀਂ ਕੀਤਾ ਹੈ ਤੇ ਇਸ ਕਰਕੇ ਮੈਂ ਕਹਿੰਦੀ ਹਾਂ। ਓਕੇ, ਥੈਂਕ ਯੂ। ਤੇ ਵਾਪਸ ਆਉਂਦੇ ਆ ਜੀ ਵਪਾਰਕ ਸੰਦੇਸ਼ਾਂ ਤੋਂ ਬਾਅਦ। This is CKSP, broadcasting on AM 600 Vancouver, proudly owned and operated by Sher-e-Punjab Radio Broadcasting Incorporated. ਜਿਨੀ ਸਿਮਸ ਉਹਨਾਂ ਨਾਲ ਮੈਂ ਗੱਲਬਾਤ ਕੀਤੀ ਹੈ ਜੀ। ਸਾਰੀਆਂ ਸਲੇਟਾਂ ਦੇ ਜਿੰਨੇ ਵੀ ਕੈਂਡੀਡੇਟ ਨੇ ਮੇਅਰ ਦੇ, ਉਹਨਾਂ ਨੂੰ ਬਾਰੋ ਬਾਰੀ, ਕਿਉਂਕਿ ਹਲੇ 3 ਮਹੀਨੇ ਪਹਿਲੇ ਹਲੇ ਦੂਰ ਆ, ਇਹੀ ਫਾਰਮੈਟ ਦੇ ਵਿੱਚ ਪਹਿਲੀ ਇੰਟਰਵਿਊ ਦੇ ਵਿੱਚ ਉਹਨਾਂ ਦਾ ਵਿਜ਼ਨ, ਉਹ ਕੀ ਗੱਲ ਕਰਨੀ ਚਾਹੁੰਦੇ ਨੇ, ਫਿਰ ਨੈਕਸਟ ਫੇਜ਼ ਦੇ ਵਿੱਚ ਜਿਹੜੀ ਕਿ ਤੁਹਾਡੇ ਕੀ ਸਵਾਲ ਨੇ ਐਨ ਪੁੱਛੇ ਜਾਣਗੇ। ਕਿਸੇ ਨਾਲ ਵੈਰ ਨਹੀਂ, ਕਿਸੇ ਨਾਲ ਤਿਉ ਨਹੀਂ, ਸਾਰਿਆਂ ਨੂੰ ਬਰਾਬਰ ਦਾ ਸਮਾਂ। ਮੈਂ ਆਪਣੇ ਸ਼ੋਅ ਦੀ ਗੱਲ ਕਰਦਾ ਅਤੇ ਨਾਲ ਹੀ ਮੈਨੇਜਮੈਂਟ ਵੱਲੋਂ ਵੀ ਸਾਰਿਆਂ ਨੂੰ, ਇਹ ਨਹੀਂ ਹੈ ਬਈ ਕਿਸੇ ਨੂੰ ਸਮਾਂ ਦੇਤਾ ਕਿਸੇ ਨੂੰ ਨਹੀਂ, ਸਾਰਿਆਂ ਨੂੰ ਸਮਾਂ ਹੋਏਗਾ। ਅਤੇ ਗਾਂ ਕੈਂਡੀਡੇਟ ਦੀ ਮਰਜ਼ੀ ਹੈ ਉਹਨੇ ਕਿਹੜੇ ਜਿਹੜਾ ਹੈ ਹੋਸਟ ਕੋਲ ਜਾਣਾ, ਇਹ ਵੀ ਬਹੁਤ ਜ਼ਰੂਰੀ ਹੈ। ਅਤੇ ਪਰ ਜੇ ਇਸ ਤਰ੍ਹਾਂ ਨਹੀਂ ਹੈ ਵੀ ਉਹ ਡਬਲ ਇੱਕ ਮੇਰੇ ਅਤੇ ਇੱਕ ਕਿਸੇ ਦੇ ਆ ਜਾਵੇ, ਉਹ ਸੇਮ ਹੀ। ਪਰ ਜਿਸ ਤਰ੍ਹਾਂ ਮੈਨੇਜਮੈਂਟ ਨੇ ਇਹੀ ਡਿਸਾਈਡ ਕੀਤਾ ਵੀ ਸਾਰਿਆਂ ਨੂੰ ਸਮਾਂ ਦਿੱਤਾ ਜਾਊਗਾ, ਪਰ ਉਹ ਆਪਣੇ ਪਸੰਦੀਦੇ ਹੋਸਟ ਕੋਲ ਕੋਈ ਵੀ ਜਾ ਸਕਦਾ।
ਕੱਲ੍ਹ ਸੁਖ ਧਾਲੀਵਾਲ ਉਹਨਾਂ ਨਾਲ, ਸਮੀਰ ਉਹਨਾਂ ਨੇ ਗੱਲ ਕੀਤੀ ਸੀ ਜਿੰਨੀ ਉਹਨਾਂ ਨੇ ਮੇਰੇ ਨਾਲ ਅੱਜ ਕੀਤੀ ਹੈ। ਅੱਗੇ ਮੇਅਰ ਮੈਕਲਮ ਨੇ ਆਉਣਾ ਹੈ, ਗੋਲਡੀ ਹੌਗ ਉਹਨਾਂ ਨੇ ਆਉਣਾ ਅਤੇ ਬਰਿੰਡਾ ਲੌਕ ਨੇ ਆਉਣਾ ਹੈ। ਉਹ ਆਪਣੀ ਮਰਜ਼ੀ ਦੇ ਕਿਸੇ ਵੀ ਹੋਸਟ ਨਾਲ ਗੱਲਬਾਤ ਕਰ ਸਕਦੇ, ਪਰ ਫਾਰਮੈਟ ਇਹੀ ਸਾਨੂੰ ਸੈਟਅਪ ਕੀਤਾ ਵੀ ਇੰਟਰੋਡਕਸ਼ਨ ਤੋਂ ਬਾਅਦ ਅਗਲੇ ਫੇਜ਼ਸ ਦੇ ਵਿੱਚ, ਕਿਉਂਕਿ ਹਲੇ ਸਮਾਂ ਰਹਿੰਦਾ, ਅਫੀਸ਼ੀਅਲ ਕੈਂਪੇਨ ਜਿਹੜੀ ਆ ਸ਼ੁਰੂ ਨਹੀਂ ਹੋਈ, ਸਵਾਲ ਜਿਹੜੇ ਨੇ ਬਿਲਕੁਲ ਐਨ ਠੋਕ ਕੇ ਪੁੱਛੇ ਜਾਣਗੇ। ਇਹ ਵੀ ਨਹੀਂ ਕੀਤਾ ਜਾਏਗਾ ਵੀ ਤੁਹਾਨੂੰ ਇਹ ਲੱਗੇ ਕਿਸੇ ਦਾ ਫਾਇਦਾ ਹੋ ਰਿਹਾ, ਕਿਸੇ ਦਾ ਨੁਕਸਾਨ। ਇਸ ਤਰ੍ਹਾਂ ਨਹੀਂ, ਅਸੀਂ ਆਪਣਾ ਧਰਮ ਜਿਹੜਾ ਉਹ ਪੂਰਾ ਨਿਭਾਉਣਾ ਹੈ। ਪੂਰੀ ਗੱਲਬਾਤ ਹੋਏਗੀ ਉਹਨਾਂ ਦੇ ਪੁਰਾਣਾ ਸਮੇਂ ਦੇ ਵਿੱਚ ਉਹਨਾਂ ਨੇ ਕੀ ਕਿਹਾ, ਹੁਣ ਕੀ ਕਹਿੰਦੇ ਨੇ। ਰਾਜਨੀਤੀ ਜਿਹੜਾ ਸਵਾਲ ਤੁਹਾਡਾ ਸਭ ਤੋਂ ਵੱਡਾ ਸੀ ਕਿ ਇਹ ਜਿਹੜੇ MP MLA ਨੇ, ਇਹ ਜਿਹੜੇ ਨੇ ਉਹ ਜਦ ਇਸ ਆਪਣੇ ਰੇਸ ਦੇ ਵਿੱਚ ਕੁੱਦਣ ਤਾਂ ਉਹ ਰਿਜ਼ਾਈਨ ਕਰਕੇ ਆਉਣ। ਇਹ ਕਮਿਊਨਿਟੀ ਦੇ ਵਿੱਚ ਉਹ ਸਭ ਤੋਂ ਪਹਿਲਾਂ ਜਿੰਨੀ ਉਹਨਾਂ ਨੇ ਆਪਣਾ ਹੀ ਆਪ ਕਲੀਅਰ ਕੀਤਾ ਵੀ ਮੈਂ ਵਿਦਆਊਟ ਪੇ ਕੰਮ ਕਰ ਰਹੀ ਹਾਂ, ਮੈਂ ਸੈਲਰੀ ਨਹੀਂ ਬਿਲਕੁਲ ਲੈ ਰਹੀ। ਜਿਸ ਦਿਨ ਮੈਂ ਡਿਕਲੇਅਰ ਕੀਤਾ ਉਸ ਦਿਨ ਮੈਂ ਲੀਵ ਆਫ ਐਬਸੈਂਸ ਜਿਹੜੀ ਲੈ ਲਈ ਸੀ। ਖੈਰ ਜਸਟੀਫਿਕੇਸ਼ਨ ਹੈ ਇਹ ਇਸ ਗੱਲ ਦੀ, ਕਿਉਂਕਿ ਕਾਨੂੰਨ ਜਿਹੜਾ ਕਹਿੰਦਾ ਹੈ, ਕਾਨੂੰਨ ਇਹ ਮੰਗ ਨਹੀਂ ਕਰਦਾ ਕਿ ਜਿਹੜਾ ਪਹਿਲੇ ਅਹੁਦੇ ਤੋਂ ਕੋਈ ਅਸਤੀਫਾ ਦੇਵੇ, ਪਰ ਇਹ ਗੱਲ ਕਰਨੀ ਕਿ ਸਾਡੇ ਟੈਕਸ ਪੇਅਰਸ ਦੀ ਮਨੀ ਜਿਹੜੀ ਆ ਵੇਸਟ ਨਹੀਂ ਹੋ ਰਹੀ, ਨਾ ਦਫ਼ਤਰ ਦੇ ਵਿੱਚ ਨਾ ਉਹਨਾਂ ਨੂੰ ਤਨਖਾਹ, ਇਹ ਉਹਨਾਂ ਵੱਲੋਂ ਜਸਟੀਫਿਕੇਸ਼ਨ ਸੀ। ਬਾਕੀ ਸ਼ਹਿਰ ਜਿਹੜਾ ਇਸ ਜਗ੍ਹਾ 'ਤੇ ਬੈਠਾ, ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਇਸ 'ਚ ਕਰਨਾ ਚਾਹੁੰਦਾ, ਪਲੀਜ਼ ਇੱਕ ਤਾਂ ਇਸ ਇਲੈਕਸ਼ਨ ਨੂੰ ਆਪਾਂ ਪਾਟੋ ਧਾੜ 'ਚ ਨਹੀਂ ਲੈ ਕੇ ਜਾਣਾ, ਕਮਿਊਨਿਟੀ ਦਾ ਜਲੂਸ ਨਹੀਂ ਕਢਾਉਣਾ। ਪਹਿਲਾਂ ਹੀ ਸਾਡੇ ਬਾਰੇ ਉਹ ਅਲੱਗ ਤਰੀਕੇ ਨਾਲ ਸੋਚ ਰਹੇ ਨੇ ਲੋਕ ਜਿਨ੍ਹਾਂ 'ਚ ਆ ਕੇ ਆਪਾਂ ਵਸੇ ਹਾਂ, ਅਤੇ ਕਮਿਊਨਿਟੀ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਹਾਈ ਪ੍ਰੋਫਾਈਲ ਕਤਲ ਹੋਏ ਨੇ ਉਹਦਾ ਇੰਪੈਕਟ ਹੈ ਇਸ ਚੀਜ਼ 'ਤੇ। ਕਿਉਂਕਿ ਪਹਿਲਾਂ ਅਸੀਂ ਤਰੱਕੀ ਦੇ ਪਿੱਛੇ ਸੀ, ਪਰ ਹੁਣ ਤਰੱਕੀ ਤੋਂ ਬਾਅਦ ਅਸੀਂ ਲੜਨ ਵਾਲੀ ਗੱਲ ਆ। ਪਰ ਜਿਹੜਿਆਂ ਦੁੱਖਾਂ ਕਰਕੇ ਪਿਛਲਾ ਦੇਸ਼ ਛੱਡ ਕੇ ਆਏ ਆ, ਉਹ ਦੁੱਖ ਜਿਹੜੇ ਨੇ ਜੇ ਇੱਥੇ ਸਹੇੜ ਲਏ ਫਿਰ ਕਿੱਥੇ ਨੂੰ ਜਾਣਾ। ਆਪਣੇ ਕੋਲ ਤਾਂ 10-15 ਸਾਲ ਨੇ, ਅਗਲੀ ਪੀੜ੍ਹੀ ਨੇ ਉਹ ਚਿਹਰੇ ਮੋਹਰੇ ਨਾਲ ਕਿਵੇਂ ਜਿਉਣਾ। ਬਰਾਬਰਤਾ ਦੀ ਗੱਲ, ਸਰਬ ਸਾਂਝੀ ਬਾਲਤਾ ਦੀ ਗੱਲ, ਸਰਬੱਤ ਦੇ ਭਲੇ ਦੀ ਗੱਲ, ਉਹਦੇ 'ਤੇ ਜ਼ੋਰ ਦੇਣਾ ਆਪਾਂ। ਇਹ ਨਾ ਹੋਵੇ ਵੀ ਜਿਹੜੀ ਗੱਲ ਵੀ ਇੱਕ ਦੀ ਚੰਡੀਗੜ੍ਹ ਕਿਸੇ ਦੀ ਸੁਣੀ ਜਾਂਦੀ ਹੈ, ਦੂਜਾ ਲੋਕਲ ਤਹਿਸੀਲ 'ਚ ਨਹੀਂ ਸੁਣੀ ਜਾਂਦੀ। ਇਹਦਾ ਆਪਾਂ ਇਸ ਚੀਜ਼ ਤੋਂ ਆਪਾਂ ਖਿਆਲ ਰੱਖੀਏ, ਔਰ ਇਹਦੇ 'ਚ ਕਿਸੇ ਡਰ, ਕਿਸੇ ਭੈ ਤੋਂ, ਕਿਸੇ ਚੀਜ਼ ਤੋਂ ਇਹ ਨਹੀਂ ਸੋਚਣ ਦੀ ਲੋੜ ਵੀ ਮੈਂ ਆਹ ਕਹਿ ਤਾ ਮੇਰਾ ਆਹ ਹੋ ਜੂ, ਮੇਰਾ ਆਹ ਕਹਿ ਤਾ। ਕੁਛ ਨਹੀਂ ਹੋ ਸਕਦਾ, ਕੋਈ ਇੱਥੇ ਕੁਛ ਨਹੀਂ ਕਿਸੇ ਨੂੰ ਕਰ ਸਕਦਾ। ਆਪਣੇ ਮਨ ਦੀ ਰਾਏ ਬਣਾਉਣੀ ਹੈ। ਵੱਡੇ ਜਿਹੜੇ ਮੁੱਦੇ ਹੋਣਗੇ ਉਹਨਾਂ ਮੁੱਦਿਆਂ 'ਤੇ ਸਵਾਲ ਪੁੱਛਾਂਗੇ, ਫਿਰ ਅਸੀਂ ਆਪਣੇ ਵੱਲੋਂ ਸਭ ਕੁਝ ਤੁਹਾਨੂੰ ਪੇਸ਼ ਕਰਨਾ, ਫਿਰ ਤੁਸੀਂ ਆਪਣੀ ਰਾਏ ਬਣਾਉਣੀ ਹੈ ਵੀ ਮੇਰੀ ਵੋਟ ਦਾ ਹੱਕਦਾਰ ਕੌਣ। ਅਤੇ ਇਸ ਵਾਰ ਵੋਟ ਬਹੁਤ ਜ਼ਰੂਰੀ ਹੈ। ਜਿਹੜੀ ਜਗ੍ਹਾ 'ਤੇ ਤੁਹਾਡਾ ਸ਼ਹਿਰ ਖੜ੍ਹਾ ਆ ਕੇ ਇਸ ਨੂੰ ਮੂਵ ਫਾਰਵਰਡ ਕਰਨਾ ਹੈ ਜਾਂ ਪਿੱਛੇ ਨੂੰ ਮੋੜ ਕੇ ਲਿਆਉਣਾ, ਇਹ ਵੀ ਗੱਲ। ਜਿਹੜੀ ਸਲੇਟ ਜਿਹੜੀ ਡਿਵੈਲਪਮੈਂਟ ਦੇ ਹੱਕ 'ਚ ਨਹੀਂ, ਪ੍ਰੋ ਡਿਵੈਲਪਮੈਂਟ 'ਚ ਹੈ ਨਹੀਂ, ਜਾਂ ਚੱਲਦਾ ਕੰਮ ਜੇ ਕਿਸੇ ਨੇ ਰੋਕਣ ਦੀ ਗੱਲ ਹੋਈ, ਉਹ ਬਹੁਤ ਡੇਂਜਰਸ ਹੋਏਗੀ। ਇਸ ਸਪੌਟ 'ਤੇ ਇਸ ਨੂੰ ਇੱਕ ਖੜੋਤ ਹੈ ਜਿਹੜੀ ਉਹ ਸਾਡੇ ਸਿੱਧੀ ਘਰਾਂ ਨੂੰ ਇੰਪੈਕਟ ਕਰੇਗੀ। ਜਾਂ ਜੇ ਉਸ ਖੜੋਤ ਦੀ ਜਗ੍ਹਾ ਕੋਈ ਵਿਕਟਮ ਹੈ, ਕੋਈ 8-8, 10-10 ਸਾਲ ਕਿਤੇ ਕਿਸ਼ਤਾਂ ਦਿੰਦਾ ਮਰਦਾ ਦੂਰਾ ਹੋ ਗਿਆ, ਪਰ ਜਦ ਉਸ ਦਾ ਫਰੂਟ ਮਿਲਣ ਦੀ ਗੱਲ ਹੋਈ ਉਹਨੂੰ ਨਾ ਪਤਾ ਲੱਗਿਆ, ਅਤੇ ਅੰਦਰੋਂ ਜਿਹੜੇ ਠੱਗ ਨੇ ਉਹ ਜ਼ਮੀਨ ਕਿਸੇ ਦੀ ਲੈ ਕੇ ਆਓ ਗਏ। ਇਸ ਚੀਜ਼ ਦੀ ਇਹ ਕਿਤੇ ਕੰਸਲਟੇਸ਼ਨ ਕਿਸੇ ਜਗ੍ਹਾ ਦੀ NCP ਬਣਾਉਣ ਦੀ ਕਿਤੇ ਦਿਨਾਂ 'ਚ ਥੋੜ੍ਹਾ ਹੋ ਜਾਂਦੀ ਹੈ। ਪਹਿਲਾਂ ਕਮਿਊਨਿਟੀ ਨਾਲ ਗੱਲਾਂ ਹੁੰਦੀਆਂ ਨੇ, ਫਿਰ ਸਟਾਫ ਪਲੈਨਿੰਗ ਕਰਦਾ, ਸਟਾਫ ਡਿਵੈਲਪਮੈਂਟ ਕਰਦਾ, ਉਹਦਾ ਇਨਫਰਾਸਟਰਕਚਰ ਹੈ, ਉਹਦੀਆਂ ਕਿੱਥੋਂ ਸੀਵਰ ਜਾਣਾ, ਕਿੱਥੋਂ ਪਾਣੀ ਜਾਣਾ, ਉੱਥੇ ਕੀ ਸਕੂਲ ਬਣਨੇ। ਇਹ 2-2 ਸਾਲ ਦੀ ਪਲੈਨਿੰਗ ਹੈ। ਕਿਉਂ ਬੰਦਾ ਕੋਈ 8-8, 10-10 ਸਾਲ ਕਿਸ਼ਤਾਂ ਦੇ ਕੇ 6 ਮਹੀਨੇ ਰਹਿੰਦਿਆਂ ਤੇ ਉਹ ਪ੍ਰੋਪਰਟੀ ਉਹਦੇ ਤੋਂ ਕੋਈ ਖੋਹ ਕੇ ਲੈ ਜਾਵੇ, ਅਤੇ ਉਹ ਬੰਦਾ ਤੁਰਿਆ ਫਿਰੇ ਉਹਦੇ ਸਾਹਮਣੇ ਉਹ ਚੀਜ਼ ਜਿਹੜੀ ਹੈ ਮਤਲਬ 500-500, 700% ਮਹਿੰਗੀ ਵਿਕੇ, ਉਹਨੂੰ ਹਰਟ ਨਹੀਂ ਹੁੰਦਾ। ਇਹ ਬਹੁਤ ਜ਼ਰੂਰੀ ਆ। ਜਾਂ ਕੋਈ ਇਹੋ ਜਿਹੀ ਚੀਜ਼ ਬਈ ਉਹ ਵਿਕ ਅੱਜ ਲੌਟਾਂ 'ਤੇ ਰਹੀ ਹੈ, ਕੱਲ੍ਹ ਨੂੰ ਉਹ ਟਾਊਨ ਹਾਊਸ ਬਣ ਰਹੀ ਹੈ, ਟਾਊਨ ਹਾਊਸ ਨਾਲ ਹੀ ਕੌਂਡੋ ਬਣ ਰਹੀ ਹੈ। ਇਹ ਵੀ ਧੋਖਾ ਹੈ। ਜਿਹਨੇ ਪਹਿਲਾਂ ਜੇ ਲਈ ਹੋਈ ਹੈ ਉਹਨੂੰ ਪ੍ਰਿਵਿਲੇਜ ਜੇ ਨਹੀਂ ਮਿਲ ਜਾਵੇ ਵੀ ਉਹ ਟਾਊਨ ਹਾਊਸ ਬਣਾ ਲਵੇ, ਉਹ ਕਿਉਂ ਵੇਚੂ? ਕਿਹਦੇ ਨਹੀਂ ਦਿਮਾਗ ਲੱਗਿਆ ਹੋਇਆ ਕਿ ਕੌਣ ਨਹੀਂ ਡਾਲਰ ਭਾਲਦਾ। ਇਹ ਜੇ ਕੋਈ ਇਸ ਤਰ੍ਹਾਂ ਦਾ ਮਨ 'ਚ ਵਹਿਮ ਆ ਮੇਰਾ ਆਹ ਹੋ ਜੂ, ਮੇਰਾ ਇਸ ਵਹਿਮ ਤੋਂ ਪਰਾਂ ਹੋਣਾ ਚਾਹੀਦਾ।
ਸੋ ਇਹ ਸਾਰੇ ਸਵਾਲ ਜਿਹੜੇ ਨੇ ਇਸ ਤਰ੍ਹਾਂ ਹੀ ਇਸ ਫਾਰਮੈਟ 'ਚ ਪੁੱਛੇ ਜਾਣ, ਇਸੇ ਤਰ੍ਹਾਂ ਹੀ ਇਹ ਜਵਾਬ ਦੇਣ, ਅਤੇ ਬਿਲਕੁਲ ਇਹ ਹੀਟਡ ਹੋਏਗੀ ਡਿਸਕਸ਼ਨ। ਇਸ ਦੇ ਸਵਾਲ ਇੱਕ ਸਮਾਂ ਦਿੱਤਾ ਜਾਂਦਾ, ਕੈਂਡੀਡੇਟ ਬੋਲ ਸਕਦਾ, ਪਰ ਹਰ ਵਕਤ ਇਹ ਨਹੀਂ ਵੀ ਕੈਂਡੀਡੇਟ ਹੀ ਬੋਲੀ ਜਾਏਗਾ, ਉਹਨੂੰ ਸਵਾਲ ਪੁੱਛੇ ਜਾਣਗੇ, ਰਿਬਟਲ ਹੋਏਗਾ ਵੀ ਨਹੀਂ ਆਹ ਨਹੀਂ ਗੱਲ, ਮੇਰੀ ਗੱਲ ਦਾ ਜਵਾਬ ਦੇ। ਸੋ ਮੇਰੇ ਖਿਆਲ ਇਸ ਨੂੰ ਆਪਾਂ ਕਰਾਂਗੇ। ਨੈਕਸਟ ਜਿਹੜਾ ਫਾਰਮੈਟ ਹੋਏਗਾ ਇਹਨਾਂ ਇੰਟਰਵਿਊਜ਼ ਦਾ ਉਹ ਇਹੀ ਹੋਏਗਾ। ਇੱਕ ਮਾਫੀ ਮੈਂ ਸੁਣਨ ਵਾਲਿਆਂ ਤੋਂ ਮੰਗਣੀ ਚਾਹੁੰਦਾ ਹੈ। ਮੈਂ ਤੁਹਾਨੂੰ ਕਿਹਾ ਸੀ ਵੀ ਅੱਜ ਮੈਂ ਮਨ ਦੀ ਖੁਸ਼ੀ ਦੀ ਗੱਲ ਕਰਨੀ ਆ ਤੁਹਾਡੇ ਨਾਲ, ਅਤੇ ਉਹ ਥੋੜ੍ਹਾ ਜਿਹਾ ਅੱਜ ਪ੍ਰੋਗਰਾਮ ਦੇ ਵਿੱਚ ਬਦਲਾਅ ਹੋ ਗਿਆ। ਮੈਂ ਅਸਲ ਕੱਲ੍ਹ ਦੀ ਛੁੱਟੀ ਜਿਹੜੀ ਅਪਲਾਈ ਕੀਤੀ ਹੋਈ ਸੀ, ਅਰਜ਼ੀ ਦਿੱਤੀ ਹੋਈ ਸੀ, ਅਤੇ ਉਹ ਕੱਲ੍ਹ ਮੇਰੀ ਇੰਟਰਵਿਊ ਕੱਲ੍ਹ ਦੀ ਸੈੱਟ ਸੀ ਸ਼ੁੱਕਰਵਾਰ ਦੀ ਵਕੀਲ ਬ੍ਰਿਜ ਮੋਹਨ ਹੋਣਾ ਨਾਲ। ਸੋ ਉਹ ਜਿਹੜੀ ਇੰਟਰਵਿਊ ਸੀ ਉਹ ਫਿਰ ਅੱਜ ਮੂਵ ਉਹਨਾਂ ਨੇ ਕਰ ਦਿੱਤੀ, ਬਈ ਅੱਜ ਕਰ ਲਿਓ ਫਿਰ। ਅਤੇ ਉਹ ਬ੍ਰਿਜ ਮੋਹਨ ਨਹੀਂ ਚਾਹੁੰਦੇ ਸੀ ਵੀ ਮੇਰੇ ਨਾਲ ਇਹ ਗੱਲ ਕਰਨੀ, ਪਰ ਉਹ ਕੱਲ੍ਹ ਦੇਗ ਵਾਲੀ ਗੱਲ ਹੋ ਗਈ ਮੇਰੇ ਨਾਲ, ਹੱਥ ਪਿੱਛੇ ਕਰ ਲਿਆ ਮੈਂ ਦੂਜੀ ਦੇਗ। ਕੱਲ੍ਹ ਦੀ ਮੈਂ ਛੁੱਟੀ, ਮੈਨੂੰ ਜਦ ਮੈਂ ਗੱਲ ਕੀਤੀ ਮੈਨੂੰ ਕਹਿੰਦੇ ਯਾਰ 2 ਸ਼ੁੱਕਰਵਾਰ ਹੋ ਗਏ, ਤੁਸੀਂ ਹਰ ਸ਼ੁੱਕਰਵਾਰ ਹੀ ਛੁੱਟੀ, ਸਾਨੂੰ ਤਾਂ 3 ਦਿਨ ਸਾਡੇ ਔਖੇ ਹੋ ਜਾਂਦੇ ਨੇ। ਫਿਰ ਮੈਂ ਕਿਹਾ ਯਾਰ ਨਹੀਂ ਕਰਦੇ, ਅਸਲ ਜਾਣਾ ਮੋਟਰਸਾਈਕਲਾਂ 'ਤੇ ਦੂਰ ਸੀ, ਅਤੇ ਮੈਂ ਕਿਹਾ ਚਲੋ ਫਿਰ ਪ੍ਰੋਗਰਾਮ ਤੋਂ ਬਾਅਦ ਚਲੇ ਜਾਵਾਂਗੇ ਮੋਟਰਸਾਈਕਲਾਂ 'ਤੇ। ਤਾਂ ਇਹਦੇ ਲਈ ਕੱਲ੍ਹ ਨੂੰ ਫਿਰ ਹੁਣ ਮੈਂ ਕੱਲ੍ਹ ਨੂੰ ਤੁਹਾਡੇ ਦਿਲ ਦੀਆਂ ਗੱਲਾਂ ਆਪਾਂ 2 ਘੰਟੇ ਕਰਾਂਗੇ, ਮੇਰਾ ਪਿੰਡ ਮੇਰੇ ਖੇਤ ਦੇ ਵਿੱਚ ਵੀ, ਅਤੇ 24 ਘੰਟੇ ਦੀ ਮਾਫੀ ਗੱਲ ਕੱਲ੍ਹ ਨੂੰ ਮੈਂ ਕਰਾਂਗਾ। ਅਤੇ ਮੇਰਾ ਕਹਿਣਾ ਜੇ ਮੈਂ ਗੱਲ ਕਹੀ ਹੈ ਮੇਰੀ ਕਰਨ ਦਾ ਮੇਰਾ ਫਰਜ਼ ਹੈ, ਪਰ ਮੈਨੂੰ ਪਤਾ ਨਹੀਂ ਸੀ, ਨਿੰਮੀ ਹੋਣੀ ਆ ਕੇ ਕਹਿ ਕੇ ਕਹਿੰਦੇ ਵੀ ਤੁਸੀਂ ਪਹਿਲਾਂ ਛੁੱਟੀ ਕਿਹਾ ਹੋਇਆ, ਇਹਦੇ ਲਈ ਅੱਜ ਅਸੀਂ ਬ੍ਰਿਜ ਮੋਹਨ ਉਹਨਾਂ ਦੀ ਇੰਟਰਵਿਊ ਮੂਵ ਕਰ ਦਿੱਤੀ ਤੁਹਾਡੀ। ਅਤੇ ਪਰ ਮੈਂ ਕੱਲ੍ਹ ਦੇ ਸ਼ੋਅ ਦੇ ਵਿੱਚ ਕਿਉਂਕਿ ਕਾਰਨ ਇਹ ਹੈ ਵੀ ਐਕਸਟ੍ਰੀਮ ਹੀਟ ਦੇ ਵਿੱਚ ਮੋਟਰਸਾਈਕਲ ਵਗੈਰਾ ਜਿਹੜਾ ਉਹ ਵੱਧ ਗਰਮੀ ਦੇ ਵਿੱਚ ਵੀ ਮੋਟਰਸਾਈਕਲ ਚਲਾਉਣਾ ਜਿਹੜਾ ਹੈ ਉਹ ਠੀਕ ਨਹੀਂ ਹੁੰਦਾ। ਸੋ ਜਾਂ ਜੇ ਜਾਣਾ ਹੋ ਤਾਂ ਈਵਨਿੰਗ ਦੇ ਵਿੱਚ ਤੁਰ ਪਾਂਗੇ। ਸੋ ਹੁਣ ਮੈਂ ਬ੍ਰਿਜ ਮੋਹਨ ਉਹਨਾਂ ਨਾਲ ਇੱਕ ਖਾਸ ਗੱਲਬਾਤ ਕਰਨੀ ਹੈ ਅੱਜ, ਧਾਰਮਿਕ ਅਪਰਾਧ ਦੇ ਬਾਰੇ। ਹੈ ਤਾਂ ਇਹ ਵੀ ਆਪਣਾ ਭਾਈਚਾਰੇ ਦਾ ਹੀ ਇੱਕ ਮੁੱਦਾ ਹੈ, ਰਿਲੀਜੀਅਸ ਕ੍ਰਾਈਮ ਜਿਹੜਾ ਹੈ ਇਹਦੇ 'ਤੇ, ਅਤੇ ਹੁਣੇ ਉਹਨਾਂ ਨਾਲ ਗੱਲਬਾਤ ਸ਼ੁਰੂ ਕਰਦੇ ਹਾਂ। ਬ੍ਰਿਜ ਮੋਹਨ ਜੀ ਸਵਾਗਤ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ। ਅੱਛਾ ਜੀ, ਅੱਜ ਬੜਾ ਸੰਵੇਦਨਸ਼ੀਲ ਮਸਲਾ ਜਿਹਦੇ ਬਾਰੇ ਮੈਂ ਤੁਹਾਡੇ ਨਾਲ ਗੱਲਬਾਤ ਕਰਨੀ ਚਾਹੁੰਦਾ ਹੈ ਕਿ ਰਿਲੀਜੀਅਸ ਕ੍ਰਾਈਮ ਕੀ ਹੈ ਜੀ। ਧਾਰਮਿਕ ਅਪਰਾਧ ਨੂੰ ਜੇ ਡਿਫਾਈਨ ਕਰਨਾ ਹੋਵੇ, ਧਰਮ ਹੈ ਜਿਹੜਾ ਹੈ ਉਹ ਬੰਦੇ ਨੂੰ ਸਿੱਧੀ ਜ਼ਿੰਦਗੀ ਜਿਹੜਾ ਜਿਉਣ ਦਾ ਰਾਹ ਦਿੰਦਾ, ਕੋਈ ਵੀ ਧਰਮ ਹੋਵੇ, ਪਰ ਧਰਮ ਦੇ ਨਾਂ 'ਤੇ ਲੋਕਾਂ ਦਾ ਸ਼ੋਸ਼ਣ ਵੀ ਬਹੁਤ ਹੁੰਦਾ। ਅਤੇ ਇਸ ਨੂੰ ਸਮਝਾਇਓ ਵੀ ਰਿਲੀਜੀਅਸ ਕ੍ਰਾਈਮ ਨੂੰ ਕਿਵੇਂ ਡਿਫਾਈਨ ਕਰਦੇ ਹੋ। ਹਾਂਜੀ ਹਰਜੀਤ ਜੀ, ਸਾਰੇ ਧਰਮਾਂ ਦਾ ਤਾਂ ਇੱਕੋ ਹੀ ਉਦੇਸ਼ ਹੈ, ਉਹ ਹੈ ਤੁਹਾਨੂੰ ਵਧੀਆ ਇਨਸਾਨ ਬਣਾਉਣਾ, ਤੁਹਾਨੂੰ ਵਧੀਆ ਸ਼ਖਸੀਅਤ ਬਣਾਉਣ ਦਾ ਲੈਸਨ ਦੇਣਾ। ਸਾਰੇ ਕਾਨੂੰਨਾਂ ਦਾ ਵੀ ਇੱਕੋ ਹੀ ਮੰਤਵ ਹੈ ਜੀ, ਉਹ ਹੈ ਲੋਕਾਂ ਦਾ ਜੀਵਨ ਸੁਰੱਖਿਅਤ ਅਤੇ ਇਨਸਾਫ ਭਰਪੂਰ ਬਣਾਉਣਾ। ਜ਼ਿੰਦਗੀ 'ਚ ਤੁਹਾਨੂੰ ਇਹੋ ਜਿਹੇ ਲੋਕ ਹਮੇਸ਼ਾ ਹੀ ਮਿਲਦੇ ਰਹਿਣਗੇ ਜਿਹੜੇ ਦੂਜਿਆਂ ਦਾ ਫਾਇਦਾ ਉਠਾਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ। ਜਿਸ ਤਰ੍ਹਾਂ ਸਾਨੂੰ ਪਤਾ ਹੈ ਕਿ ਧਰਮ ਦੀ ਆੜ 'ਚ ਲੁਕੇ ਹੋਏ ਬੁਰੇ ਇਨਸਾਨ ਕਿੰਨੇ ਜ਼ਿਆਦਾ ਖਤਰਨਾਕ ਸਾਬਤ ਹੋ ਸਕਦੇ ਹਨ ਜੀ। ਅੱਛਾ ਵਕੀਲ ਸਾਹਿਬ, ਬਹੁਤ ਆਪਾਂ ਖਬਰਾਂ ਜੀ, ਕਿੱਡੀਆਂ ਰਿਪੋਰਟਸ, ਰੀਕਨਸੀਲੀਏਸ਼ਨ ਦੀ ਗੱਲ, ਅਤੇ ਪਾਦਰੀਆਂ 'ਤੇ ਖਾਸ ਤੌਰ 'ਤੇ ਜਿਹੜੀਆਂ 20 ਸਾਲ 15 ਸਾਲ ਫਿਰ ਉਹਨਾਂ ਦੀ ਸੰਸਥਾ ਉਹਨਾਂ ਦਾ ਨਾਂ ਲੁਕਾਉਂਦੀ ਹੈ ਵੀ ਸਾਡੀ ਬਦਨਾਮੀ ਨਾ ਹੋ ਜਾਵੇ। ਸਾਰੇ ਧਰਮ 'ਚ ਲੁਕਾਉਂਦੇ ਆ, ਸਾਡੇ ਧਰਮ 'ਚ ਹੋ ਜਾਵੇ, ਕਿਸੇ ਗੁਰਦੁਆਰੇ 'ਚ ਅਸੀਂ ਵੀ ਕੋਸ਼ਿਸ਼ ਕਰਨੀ ਹੈ ਗੱਲ ਬਾਹਰ ਨਾ ਨਿਕਲੇ। ਅਤੇ ਪੁਜਾਰੀ ਖਾਸ ਕਰਕੇ ਗੋਰੇ ਪਾਦਰੀਆਂ ਵੱਲੋਂ ਛੋਟੇ ਉਮਰ ਦੇ ਬੱਚਿਆਂ ਦਾ ਜਿਹੜਾ ਜਿਸਮੀ ਸ਼ੋਸ਼ਣ ਹੈ, ਇਹਦੇ ਬਾਰੇ ਜਾਂ ਧਾਰਮਿਕ ਅਦਾਰਿਆਂ ਦੇ ਵਿੱਚ ਇਸ ਨੂੰ ਕਿਵੇਂ ਲੈਂਦੇ ਹੋ ਜੀ ਤੁਸੀਂ? ਅਸੀਂ ਸਾਰੇ ਇਸ ਗੱਲ 'ਚ ਵਿਸ਼ਵਾਸ ਰੱਖਦੇ ਹਾਂ ਕਿ ਸਾਨੂੰ ਆਪਣੇ ਬੱਚਿਆਂ ਦੀ ਉਸ ਅਣਜਾਣ ਵਿਅਕਤੀ ਤੋਂ ਰੱਖਿਆ ਕਰਨੀ ਚਾਹੀਦੀ ਹੈ ਜੋ ਉਹਨਾਂ ਨੂੰ ਬਾਹਰ ਲਿਜਾ ਕੇ ਅਗਵਾ ਨਾ ਕਰ ਲਵੇ। ਗੱਲ ਸਾਹਿਬ ਐਂ ਹੁੰਦਾ ਤਾਂ ਜ਼ਰੂਰ ਹੈ, ਪਰ ਬਹੁਤ ਹੀ ਘੱਟ ਜੀ। ਜੇ ਆਪਾਂ ਪਿਛੋਕੜ 'ਚ ਤੱਥਾਂ ਵੱਲ ਝਾਤੀ ਮਾਰੀਏ ਜੀ ਤਾਂ ਆਪਾਂ ਨੂੰ ਪਤਾ ਲੱਗੂਗਾ ਕਿ ਬੱਚਿਆਂ ਨੂੰ ਅਣਜਾਣ ਵਿਅਕਤੀਆਂ ਦੀ ਬਜਾਏ ਆਪਣੇ ਹੀ
ਰਿਸ਼ਤੇਦਾਰਾਂ ਤੇ ਪਰਿਵਾਰ ਦੇ ਦੋਸਤ ਮਿੱਤਰਾਂ ਤੋਂ ਕਿੰਨਾ ਜ਼ਿਆਦਾ ਖਤਰਾ ਜੀ। ਅਤੇ ਜਿਸ ਤਰ੍ਹਾਂ ਅਸੀਂ ਬਾਰ-ਬਾਰ ਇਹ ਵੇਖ ਚੁੱਕੇ ਹਾਂ ਕਿ ਇਸ ਤਰ੍ਹਾਂ ਦੇ ਕਾਰਨਾਮੇ ਕਰਨ 'ਚ ਗਿਰਜਾ ਘਰਾਂ ਤੇ ਹੋਰ ਜਿਹੜੇ ਆਪਣੇ ਧਾਰਮਿਕ ਸਥਾਨਾਂ ਦੇ ਲੋਕ ਵੀ ਸ਼ਾਮਲ ਹਨ। ਅਸੀਂ ਆਪਣੇ ਪਰਿਵਾਰਕ ਦੋਸਤਾਂ ਮਿੱਤਰਾਂ ਅਤੇ ਪੁਜਾਰੀਆਂ ਤੋਂ ਇਹ ਆਸ ਨਹੀਂ ਰੱਖਦੇ ਵੀ ਉਹ ਸਾਡੇ ਬੱਚਿਆਂ ਨੂੰ ਨੁਕਸਾਨ ਵੀ ਪਹੁੰਚਾ ਸਕਦੇ ਹਨ ਜੀ। ਜਦੋਂ ਕੋਈ ਵੀ ਇਨਸਾਨ ਸਾਡਾ ਭਰੋਸਾ ਤੋੜ ਦਿੰਦਾ ਤਾਂ ਇਸ ਨਾਲ ਪਰਿਵਾਰ ਅਤੇ ਪਰਿਵਾਰ ਦੇ ਮੈਂਬਰਾਂ ਦੀਆਂ ਜ਼ਿੰਦਗੀਆਂ ਤਬਾਹ ਹੋ ਜਾਂਦੀਆਂ ਜੀ। ਪਰ ਮੈਂ ਇੱਕ ਗੱਲ ਦੇਖੀ ਹੈ, ਲੋਕੀ ਇਹਨਾਂ 'ਚ ਇੰਨਾ ਅੰਧ ਵਿਸ਼ਵਾਸ ਕਰਦੇ ਆ ਕਿ ਵੀ ਮੈਂ ਆਪਣੇ ਅੱਖੀਂ ਮੇਰੇ ਹੱਥੋਂ ਕਈ ਕੇਸ ਨਿਕਲ ਚੁੱਕੇ ਆ ਅੰਧ ਵਿਸ਼ਵਾਸ ਦੇਖ ਕੇ। ਮੈਂ ਬਹੁਤ ਹੀ ਕਈ ਵਾਰ ਸਾਨੂੰ ਆਪ ਨੂੰ ਬਹੁਤ ਹੈਰਾਨੀ ਹੁੰਦੀ ਹੈ ਕਿ ਵੀ ਕਿਵੇਂ ਇਹਨਾਂ ਨੇ ਲੋਕਾਂ ਨੂੰ ਆਪਣੇ ਹੱਥ 'ਚ ਕਾਬੂ 'ਚ ਕੀਤਾ ਹੋਇਆ ਜੀ। ਵਕੀਲ ਸਾਹਿਬ, ਵਿਨੀਪੈਗ ਦਾ ਇੱਕ ਕੇਸ ਹੋਇਆ ਸੀ ਜਿੱਥੇ ਰੌਲਾ ਪੈ ਗਿਆ ਵੀ 2 ਗ੍ਰੰਥੀ ਅਗਵਾ ਕਰ ਲਏ, ਮੁੜ ਕੇ ਉਹ ਗ੍ਰੰਥੀ ਪੁਲਿਸ ਨੇ ਚਾਰਜ ਕਰ ਲਏ। ਕੀ ਸੀ ਜੀ ਕੇਸ ਉਹ? ਅਜੀਤ ਜੀ, ਮੈਂ ਕੈਨੇਡਾ ਭਾਰਤ 'ਚ ਕ੍ਰਿਮੀਨਲ ਕੇਸਿਸ ਦੀ ਪੈਰਵੀ ਕਰਦਾ ਅਤੇ ਵਿਨੀਪੈਗ 'ਚ ਵੀ ਪੰਜਾਬੀ ਭਾਈਚਾਰੇ ਦੀ ਕਾਫੀ ਬਸੋ ਹੈ ਜੀ। ਵਿਨੀਪੈਗ 'ਚ ਪੁਲਿਸ ਨੇ ਦਸੰਬਰ 2006 'ਚ ਉਸ ਵੇਲੇ ਉਹਨਾਂ ਨੇ ਆਪਣੀ ਤਫਤੀਸ਼ ਸ਼ੁਰੂ ਕੀਤੀ ਜਦੋਂ ਗੁਰੂ ਘਰ 'ਚ 2 ਗ੍ਰੰਥੀਆਂ ਨੂੰ ਅਗਵਾ ਕਰ ਲਿਆ ਗਿਆ ਜੀ। ਇੱਕ 26 ਸਾਲਾ ਵਿਅਕਤੀ ਇੱਕ ਵੱਡੀ ਸਾਰੀ ਕਿਰਪਾਨ ਲੈ ਕੇ ਗੁਰੂ ਘਰ 'ਚ ਦਾਖਲ ਹੋ ਗਿਆ ਅਤੇ ਉਸਨੇ ਗ੍ਰੰਥੀਆਂ ਤੇ ਇਹ ਇਲਜ਼ਾਮ ਲਾਏ ਕਿ ਉਹਨਾਂ ਨੇ ਉਸਦਾ ਸਰੀਰਕ ਸ਼ੋਸ਼ਣ ਉਸ ਵੇਲੇ ਕਰ ਦਿੱਤਾ ਜਦੋਂ ਕੇਵਲ 8 ਸਾਲ ਦਾ ਬੱਚਾ ਹੀ ਸੀ ਅਤੇ ਇਹ ਕੁਕਰਮ ਉਸਦੀ 15 ਸਾਲ ਦੀ ਉਮਰ ਹੋਣ ਤੱਕ ਇਹ ਜਾਰੀ ਰਿਹਾ ਜੀ। ਫਿਰ ਉਹਨਾਂ ਦੋਨੋਂ ਗ੍ਰੰਥੀਆਂ ਨੂੰ ਜ਼ਬਰਦਸਤੀ ਅਗਵਾ ਕਰਕੇ ਆਪਣੇ ਘਰੇ ਲੈ ਗਿਆ ਤੇ ਉਹਨਾਂ ਨੂੰ ਆਪਣੀ ਮਾਂ ਅਤੇ ਆਪਣੀ ਸਿਸਟਰ ਸਾਹਮਣੇ ਇਹ ਕਬੂਲ ਕਰਨ ਲਈ ਉਹਨੇ ਮਜਬੂਰ ਕੀਤਾ ਕਿ ਵੀ ਉਹਨਾਂ ਗ੍ਰੰਥੀਆਂ ਨੇ ਉਸ ਜਵਾਕ ਦਾ ਗੁਰੂ ਘਰ 'ਚ ਸ਼ੋਸ਼ਣ ਕੀਤਾ ਜੀ। ਅੱਛਾ ਜੀ, ਫਿਰ ਇਹ ਕੇਸ ਦੇ ਵਿੱਚ ਅੱਗੇ ਕੀ ਵਾਪਰਿਆ, ਅੰਤ ਕੀ ਹੋਇਆ ਜੀ? ਇਸ ਨੌਜਵਾਨ ਨੇ ਆਪਣਾ ਜਿਹੜਾ ਦੋਸ਼ ਸੀਗਾ ਕਿਡਨੈਪਿੰਗ ਦਾ ਕਬੂਲ ਕਰ ਲਿਆ ਸੀ ਅਤੇ ਜੱਜ ਸਾਹਿਬ ਨੇ ਉਸਨੂੰ ਜੇਲ੍ਹ ਜਾਣ ਦੀ ਸਜ਼ਾ ਤੋਂ ਬਖਸ਼ ਵੀ ਦਿੱਤਾ, ਭਾਵੇਂ ਕਿ ਉਸਨੇ ਇਸ ਸੰਗੀਨ ਜੁਰਮ ਨੂੰ ਅੰਜਾਮ ਵੀ ਦਿੱਤਾ ਸੀਗਾ ਜੀ। ਉਸ ਨੌਜਵਾਨ ਨੇ ਦੱਸਿਆ ਕਿ ਕਿਵੇਂ ਉਸਦਾ ਘੱਟੋ ਘੱਟ 100 ਵਾਰੀ ਸ਼ੋਸ਼ਣ ਕੀਤਾ ਗਿਆ ਸੀ। ਇਹ ਸਭ ਅਦਾਲਤ ਨੇ ਬਹੁਤ ਧਿਆਨ ਨਾਲ ਸੁਣਿਆ। ਜੱਜ ਸਾਹਿਬਾਂ ਨੇ ਭਾਵੇਂ ਉਸਨੂੰ ਸਜ਼ਾ ਤੋਂ ਮਾਫੀ ਦੇ ਵੀ ਦਿੱਤੀ, ਉਹਨਾਂ ਨੇ ਬਹੁਤ ਸਖਤ ਸ਼ਬਦਾਂ 'ਚ ਕਿਹਾ ਅਦਾਲਤਾਂ ਕਿਸੇ ਵੀ ਤਰ੍ਹਾਂ ਨਾਲ ਕਾਨੂੰਨ ਨੂੰ ਆਪਣੇ ਹੱਥਾਂ 'ਚ ਲੈਣ ਅਤੇ ਕਥਿਤ ਦੋਸ਼ੀਆਂ ਨਾਲ ਖੁਦ ਨਜਿੱਠਣ ਦੀ ਇਜਾਜ਼ਤ ਨਹੀਂ ਦੇ ਸਕਦੀਆਂ, ਇੱਥੋਂ ਤੱਕ ਕਿ ਉਹਨਾਂ ਵਿਅਕਤੀਆਂ ਨੂੰ ਵੀ ਨਹੀਂ ਜੋ ਖੁਦ ਭਿਆਨਕ ਅਪਰਾਧਾਂ ਦਾ ਸ਼ਿਕਾਰ ਹੋ ਚੁੱਕੇ ਹਨ। ਸੋ ਇਸ ਕੇਸ ਦਾ ਸਿੱਟਾ ਇਹ ਨਿਕਲਿਆ ਕਿ ਵੀ ਜੇ ਸਪੋਜ਼ ਕਰੋ ਤੁਹਾਡੇ ਨਾਲ ਕੋਈ ਧੱਕੇਸ਼ਾਹੀ ਕਰਦਾ ਹੈ, ਉਹਦੇ ਬਾਵਜੂਦ ਵੀ ਤੁਸੀਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਨੀ ਹੈ ਵੀ ਤੁਸੀਂ ਕਾਨੂੰਨ ਨੂੰ ਆਪਣੇ ਹੱਥ 'ਚ ਨਹੀਂ ਲੈਣਾ ਜੀ। ਗ੍ਰੰਥੀਆਂ ਦੇ ਗਿੱਟੇ 'ਚ ਫਿਰ ਪਾਇਆ ਉਹ ਕੜਾ ਜਿਹਾ ਜੀ? ਹਾਂਜੀ, 2012 'ਚ ਇੱਕ ਨੌਜਵਾਨ ਨੇ ਮੁੱਢਲੀ ਸੁਣਵਾਈ ਸਮੇਂ ਅਦਾਲਤ 'ਚ ਗਵਾਹੀ ਦਿੱਤੀ ਤੇ ਫਿਰ ਇਹ ਕੇਸ ਹਾਈ ਕੋਰਟ 'ਚ ਭੇਜਿਆ ਗਿਆ ਜੀ। ਉਸ ਨੌਜਵਾਨ ਨੇ ਜੋ ਕੁਝ ਵੀ ਅਦਾਲਤ 'ਚ ਦੱਸਿਆ ਉਹ ਤਾਂ ਖੈਰ ਮੈਂ ਇੱਥੇ ਨਹੀਂ ਦਰਾ ਸਕਦਾ, ਪਰ ਕੁਝ ਗੱਲਾਂ ਬਾਤਾਂ ਇਹੋ ਜਿਹੀਆਂ ਹੋਈਆਂ ਪ੍ਰੀਲਿਮਿਨਰੀ ਇਨਕੁਆਇਰੀ ਵੇਲੇ ਕਿ ਵੀ ਉਸ ਤੋਂ ਬਾਅਦ ਸਰਕਾਰੀ ਵਕੀਲ ਨੇ ਉਹਨਾਂ ਤੇ ਲੱਗੇ ਸਾਰੇ ਚਾਰਜ ਖਾਰਜ ਕਰ ਦਿੱਤੇ। ਇਸ ਨਾਲ ਉਸ ਵੇਲੇ ਸਾਰਿਆਂ ਨੂੰ ਬਹੁਤ ਵੱਡਾ ਝਟਕਾ ਲੱਗਿਆ ਸੀ ਜੀ। ਵਕੀਲ ਸਾਹਿਬ, ਮੇਰਿਆਂ ਪ੍ਰੋਗਰਾਮਾਂ ਦੇ ਵਿੱਚ ਧਾਰਮਿਕ ਸਾਡੇ ਗੁਰੂਆਂ ਦੇ ਨਾਂ 'ਤੇ ਬਣਾਈਆਂ ਸੰਸਥਾ ਦੇ ਵਿੱਚ 40-40, 50-50 ਹਜ਼ਾਰ ਡਾਲਰ ਵਰਕ ਪਰਮਿਟ 'ਤੇ ਲੈ ਕੇ ਜਿਹੜੀਆਂ ਫਰਜ਼ੀ ਨੇ, ਜਿਨ੍ਹਾਂ ਦਾ ਕੋਈ ਗੁਰਦੁਆਰਾ ਨਹੀਂ ਤੇ ਜਿਹੜੀਆਂ ਫਰਜ਼ੀ ਉਹ ਬਣਾਈਆਂ ਹੋਈਆਂ ਸੀ, ਉਹ ਬੰਦੇ ਬਹੁਤ ਵਾਰ ਆਪਾਂ ਨੰਗੇ ਕੀਤੇ ਆ। ਇਹ ਆਮ ਹੀ ਹੁਣ ਹੁੰਦਾ ਹੈ, ਗੁਰੂ ਘਰਾਂ ਵੱਲੋਂ ਸਰਕਾਰ ਨੂੰ ਇਹ ਚੇਤਾਵਨੀ ਜਾਂ ਦੱਸ ਦਿੰਦੇ ਆ ਜੀ ਇਮੀਗ੍ਰੇਸ਼ਨ ਦੀ ਧੋਖਾਧੜੀ ਹੋ ਗਈ ਜੀ ਤੇ ਫਰਜ਼ੀ ਗੁਰਦੁਆਰੇ ਚੱਲ ਰਹੇ ਨੇ, ਇਹਦੇ ਬਾਰੇ ਦੱਸ ਸਕਦੇ ਹੋ ਤੁਸੀਂ? ਹਾਂਜੀ, ਅੱਜ ਅਸੀਂ ਜੋ ਵੀ ਗੱਲਬਾਤ ਕਰ ਰਹੇ ਹਾਂ ਉਸ ਦਾ ਮੇਨ ਮੰਤਵ ਇਹ ਹੈ ਕਿ ਉਹਨਾਂ ਲੋਕਾਂ ਤੇ ਚਾਨਣਾ ਪਾਇਆ ਜਾ ਸਕੇ ਜੋ ਧਰਮ ਦੇ ਵਧੀਆ ਨਾਂ ਦੀ ਆੜ 'ਚ ਬੁਰੇ ਕੰਮ ਕਰ ਰਹੇ ਜੀ। ontario ਗੁਰਦੁਆਰਾ ਕਮੇਟੀ ਅਤੇ ਆਪਣਾ ਈਵਨ ਬ੍ਰਿਟਿਸ਼ ਕੋਲੰਬੀਆ ਦੀ ਗੁਰਦੁਆਰਾ ਕੌਂਸਲ ਅਨੁਸਾਰ ਕੈਨੇਡਾ ਭਰ 'ਚ ਸੈਂਕੜੇ ਹੀ ਅਜਿਹੇ ਫਰਜ਼ੀ ਗੁਰਦੁਆਰੇ ਹਨ ਜੋ ਗ੍ਰੰਥੀਆਂ ਨੂੰ ਕੈਨੇਡਾ ਆਉਣ ਲਈ ਕੰਮ ਦੇ ਵੀਜ਼ੇ ਵੇਚ ਕੇ ਇਮੀਗ੍ਰੇਸ਼ਨ ਘੁਟਾਲੇ ਕਰ ਰਹੇ ਹਨ ਜੀ। ਇਹ ਗੁਰਦੁਆਰੇ ਸਿਰਫ ਕਾਗਜ਼ਾਂ 'ਚ ਹੀ ਮੌਜੂਦ ਹਨ। ਅਸਲੀ ਆਪਣੇ ਜਿਹੜੇ ਗੁਰੂ ਘਰ ਕੇਂਦਰੀ ਸਰਕਾਰ ਨੂੰ ਬਾਰ-ਬਾਰ ਚੇਤਾਵਨੀ ਦੇਣ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਇਹ ਜਾਪਦਾ ਨਹੀਂ ਕਿ ਸਰਕਾਰ ਇਹਨਾਂ ਫਰਜ਼ੀ ਗੁਰਦੁਆਰਿਆਂ ਨੂੰ ਖਤਮ ਕਰੇਗੀ ਜਾਂ ਖਤਮ ਕਰ ਸਕਦੀ ਹੈ ਜੀ। ਇਹ ਲੋਕ ਸਿਰਫ ਕਾਨੂੰਨ ਹੀ ਨਹੀਂ ਤੋੜ ਰਹੇ, ਸਗੋਂ ਭੋਲੇ ਭਾਲੇ ਨਿਰਦੋਸ਼ ਲੋਕਾਂ ਤੋਂ 30-30, 40-40, 50-50 ਹਜ਼ਾਰ ਡਾਲਰ ਤੱਕ ਦੀ ਰਕਮ ਉਹਨਾਂ ਤੋਂ ਲੈ ਰਹੇ ਹੈ
ਉਹ ਵੀਜ਼ੇ ਖਰੀਦਣ ਲਈ ਜਿਨ੍ਹਾਂ ਦੀ ਬੁੱਕਤ ਹੀ ਕੋਈ ਨਹੀਂ ਜੀ, ਜਿਨ੍ਹਾਂ ਨੂੰ ਬਾਅਦ 'ਚ ਪਤਾ ਲੱਗਦਾ ਕਿ ਉਹਨਾਂ ਨੂੰ ਮਿਲਿਆ ਹੋਇਆ ਵੀਜ਼ਾ ਦਰਅਸਲ ਕਿਸੇ ਅਸਲੀ ਕੰਮ ਦਾ ਵੀਜ਼ਾ ਸੀਗਾ ਹੀ ਨਹੀਂ ਜੀ। ਅੱਛਾ ਜੀ, ਸਰਕਾਰਾਂ ਨੂੰ ਗੁਰੂ ਘਰਾਂ ਵੱਲੋਂ ਸਰਕਾਰਾਂ ਵੱਲੋਂ ਗੁਰੂ ਘਰਾਂ ਨੂੰ ਇਹ ਗੱਲਾਂ ਤਾਂ ਚੱਲਦੀਆਂ ਰਹਿੰਦੀਆਂ ਨੇ, ਪਰ ਇਹ ਧੋਖਾਧੜੀ ਰੁਕ ਨਹੀਂ ਰਹੀ। ਵਕੀਲ ਸਾਹਿਬ, ਕਿਵੇਂ ਰੁਕੂਗੀ ਜਦ ਆਮ ਬੰਦਾ ਕਹਿੰਦਾ ਮੇਰੇ ਤੋਂ 50,000 60,000 ਲੈ ਲਿਆ, ਮੈਂ ਧੱਕੇ ਖਾਂਦਾ ਫਿਰਦਾ, ਮੈਨੂੰ ਪੱਕਾ ਨਹੀਂ ਕਰਦੇ, ਜਾਂ ਮੇਰੇ ਤੋਂ ਕੰਮ ਕਰਾਉਂਦੇ ਨੇ, ਮੇਰੇ ਤੋਂ ਆਹ ਕਰਾਉਂਦੇ ਨੇ। ਬਹੁਤ ਇੱਥੇ ਖਬਰਾਂ ਆਉਂਦੀਆਂ ਹਰ ਰੋਜ਼, ਪਰ ਉਹ ਗੱਲ ਇਹ ਆ ਵੀ ਜੇ ਉਹਨਾਂ ਨੂੰ ਕਹੀਏ ਵੀ ਆ ਜਾਓ ਦੱਸੋ ਪ੍ਰੋਗਰਾਮ, ਤੋਂ ਡਰ ਜਾਂਦੇ ਨੇ ਕਿਉਂਕਿ ਪੈਸਾ ਦਿੱਤਾ ਹੁੰਦਾ ਬਹੁਤ। ਇਹ ਫਿਰ ਕਾਨੂੰਨ ਨਹੀਂ, ਕੋਈ ਸਖਤੀ ਨਾਲ ਕਾਨੂੰਨ ਨਹੀਂ ਲਾਗੂ ਹੋ ਸਕਦਾ ਜੀ? ਇਹ ਕਹਿਣਾ ਤਾਂ ਬਹੁਤ ਹੀ ਮੁਸ਼ਕਿਲ ਹੈ ਕਿ ਅਸਲ 'ਚ ਹੋ ਕੀ ਰਿਹਾ, ਪਰ ਇਹ ਬਹੁਤ ਹੀ ਆਮ ਜਾਣੇ ਪਛਾਣੇ ਫੈਕਟਸ ਹਨ ਕਿ ਇਮੀਗ੍ਰੇਸ਼ਨ ਕੈਨੇਡਾ ਅਤੇ ਬਾਰਡਰ ਪੁਲਿਸ ਫਾਈਲਾਂ ਦੀ ਪੈਰਵੀ ਕਰਨ 'ਚ ਬਹੁਤ ਹੀ ਜ਼ਿਆਦਾ ਪਛੜੀ ਹੋਈ ਹੈ ਜੀ। ਇਹਨਾਂ ਅਰਜ਼ੀਆਂ ਦੀ ਤਾਦਾਦ ਤਾਂ ਬਹੁਤ ਜ਼ਿਆਦਾ, ਪਰ ਇਹਨਾਂ ਨੂੰ ਵੇਖਣ ਵਾਲੇ ਅਧਿਕਾਰੀਆਂ ਦੀ ਗਿਣਤੀ ਬਹੁਤ ਘੱਟ ਹੈ ਜੀ। ਅਪਲਾਈ ਕਰਨ ਵਾਲੇ ਬਹੁਤ ਸਾਰੇ ਲੋਕ ਖੁਦ ਹੀ ਸਾਰੇ ਕਾਗਜ਼ ਪੱਤਰ ਭਰਨ ਦੀ ਆਪ ਕੋਸ਼ਿਸ਼ ਕਰਦੇ ਹਨ, ਜਾਂ ਫਿਰ ਇਹ ਸਭ ਕੁਝ ਕਰਨ ਲਈ ਅਯੋਗ ਲੋਕਾਂ ਨੂੰ ਕੰਮ ਤੇ ਰੱਖ ਲੈਂਦੇ ਆ ਜੀ। ਜਦੋਂ ਕੋਈ ਬਹੁਤ ਹੀ ਮਹੱਤਵਪੂਰਨ ਗੱਲਬਾਤ ਹੋਵੇ, ਬੇਸਿਕਲੀ ਇਹਨਾਂ ਕੋਲ ਬੈਕਲੌਗ ਹੀ ਇੰਨਾ ਇਮੀਗ੍ਰੇਸ਼ਨ ਵਾਲੇ ਕੋਲ ਵੀ ਇਹਨਾਂ ਕੋਲ ਗਾਂ ਅੱਗੇ ਝਾਤੀ ਮਾਰਨ ਜੋਗਾ ਟਾਈਮ ਹੀ ਹੈ ਨਹੀਂ ਗਿਆ ਜੀ। ਵਕੀਲ ਸਾਹਿਬ, ਇੱਕ ਦੱਸਿਓ ਬਈ ਜਦ ਆਪਾਂ ਵਿਸ਼ਵਾਸ ਕਰਦੇ ਹਾਂ ਇਹਨਾਂ ਪੁਜਾਰੀ ਵਰਗ ਤੇ, ਪੂਜਾ ਪਾਠ ਕਰਨ ਵਾਲਿਆਂ ਤੇ, ਫਿਰ ਉਹ ਵਿਸ਼ਵਾਸ ਨੂੰ ਤੋੜ ਕੇ ਸਾਡਾ ਨਜਾਇਜ਼ ਫਾਇਦਾ ਉਠਾਉਂਦੇ ਨੇ, ਉੱਥੇ ਫਿਰ ਕੋਈ ਕਾਨੂੰਨ ਕਿਹੜਾ ਲੱਗਦਾ ਜੀ? ਫਿਰ ਕੀ ਇਹਦੇ ਬਾਰੇ ਦੱਸਣਾ ਚਾਹੁੰਦੇ? ਆਮ ਤੌਰ ਤੇ ਬਹੁਤੀ ਵਾਰ ਧੋਖਾਧੜੀ ਦੇ ਪੀੜਤਾਂ ਨੂੰ ਸ਼ਿਕਾਰ ਬਣਾਉਣ ਵਾਲੇ ਲੋਕਾਂ ਨੂੰ ਪੀੜਤ ਚੰਗੀ ਤਰ੍ਹਾਂ ਜਾਣਦੇ ਹੁੰਦੇ ਹਨ, ਜਿਵੇਂ ਕਿ ਦੋਸਤ ਮਿੱਤਰ, ਗੁਆਂਢੀ, ਧਾਰਮਿਕ ਸਥਾਨ ਦੇ ਮੈਂਬਰ। ਜੇਕਰ ਕੋਈ ਬਿਲਕੁਲ ਅਣਜਾਣ ਵਿਅਕਤੀ ਤੁਹਾਡੇ ਫॉर ਐਗਜ਼ਾਮਪਲ ਦਰਵਾਜ਼ੇ ਤੇ ਦਸਤਕ ਦਿੰਦਾ ਤੇ ਤੁਹਾਨੂੰ ਕਹਿੰਦਾ ਵੀ ਮੈਂ ਚਾਈਨਾ 'ਚ ਨਵੀਂ ਖੁੱਲੀ ਸੋਨੇ ਦੀ ਖਾਨ 'ਚ ਤੁਸੀਂ $50,000 ਇਨਵੈਸਟ ਕਰਨ ਲਈ ਤੁਹਾਨੂੰ ਆਖਦਾ, ਮੈਂ ਕਿਹਾ ਤੁਸੀਂ ਉਸੇ ਵੇਲੇ ਉਹਨੂੰ ਕਹੋਗੇ ਵੀ ਰਫੂ ਚੱਕਰ ਹੋ ਜਾ। ਜੇਕਰ ਤੁਸੀਂ ਕਿਸੇ ਨੂੰ ਜਾਣਦੇ ਹੋ ਜਾਂ ਸ਼ਾਇਦ ਉਸ 'ਤੇ ਤੁਸੀਂ ਹੋ ਸਕਦਾ ਵੀ ਸੌਖੇ ਹੀ ਤੁਸੀਂ ਉਸ 'ਤੇ ਵਿਸ਼ਵਾਸ ਕਰ ਲਓ ਅਤੇ ਆਪਣੀ ਮਿਹਨਤ ਮੁਸ਼ੱਕਤ ਦੀ ਕਮਾਈ ਉਸ 'ਤੇ ਹੱਥਾਂ 'ਚ ਰੱਖ ਦਿਓ। ਪੁਲਿਸ ਇਸ ਕਿਸਮ ਦੀ ਜਿਹੜੀ ਧੋਖਾਧੜੀ ਨੂੰ ਐਫੀਨਿਟੀ ਫਰਾਡ ਵੀ ਆਖਦੀ ਹੈ ਜੀ। ਜਦੋਂ ਲੋਕ ਕਿਸੇ ਨੂੰ ਚਰਚ ਜਾਂ ਕੰਮ ਤੇ ਜਾਣਦੇ ਹੋਣ ਤਾਂ ਉਹ ਉਸ ਵਿਅਕਤੀ ਦੇ ਘੱਟ ਸ਼ੱਕ ਕਰਦੇ ਹਨ ਤੇ ਆਪਣਾ ਵਿਸ਼ਵਾਸ ਕਰਕੇ ਆਪ ਘਾਟੇ 'ਚ ਉਹਨਾਂ ਨੂੰ ਆਪ ਘਾਟਾ ਖਾਣਾ ਪੈਂਦਾ ਜੀ। ਵਕੀਲ ਸਾਹਿਬ, ਇੱਕ ਤਾਂ ਇਹ ਦੱਸਿਓ ਵੀ ਉਹ ਇੰਸਟੀਟਿਊਟ ਵੀ ਜਿਹੜਾ ਉਹ ਸੂ ਹੋ ਸਕਦਾ, ਜਿਹੜੇ ਇੰਸਟੀਟਿਊਟ ਦੇ ਵਿੱਚ ਉਹ ਪੁਜਾਰੀ ਜਿਹੜਾ ਰਹਿੰਦਾ ਹੋਵੇ? ਹਾਂਜੀ, ਇਹ ਸੰਭਵ ਹੈਗਾ। ਉਹਨੂੰ ਡੈਫੀਨਿਟਲੀ ਉਸ 'ਤੇ ਮੁਕੱਦਮਾ ਕੀਤਾ ਜਾ ਸਕਦਾ, ਕਿਉਂਕਿ ਆਮ ਤੌਰ ਤੇ ਜਿਹੜੇ ਧੋਖਾਧੜੀ ਕਰਨ ਵਾਲੇ ਬਹੁਤੇ ਲੋਕ, ਚਾਹੇ ਉਹ ਪੁਜਾਰੀ ਹੈ ਚਾਹੇ ਪ੍ਰੀਸਟ ਹੈ, ਜੋ ਵੀ ਹੈ, ਆਪਣੇ ਨਾਂ ਤੇ ਤਾਂ ਜੀ ਉਹ ਕੋਈ ਪੈਸਾ ਵਗੈਰਾ ਰੱਖਦੇ ਨਹੀਂ, ਤੇ ਜਾਂ ਜਿਹੜੇ ਉਹਨਾਂ ਦੇ ਰੱਖੇ ਹੋਏ ਪੈਸੇ ਉਹਨਾਂ ਨੂੰ ਲੱਭਣਾ ਹੀ ਬੜਾ ਔਖਾ ਹੈ। ਪਰ ਮੁਸ਼ਕਿਲ ਇਹ ਹੈ ਕਿ ਚਰਚ ਜਾਂ ਕੋਈ ਵੀ ਧਾਰਮਿਕ ਸਥਾਨ, ਉਹਨਾਂ ਤੋਂ ਇਹ ਆਸ ਨਹੀਂ ਰੱਖੀ ਜਾ ਸਕਦੀ ਕਿ ਵੀ ਉਹ ਹਰ ਇੱਕ ਆਉਣ ਵਾਲੀ ਸੰਗਤ ਦੇ ਵਿਅਕਤੀ ਦੇ ਕਾਰੋਬਾਰ ਜਾਂ ਉਹਦੇ ਦਿਲ 'ਚ ਕੀ ਹੈ ਉਹਦੇ ਬਾਰੇ ਜਾਣਦੇ ਹੋਣ ਜੀ। ਜੇਕਰ ਚਰਚ ਜਾਂ ਕੋਈ ਵੀ ਧਾਰਮਿਕ ਸਥਾਨ ਇਹ ਜਾਣਦਾ ਕਿ ਸੰਗਤ ਦਾ ਕੋਈ ਵਿਅਕਤੀ ਆਪਣੇ ਆਉਣ ਵਾਲੇ ਹੋਰ ਜਿਹੜੇ ਵਰਸ਼ਿਪਰਸ ਹੈਗੇ ਜਾਂ ਜਿਹੜੇ ਭਗਤਾਂ ਨਾਲ ਧੋਖਾਧੜੀ ਕਰ ਰਿਹਾ ਅਤੇ ਉਹਨਾਂ ਨੇ ਧਾਂਦਲੀਆਂ ਰੋਕਣ ਲਈ ਕੋਈ ਵੀ ਕਦਮ ਨਾ ਚੁੱਕਿਆ ਹੋਵੇ, ਤਾਂ ਉਹ ਡੈਫੀਨੇਟਲੀ ਜਿਹੜੀ ਹੈਗੀ ਹੈ ਇੰਸਟੀਟਿਊਸ਼ਨ ਜੀ, ਰਿਲੀਜੀਅਸ ਇੰਸਟੀਟਿਊਸ਼ਨ ਆਫ ਮੁਸੀਬਤ 'ਚ ਫਸ ਸਕਦੇ ਹਾਂ ਜੀ। ਕਾਨੂੰਨ ਅਧੀਨ ਬਹੁਤ ਸਾਰੀਆਂ ਗੱਲਾਂ, ਜਾਣਕਾਰੀ ਅਤੇ ਕੀ ਕੁਝ ਸਾਬਤ ਕੀਤਾ ਜਾ ਸਕਦਾ ਇਸ ਗੱਲ ਤੇ ਆਧਾਰ ਹੁੰਦੀਆਂ ਜੀ। ਵਕੀਲ ਸਾਹਿਬ, ਇੱਕ ਇਹ ਦੱਸਿਓ, ਇਹ ਬੜਾ ਕਈ ਵਾਰ ਦੁੱਖ ਲੱਗਦਾ ਜੀ ਜਦ ਨਾ ਕਮਿਊਨਿਟੀ ਦੇ ਵਿੱਚ ਕੋਈ ਵਧੀਆ ਦਿਖਣ ਵਾਲਾ ਬੰਦਾ, ਸਰੂਪ 'ਚ ਦਿਖਣ ਵਾਲਾ ਬੰਦਾ ਕਿਸੇ ਨਾਲ ਧੋਖਾ ਕਰਦਾ, ਫਿਰ ਖਾਸ ਤੌਰ 'ਤੇ ਮੁੰਡੇ ਟ੍ਰੇਡਸਮੈਨ ਜਿਨ੍ਹਾਂ ਨਾਲ ਹੁੰਦਾ, ਜਦੋਂ ਸਾਰਿਆਂ ਨੂੰ ਕਹਿੰਦੇ ਆ, ਉਹ ਕਹਿੰਦੇ ਨਾ ਇਹ ਤਾਂ ਠੱਗੀ ਹੁੰਦੀ ਹੈ। ਜਿਹੜੇ ਧਾਰਮਿਕ ਦਿਖਣ ਵਾਲੇ ਲੋਕ ਨੇ ਵੱਡੇ ਠੱਗ ਨੇ, ਕਿਉਂਕਿ ਉਹਨਾਂ ਨਾਲ ਉਸ ਵੰਨਗੀ ਦੇ ਬੰਦੇ ਨੇ ਧੋਖਾ ਕੀਤਾ ਹੁੰਦਾ। ਪਰ ਉਹ ਸਾਰੇ ਇਸ ਤਰ੍ਹਾਂ ਨਹੀਂ ਹੁੰਦੇ, ਪਰ ਇੱਕ ਸਰੂਪ ਕਰਕੇ ਬਹੁਤ ਮੁਸ਼ਕਲ ਹੁੰਦੀ ਹੈ। ਇਸੇ ਤਰ੍ਹਾਂ ਹੀ ਅਸੀਂ ਸਾਂਝੇ ਕਿਤੇ ਧਾਰਮਿਕ ਸਥਾਨ 'ਤੇ ਜਾਂਦੇ ਹਾਂ, ਚਰਚ, ਮਸਜਿਦ ਜਾਂ ਗੁਰਦੁਆਰਾ ਸਾਹਿਬ ਜਾਂਦੇ ਹਾਂ, ਨਾਲ ਮੱਥਾ ਟੇਕਣ ਜਾਂਦੇ ਹਾਂ, ਨਾਲ ਬਹਿਨੇ ਆ, ਅਤੇ ਉਹ ਬੰਦਾ ਕਹਿੰਦਾ ਆ ਜਾ ਵੀ ਲਾ ਲਈਏ ਪੈਸੇ, ਫਿਰ ਲਈਏ 5-7 ਲਾਟਾਂ। ਕੀ ਖਾਸ ਖਿਆਲ ਰੱਖਣ ਦੀ ਲੋੜ ਹੈ ਜੀ? ਕਾਫੀ ਸੰਕੇਤ ਨਿਸ਼ਾਨੀਆਂ ਹੁੰਦੀਆਂ ਜੀ। ਉਹ ਵਿਅਕਤੀ ਜਿਹੜਾ ਤੁਹਾਨੂੰ ਇਹ ਕਹਿ ਕੇ ਤੁਹਾਨੂੰ ਯਕੀਨ ਦਿਵਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਉਸ ਕੋਲ ਕੋਈ
ਸੀਕ੍ਰੇਟ ਇਨਫੋਰਮੇਸ਼ਨ ਆ ਅਤੇ ਉਹ ਇਹ ਜਾਣਕਾਰੀ ਤੁਹਾਡੇ ਨਾਲ ਇਸ ਲਈ ਸਾਂਝੀ ਕਰ ਰਿਹਾ ਕਿਉਂਕਿ ਤੁਸੀਂ ਦੋਵੇਂ ਇੱਕੋ ਧਰਮ ਨੂੰ ਬਿਲੋਂਗ ਕਰਦੇ ਹੋ, ਇੱਕੋ ਧਾਰਮਿਕ ਸਥਾਨ ਤੇ ਜਾਂਦੇ ਹੋ। ਜਾਂ ਤੁਹਾਨੂੰ ਇਹ ਕਵੇ ਵੀ ਥੋੜ੍ਹੇ ਜਿਹੇ ਜਾਂ ਕਿਸੇ ਵੀ ਖਤਰੇ ਬਿਨਾਂ ਵੱਡੀ ਰਕਮ ਵਾਪਸ ਪ੍ਰਾਪਤ ਕਰਨ ਦੇ ਵਾਅਦੇ ਕਰਦੇ ਆ ਜੀ ਤੁਹਾਡੇ ਨਾਲ, ਉਹ ਤੁਹਾਡੇ ਤੇ ਇਨਵੈਸਟਮੈਂਟ ਕਰਨ ਜਾਂ ਖਰੀਦੋ ਫਰੋਖਤ ਕਰਨ ਲਈ ਦਬਾਅ ਪਾਉਣ ਦੀ ਵੀ ਕੋਸ਼ਿਸ਼ ਕਰਦੇ ਹਨ। ਅਤੇ ਉਹ ਵਿਅਕਤੀ ਇਹ ਵੀ ਚਾਹੁੰਦੇ ਆ ਵੀ ਜਿਹੜਾ ਤੁਸੀਂ ਇਨਵੈਸਟਮੈਂਟ ਬਾਰੇ ਕਿਸੇ ਨਾਲ ਕੋਈ ਹੋਰ ਜਾਣਕਾਰੀ ਸਾਂਝੀ ਨਾ ਕਰੋ। ਸੋ ਜਦ ਕੋਈ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਹੋਣ ਤਾਂ ਤੁਹਾਡੇ ਡੈਫੀਨੇਟਲੀ ਤੁਹਾਡੇ ਮਨ 'ਚ ਸ਼ੰਕਾ ਜ਼ਰੂਰ ਪੈਦਾ ਹੋਣੀ ਚਾਹੀਦੀ ਹੈ ਕਿ ਇਹ ਬੰਦਾ ਚਾਹੁੰਦਾ ਕੀ ਹੈ ਜੀ। ਚਾਰਜਸ ਲੱਗਣ ਤੋਂ ਬਾਅਦ ਤੁਹਾਡੀ ਭਾਸ਼ਾ, ਸਾਡੀ ਭਾਸ਼ਾ ਇਹ ਹੁੰਦੀ ਆ ਵੀ ਜਦ ਤੱਕ ਪ੍ਰੂਵਨ ਨਹੀਂ ਹੁੰਦਾ ਉਹ ਇਨੋਸੈਂਟ ਹੈ। ਕਲੋਨਾ ਦੇ ਵਿੱਚ ਇੱਕ ਟੀਨੇਜਰ ਨੇ ਗੁਰਦੁਆਰਾ ਦੇ ਗ੍ਰੰਥੀ ਵਿਰੁੱਧ ਦੋਸ਼ ਲਾਏ ਸੀ, ਉਹ ਤੁਸੀਂ ਉਸ ਕੇਸ 'ਚ ਇਨਵੋਲਵ ਸੀ, ਦੱਸ ਸਕਦੇ ਹੋ ਕੁਛ? ਹਾਂ ਬਿਲਕੁਲ ਜੀ, ਮੈਨੂੰ ਵਕਾਲਤ ਕਰਦੇ ਪੂਰੇ 30 ਸਾਲ ਹੋ ਗਏ ਜੀ ਕੈਨੇਡਾ 'ਚ ਆਲਮੋਸਟ ਜੀ। ਉਹ ਕੇਸ ਮੇਰੀ ਜ਼ਿੰਦਗੀ ਦੇ ਬਹੁਤ ਹੀ ਮਹੱਤਵਪੂਰਨ ਕੇਸਾਂ 'ਚ ਇੱਕ ਸੀਗਾ ਜੀ, ਕਿਉਂਕਿ ਇਸ ਕੇਸ 'ਚ ਆਪਣੇ ਗੁਰੂ ਘਰ ਸਾਹਿਬ ਦੀ ਸਾਖ ਦਾਅ ਤੇ ਲੱਗੀ ਹੋਈ ਸੀ। ਜਦ ਆਪਾਂ ਗੱਲਬਾਤ ਕਰੀ ਧਾਰਮਿਕ ਸਥਾਨ ਚਾਹੇ ਗੁਰਦੁਆਰਾ, ਮੰਦਿਰ, ਚਰਚ, ਮਸਜਿਦ ਹੈ ਤਾਂ ਬਾਏ ਦਾ ਐਂਡ ਆਫ ਦਾ ਡੇ ਇੱਕੋ ਗੱਲ ਸਿਖਾਉਂਦੇ ਆ ਬੰਦੇ ਨੂੰ ਵਧੀਆ ਇਨਸਾਨ ਬਣਾਉਣਾ ਜੀ। ਅਸੀਂ ਇੱਥੇ ਕਾਨੂੰਨ ਦੇ ਦੋਵਾਂ ਹੀ ਪਹਿਲੂਆਂ ਬਾਰੇ ਗੱਲਬਾਤ ਕਰਨ ਲਈ ਅੱਜ ਹਾਜ਼ਰ ਹਾਂ ਜੀ। ਇਹ ਕੇਸ BC 'ਚ ਹੋਇਆ ਸੀ ਜਿਸ 'ਚ ਇੱਕ ਨੌਜਵਾਨ ਲੜਕੀ ਨੇ ਇਹ ਦੋਸ਼ ਲਾਏ ਸਨ ਕਿ ਗ੍ਰੰਥੀ ਸਾਹਿਬ ਨੇ ਉਸ ਨਾਲ ਗਲਤ ਵਿਵਹਾਰ ਕੀਤਾ, ਉਹਦਾ ਬਲਾਤਕਾਰ ਕੀਤਾ। ਸਾਨੂੰ ਇਸ ਗੱਲ ਦਾ ਪਤਾ ਸੀ ਕਿ ਗ੍ਰੰਥੀ ਸਾਹਿਬ ਬਿਲਕੁਲ ਨਿਰਦੋਸ਼ ਹਨ, ਇਸ ਲਈ ਜਦ ਸਾਡੇ ਕੋਲ ਕੇਸ ਆਇਆ ਉਸ ਵੇਲੇ ਸਾਡੀ ਸਾਰੀ ਫਰਮ ਦੇ ਲਾਇਰਸ ਬਾਕੀ ਸਾਰਾ ਕੰਮ ਛੱਡ ਕੇ ਇਸ ਕੇਸ ਦੇ ਉੱਪਰ ਜੁਟ ਗਏ ਸੀਗੇ ਜੀ। ਜੀ, ਕੇਸ ਦੇ ਵਿੱਚ ਹੋਇਆ ਕੀ ਜੀ ਫਿਰ? ਹਰੀਸ਼ ਜੀ, ਜਿਵੇਂ ਕਿ ਆਮ ਕੇਸਾਂ 'ਚ ਹੁੰਦਾ, ਇਸ ਕੇਸ 'ਚ ਵੀ ਕਮਿਊਨਿਟੀ ਦੋ ਫਾੜ ਹੋ ਗਈ ਸੀਗੀ। ਹਾਲਾਤ ਬਹੁਤ ਹੀ ਖਰਾਬ ਹੋ ਗਏ ਸਨ ਕਿਉਂਕਿ ਇਸ ਕੇਸ ਬਾਰੇ ਸਾਰੇ ਕੈਨੇਡਾ ਨੂੰ ਪਤਾ ਲੱਗ ਗਿਆ ਸੀ ਜੀ। ਜਿਸ ਦਿਨ ਇਸ ਕੇਸ ਦੀ ਪੇਸ਼ੀ ਅਦਾਲਤ ਸੀ, ਅਸੀਂ ਸਰਕਾਰੀ ਵਕੀਲ ਨੂੰ ਇਹ ਦਿਖਾਉਣ 'ਚ ਕਾਮਯਾਬ ਰਹੇ ਕਿ ਉਹ ਕੇਸ ਨਹੀਂ ਜਿੱਤ ਸਕਦੇ, ਇਸ ਲਈ ਉਹਨਾਂ ਨੇ ਆਪਣੇ ਹੱਥ ਖੜੇ ਕਰ ਦਿੱਤੇ ਅਤੇ ਗ੍ਰੰਥੀ ਸਾਹਿਬ ਨੂੰ ਰਿਹਾ ਕਰ ਦਿੱਤਾ ਗਿਆ ਜੀ। ਇਸ ਕਰਕੇ ਇਹ ਬਹੁਤ ਹੀ ਮਹੱਤਵਪੂਰਨ ਹੈ ਕਿ ਜਦੋਂ ਤੱਕ ਸਾਰੇ ਸਬੂਤ ਸਾਹਮਣੇ ਨਹੀਂ ਆ ਜਾਂਦੇ, ਫੈਸਲਾ ਕਰਨ 'ਚ ਜਲਦਬਾਜ਼ੀ ਬਿਲਕੁਲ ਨਹੀਂ ਕਰਨੀ ਚਾਹੀਦੀ। ਅੱਛਾ ਵਕੀਲ ਸਾਹਿਬ, ਇੱਕ ਹੋਰ ਗੱਲ ਚੱਲਦੀ ਆ ਕਮਿਊਨਿਟੀ ਦੇ ਵਿੱਚ, ਜਿਵੇਂ ਤੁਸੀਂ ਕਹੋ ਵੀ ਮੈਂ ਵਕੀਲ ਵਧੀਆ ਪਰ ਇਦੋਂ ਪਹਿਲਾਂ ਮੈਂ ਪਾਇਲਟ ਬਹੁਤ ਵਧੀਆ, ਕੋਈ ਕਹੇ ਮੈਂ ਹੱਥ ਦੇਖਣ ਵਾਲਾ ਮੈਂ ਤਾਂ ਜੀ ਜਹਾਜ਼ ਉਡਾਉਂਦਾ ਰਿਹਾ, ਮੈਂ ਨਗ ਪਵਾਉਣਾ, ਮੈਂ ਜਹਾਜ਼ ਦਾ ਕੈਪਟਨ ਰਿਹਾ, ਮੈਨੂੰ ਦੱਸੋ ਇਹ ਕੋਈ ਮਤਲਬ ਹੈ? ਇਹ ਸਿਰਫ ਤੇ ਸਿਰਫ ਪ੍ਰਭਾਵ ਦੇਣ ਦੀ ਗੱਲ ਹੈ। ਮੈਂ ਕਹਾਂ ਮੈਂ ਇੱਕ ਵਧੀਆ ਬਰੋਡਕਾਸਟਰ ਹਾਂ, ਇਦੋਂ ਪਹਿਲਾਂ ਮੈਂ ਵਧੀਆ ਵਕੀਲ ਸੀ, ਮੈਂ ਵਧੀਆ ਇੰਜੀਨੀਅਰ ਸੀ, ਇਹ ਇੰਟਾਇਰਲੀ ਡਿਫਰੈਂਟ ਹੈ। ਠੀਕ ਆ, ਬੇਸਿਕ ਸਾਇੰਸ ਹੁੰਦੀ ਹੈ ਔਰ ਜਨਰਲ ਨੌਲੇਜ ਤੁਹਾਨੂੰ ਹੁੰਦੀ ਆ ਤੁਹਾਡੀ ਪੜ੍ਹਾਈ ਕਰਕੇ। ਜੇ ਕੋਈ ਠੱਗੀਆਂ ਵੱਡੀਆਂ ਜਿਹੜੀਆਂ ਜੋਤਸ਼ੀਆਂ ਦੀਆਂ ਨਗਾਂ ਵਾਲਿਆਂ ਦੀਆਂ ਨੇ, ਇਹਨਾਂ ਬਾਰੇ ਕੀ ਕਹਿੰਦੇ ਹੋ ਜੀ? ਇਹਨਾਂ ਤੇ ਵੀ ਕੇਸ ਹੋ ਸਕਦਾ? ਇਸ ਦੀ ਜਿਹੜੀ ਸ਼ੁਰੂਆਤ ਹੈ ਜੀ ਆਮ ਕਰਕੇ ਇੱਕ ਅਜਿਹੇ ਇਨਸਾਨ ਤੋਂ ਹੁੰਦੀ ਹੈ ਜੋ ਆਪਣੀ ਜ਼ਿੰਦਗੀ 'ਚ ਖੁਸ਼ ਨਹੀਂ ਹੁੰਦਾ। ਇਸ ਦਾ ਕਾਰਨ ਸ਼ਾਇਦ ਉਹਨਾਂ ਨੂੰ ਆਪਣੇ ਪਤੀ ਪਤਨੀ ਜਾਂ ਬੱਚਿਆਂ ਤੋਂ ਕੋਈ ਪਰੇਸ਼ਾਨੀ ਹੋਵੇ ਜਾਂ ਆਪਣੇ ਕਾਰੋਬਾਰ 'ਚ ਉਹਨਾਂ ਦੇ ਕੋਈ ਘਾਟਾ ਵਗੈਰਾ ਪੈ ਰਿਹਾ ਹੋਵੇ ਜੀ। ਇਸ ਤਰ੍ਹਾਂ ਦੇ ਜਿਹੜੇ ਨਾਖੁਸ਼ ਇਨਸਾਨ ਉਹਨਾਂ ਅਖੌਤੀ ਸਾਧਾਂ ਜਾਂ ਪੰਡਤਾਂ ਕੋਲ ਫਸ ਜਾਂਦੇ ਹਨ, ਜਿਹੜੇ ਇਹ ਕਹਿੰਦੇ ਵੀ ਉਹ ਤੁਹਾਡੇ ਬੱਚੇ ਦੀ ਸ਼ਾਦੀ ਵੀ ਕਰਵਾ ਦੇਣਗੇ, ਤੁਹਾਡੇ ਜਿਹੜੇ ਕਾਰੋਬਾਰ 'ਚ ਘਾਟਾ ਪੈ ਰਿਹਾ ਉਹਨੂੰ ਵੀ ਰੋਕ ਦੇਣਗੇ। ਥੋੜ੍ਹੇ ਸਮੇਂ ਬਾਅਦ ਇਹੀ ਲੋਕ ਆਪਣੇ ਸ਼ਿਕਾਰ ਹੋਏ ਵਿਅਕਤੀ ਨੂੰ ਇਹ ਕਹਿਣਾ ਸ਼ੁਰੂ ਕਰ ਦਿੰਦੇ ਆ ਵੀ ਤੇਰੇ ਤੇ ਤਾਂ ਬਾਈ ਬਹੁਤ ਬੜਾ ਕੋਈ ਗ੍ਰਹਿ, ਕੋਈ ਸ਼ਰਾਪ ਹੈ, ਜਦ ਤਾਈਂ ਤੂੰ ਇਹਦਾ ਹੱਲ ਨਹੀਂ ਕਰੇਗਾ ਤਦ ਤਾਈਂ ਤੇਰੀ ਜ਼ਿੰਦਗੀ 'ਚ ਕੋਈ ਖੁਸ਼ੀ ਨਹੀਂ ਆਉਣੀ। ਲੋਕੀ ਮਜਬੂਰਨ ਹੋ ਕੇ ਜੀ ਕੋਈ $10,000 ਇਹਨਾਂ ਨੂੰ ਫੜਾਇਆ ਜਾਂਦਾ, ਕੋਈ $20,000 ਫੜਾਇਆ ਜਾਂਦਾ। ਬਾਏ ਦਾ ਐਂਡ ਆਫ ਦਾ ਡੇ ਇਹਨਾਂ ਨੂੰ ਪਤਾ ਹੁੰਦਾ ਕਿ ਵੀ ਇਹ ਨਾ ਕਿਸੇ ਦਾ ਕੋਈ ਹੱਲ ਕਰ ਸਕਦੇ ਆ, ਨਾ ਕੋਈ ਕਿਸੇ ਦਾ ਜ਼ਿੰਦਗੀ ਸਹੀ ਕਰ ਸਕਦੇ ਆ, ਇਹ ਸਿਰਫ ਲੋਕਾਂ ਨਾਲ ਧੋਖਾਧੜੀ ਕਰ ਸਕਦੇ ਆ ਜੀ। ਅੱਛਾ, ਆਉਂਦੇ ਆ, ਵਿਜ਼ਿਟ 'ਤੇ ਰਹਿੰਦੇ ਆ, ਕੈਸ਼ ਲੈਂਦੇ ਆ ਅਤੇ ਸਾਰੇ ਹੀ ਇਹ ਕੈਸ਼ ਲੈਂਦੇ ਆ ਜੀ, ਜਿਹੜਾ ਇਹ ਹੱਥ ਪੱਲਾ ਦੇਖਣ ਵਾਲੇ, ਅਤੇ 5,000 7,000 ਵਕੀਲ ਸਾਹਿਬ। ਫਿਰ ਉਹ ਕਹਿੰਦੇ ਆ ਵੀ ਸਾਲ ਬਾਅਦ ਇਹ ਨਗ ਹੈ ਇਹਨੂੰ ਅਪਗ੍ਰੇਡ ਕਰਨਾ ਪੈਣਾ, ਇਉਂ ਨਹੀਂ ਵੀ 5-7 ਨਾਲ ਤੂੰ 20 ਸਾਲ ਪਾਈ ਫਿਰ ਆਉਣਾ ਪੈਣਾ ਤੈਨੂੰ। ਇਹਨਾਂ ਦਾ ਕੀ ਕਰ ਸਕਦੇ ਆ ਜੀ? ਇਹਨਾਂ 'ਤੇ ਕੋਈ ਚਾਰਜਸ ਲੱਗਦੇ ਆ? ਡੈਫੀਨੇਟਲੀ ਜੀ, ਉਹਨਾਂ ਨੂੰ ਧੋਖਾਧੜੀ ਚਾਰਜ ਕੀਤਾ ਜਾ ਸਕਦਾ ਅਤੇ ਕੈਨੇਡਾ ਭਰ 'ਚ ਲੋਕਾਂ ਨੂੰ ਇਸ ਤਰ੍ਹਾਂ ਦੀਆਂ ਧੋਖਾਧੜੀ ਲਈ ਚਾਰਜ ਕੀਤਾ ਵੀ ਜਾ ਚੁੱਕਿਆ ਜੀ।
ਧੋਖਾਧੜੀ ਮੁਨਾਫਾ ਕਮਾਉਣ ਲਈ ਕਿਸੇ ਹੋਰ ਵਿਅਕਤੀ ਨਾਲ ਚਲਾਕੀ ਜਾਂ ਧੋਖਾ ਕਰਨ ਨੂੰ ਆਖਿਆ ਜਾਂਦਾ। ਅਤੇ ਜਿਹੜਾ ਧੋਖਾਧੜੀ ਬੰਦਾ ਕਰਦਾ ਉਹ ਸਿਰਫ ਆਪਣਾ ਫਾਇਦਾ ਸੋਚਦਾ, ਦੂਜੇ ਦਾ ਨਹੀਂ ਜੀ। ਕਿਸੇ ਨੂੰ ਇਹ ਕਹਿਣਾ ਕਿ ਵੀ ਤੇਰੇ ਤੇ ਬਹੁਤ ਬੜਾ ਸ਼ਰਾਪ ਹੈ, ਤੇਰੇ ਤੇ ਬਹੁਤ ਬੜਾ ਪਹਾੜ ਡਿੱਗਣ ਵਾਲਾ, ਅਨਲੈਸ ਐਂਡ ਅੰਟਿਲ ਤੂੰ $20,000 ਦੇਂਗਾ, ਇਹ ਧੋਖਾਧੜੀ ਆ, ਹੋਰ ਕੁਛ ਨਹੀਂ ਜੀ। ਤੁਸੀਂ ਡੈਫੀਨੇਟਲੀ ਪੁਲਿਸ ਨੂੰ ਸ਼ਿਕਾਇਤ ਕਰਨ ਦੇ ਨਾਲ ਨਾਲ ਕਈ ਹੋਰ ਵੀ ਕਦਮ ਚੱਕ ਸਕਦੇ ਹੋ। ਤੁਸੀਂ ਈਵਨ ਇੰਡੀਆ 'ਚ ਬੈਠੇ ਹੋਏ ਲੋਕਾਂ ਨੂੰ ਵੀ ਕੈਨੇਡਾ ਦੀ ਅਦਾਲਤ ਵਿੱਚ ਘੜੀਸ ਸਕਦੇ ਹੋ। ਉਹ ਹੈ ਥੋੜ੍ਹਾ ਕੰਪਲੀਕੇਟਡ ਸਿਸਟਮ, ਪਰ ਕੀਤਾ ਜਾ ਸਕਦਾ ਹੈ। ਜਿਵੇਂ ਕਿ ਅਮਰੀਕਨ ਲੋਕਾਂ ਵੱਲੋਂ ਉਹਨਾਂ ਨਾਲ ਫੋਨ ਰਾਹੀਂ ਧੋਖਾਧੜੀ ਕਰਨ ਵਾਲੇ ਕੈਨੇਡੀਅਨ ਨਾਗਰਿਕਾਂ ਨੂੰ ਕਈ ਵਾਰ ਅਮਰੀਕਾ 'ਚ ਲਿਆਂਦਾ ਜਾਂਦਾ ਜੀ। ਇਸ ਤਰ੍ਹਾਂ ਕਰਨ ਲਈ ਅਦਾਲਤ ਦੇ ਸਰਕਾਰ ਰਾਹੀਂ ਗੁਜ਼ਰਨਾ ਪੈਂਦਾ। ਇਹ ਜਿਹੜੀ ਆਪਸ਼ਨ ਹੈ ਹੈਗੀ ਥੋੜ੍ਹੀ ਜਿਹੀ ਔਖੀ, ਪਰ ਕੀਤੀ ਜਾ ਸਕਦੀ ਹੈ। ਪਰ ਸਾਰਿਆਂ ਨਾਲੋਂ ਵੱਡੀ ਗੱਲ ਇਹ ਹੈ ਕਿ ਵੀ ਇਹਨਾਂ ਧੋਖਾਧੜੀ ਕਰਨ ਵਾਲੇ ਲੋਕਾਂ ਤੋਂ ਦੂਰ ਹੀ ਰਹੋ, ਕਿਉਂਕਿ ਇਹਨਾਂ ਨੇ ਕਿਸੇ ਨੂੰ ਨਹੀਂ ਬਖਸ਼ਣਾ ਜੀ। ਵਕੀਲ ਸਾਹਿਬ, ਕੈਨੇਡਾ ਦੇ ਜਿਹੜੇ ਰਿਹਾਇਸ਼ੀ ਸਕੂਲਾਂ 'ਚ ਮੂਲ ਨਿਵਾਸੀਆਂ ਨਾਲ ਹੋਇਆ ਉਹ ਬੜਾ ਡੇਂਜਰਸ ਸੀ ਜੀ। ਬਹੁਤ ਸਕੂਲ ਨੇ ਜਿਹ 'ਚ ਈਸਾਈ ਪਾਦਰੀਆਂ ਨੇ ਇਹ ਚਲਾਏ ਅਤੇ ਇਸ ਦੇ ਥੱਲੇ ਹੀ ਉਹਨਾਂ ਨੇ ਧਾਰਮਿਕ ਸਕੂਲਾਂ ਦੇ ਵਿੱਚ ਕਾਨੂੰਨ ਤੋੜਿਆ ਗਿਆ। ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ ਜੀ? ਅਸੀਂ ਸਾਰੇ ਇੰਡੀਆ, ਇੰਗਲੈਂਡ ਅਤੇ ਅਮਰੀਕਾ ਵਰਗੇ ਦੇਸ਼ਾਂ ਤੋਂ ਇੱਥੇ ਆਏ ਹਾਂ ਜੀ। ਹੁਣ ਅਸੀਂ ਸਾਰੇ ਕੈਨੇਡੀਅਨ ਮੂਲ ਨਿਵਾਸੀਆਂ ਨਾਲ ਕੀਤਾ ਗਿਆ ਭੈੜਾ ਵਿਵਹਾਰ ਕੈਨੇਡਾ ਦੇ ਇਤਿਹਾਸ ਪਿਛੋਕੜ ਦਾ ਸਭ ਤੋਂ ਕਾਲਾ ਪੰਨਾ ਜੀ। ਇਹਨਾਂ ਸਕੂਲਾਂ 'ਚ ਧਰਮ ਦੇ ਨਾਂ 'ਤੇ ਕੀਤਾ ਗਿਆ ਸਭ ਕੁਝ ਗੈਰ ਕਾਨੂੰਨੀ ਸੀ, ਜਿਸ 'ਚ ਦੁਰਵਿਵਹਾਰ, ਅਣਗਹਿਲੀ ਅਤੇ ਕੁਝ ਬੱਚਿਆਂ ਦੀਆਂ ਹੋਈਆਂ ਮੌਤਾਂ ਵੀ, ਕੁਝ ਤਾਂ ਨਹੀਂ ਸੈਂਕੜਾਂ ਹੀ ਬੱਚਿਆਂ ਦੀ ਮੌਤਾਂ ਵੀ ਸ਼ਾਮਲ ਹਨ ਜੀ। ਸਕੂਲ ਆਪਣੇ ਆਪ 'ਚ ਗੈਰ ਕਾਨੂੰਨੀ ਨਹੀਂ ਸਨ, ਪਰ ਕਾਨੂੰਨ ਬਣਾਉਣ ਵਾਲੀ ਸਰਕਾਰ ਮੂਲ ਦੇਸ਼ ਵਾਸੀਆਂ ਦੀ ਮਦਦ ਕਰਨ ਲਈ ਉਹਨਾਂ ਨੂੰ ਗੋਰੇ ਬਣਾਉਣਾ ਚਾਹੁੰਦੀ ਸੀ। ਪਰ ਇਹ ਕਰਦੇ ਕਰਦੇ ਇਸ ਦੇ ਉਲਟ ਉਹਨਾਂ ਨੂੰ ਕਈ ਪੀੜ੍ਹੀਆਂ ਤੱਕ ਨਰਕ ਭੋਗਣਾ ਪਿਆ ਜੀ। ਵਕੀਲ ਸਾਹਿਬ, ਇੱਕ ਅਖੀਰ ਦੇ ਵਿੱਚ ਗੱਲ ਇਹ ਦੱਸਿਓ ਬਈ ਜਵਾਕ ਨੂੰ ਤੁਸੀਂ ਧਾਰਮਿਕ ਅਕੀਦੇ 'ਚ ਪਾਲ ਰਹੇ ਹੋ, ਤੁਹਾਡਾ ਜਵਾਕ ਧਾਰਮਿਕ ਸਿੱਖਿਆ ਲਈ ਕਿਸੇ ਵੀ ਗੁਰਦੁਆਰੇ, ਮੰਦਰ, ਮਸਜਿਦ 'ਚ ਜਾਂਦਾ ਹੈ ਅਤੇ ਜਵਾਕ ਆ ਕੇ 15-12 ਸਾਲ ਦਾ ਦੱਸਦਾ ਵੀ ਮੇਰੇ ਨਾਲ ਜਿਹੜਾ ਟੀਚਰ ਹੈ ਧਾਰਮਿਕ, ਜਿਹੜਾ ਪੜ੍ਹਾਉਣ ਵਾਲਾ, ਮੇਰੇ ਨਾਲ ਧੱਕਾ ਕਰਦਾ, ਅਸੀਂ ਜਵਾਕ 'ਤੇ ਜੁੱਤੀ ਲਾਉਂਦੇ ਹਾਂ। ਉਹ ਕਹਿੰਦਾ ਨਾ ਮੇਰੇ ਬਾਬਾ ਜੀ ਨਾ ਕਹੀਂ, ਉਹ ਤਾਂ ਬ੍ਰਹਮ ਗਿਆਨੀ ਨੇ, ਉਹ ਤਾਂ ਪਹੁੰਚੇ ਹੋਏ ਨੇ, ਉਹ ਮਹਾਂਪੁਰਸ਼ ਨੇ, ਉਹ ਮਹਾਂਪੁਰਖ ਨੇ, ਉਹ ਖਾਸ ਬੰਦੇ ਨੇ, ਤੂੰ ਕਿਵੇਂ ਕਹਿ ਰਿਹਾ? ਤੇਰੀ ਜੀਭ 'ਚ ਪੈ ਜਾਣਗੇ ਕੀੜੇ। ਸੋ ਇਸ ਸਮੇਂ ਕੀ ਕਰਨ ਦੀ ਲੋੜ ਆ? ਅਤੇ ਆਖਰੀ ਸ਼ਬਦ ਇਸ ਗੱਲਬਾਤ ਬਾਰੇ ਕੋਈ? ਡੈਫੀਨੇਟਲੀ ਜੀ, ਜੇ ਤੁਹਾਡਾ ਬੱਚਾ ਤੁਹਾਡੇ ਕੋਲ ਆਪਣੇ ਦਿਲ ਦੀ ਗੱਲ ਆ ਕੇ ਸਾਂਝੀ ਕਰਦਾ, ਪਲੀਜ਼ ਉਹਦੀ ਗੱਲ ਜ਼ਰੂਰ ਸੁਣੋ, ਉਹਨੂੰ ਆਪਣੀ ਗੱਲ ਕਹਿਣ ਦਾ ਮੌਕਾ ਦਿਓ, ਕਿਉਂਕਿ ਬੱਚੇ ਰੱਬ ਦਾ ਰੂਪ ਹੁੰਦੇ ਆ। ਮੋਸਟ ਆਫ ਦਾ ਟਾਈਮ ਉਹਨਾਂ ਨੇ ਤੁਹਾਨੂੰ ਸੱਚ ਹੀ ਦੱਸਣਾ ਜੀ। ਇੰਸਟੈਡ ਆਫ ਵੀ ਆਪਾਂ ਜੁੱਤੀ ਲਾ ਕੇ ਉਹਨਾਂ ਦੀ ਧੌੜੀ ਲਾਣੀ ਸ਼ੁਰੂ ਕਰ ਦਈਏ। ਬਾਹਰ ਕੀ ਹੁੰਦਾ ਗਿਲ ਸਾਹਿਬ, ਸਾਡੇ ਹੱਥੋਂ ਇੰਨੇ ਸੀਰੀਅਸ ਕੇਸਿਸ ਮੇਰੇ ਹੱਥੋਂ ਨਿਕਲਦੇ ਆ, ਮੈਂ ਕਈ ਵਾਰ ਸੋਚਦਾ ਹੁੰਦਾ ਕਿ ਵੀ ਇਹ ਬੰਦੇ ਆ ਜਾਂ ਜਾਨਵਰ। ਪਰ ਸਾਡਾ ਸਭ ਤੋਂ ਉੱਚਾ ਕਾਨੂੰਨ ਹੈ ਜੀ ਆਪਣਾ, ਸਾਡਾ ਸੰਵਿਧਾਨ, ਜੋ ਇਹਨਾਂ ਸ਼ਬਦਾਂ ਨਾਲ ਸ਼ੁਰੂ ਹੁੰਦਾ ਜੀ, ਕੈਨੇਡਾ ਦੀ ਸਥਾਪਨਾ ਰੱਬ ਦੀ ਸਰਬ ਉੱਚਤਾ ਅਤੇ ਕਾਨੂੰਨ ਦੇ ਰਾਜ ਹੇਠਾਂ ਕੀਤੀ ਗਈ ਹੈ। ਇਹ ਆਪਣੇ ਕੌਂਸਟੀਟਿਊਸ਼ਨ 'ਚ ਲਿਖਿਆ ਜੀ। ਸਾਡੇ ਜੀਵਨ ਅਤੇ ਕਾਨੂੰਨ 'ਚ ਧਰਮ ਦਾ ਇੱਕ ਸਥਾਨ ਹੈ। ਸਾਨੂੰ ਸਭ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਕਿ ਧਰਮ ਸਾਨੂੰ ਵਧੀਆ ਇਨਸਾਨ ਬਣਨ ਲਈ ਕਹਿੰਦਾ ਜੀ। ਬਾਕੀ ਹਰਜੀਤ ਜੀ, ਦੁਨਿਆਵੀ ਜਿਹੜੇ ਕਾਨੂੰਨੀ ਦੁਨੀਆ ਤੋਂ ਉੱਚੇ ਉੱਠ ਕੇ ਵੇਖੀਏ ਤਾਂ ਕਿਸੇ ਨੇ ਸੱਚ ਹੀ ਕਿਹਾ ਵੀ ਖੁਦਾ ਦੀ ਅਦਾਲਤ 'ਚ ਵਕਾਲਤ ਨਹੀਂ ਹੁੰਦੀ, ਅਗਰ ਸਜ਼ਾ ਹੋ ਜਾਏ ਤਾਂ ਜ਼ਮਾਨਤ ਨਹੀਂ ਹੁੰਦੀ। ਸੋ ਇਹਨਾਂ ਅਦਾਲਤਾਂ ਨੂੰ ਤਾਂ ਛੱਡੋ, ਜਿਹੜੀ ਰੱਬ ਦੀ ਅਦਾਲਤ ਆ ਉਹਦੇ ਵਿੱਚ ਆ ਕੇ ਆਪਾਂ ਕਿਸ ਤਰ੍ਹਾਂ ਸਾਹਮਣਾ ਕਰਾਂਗੇ, ਉਹਦੇ ਬਾਰੇ ਥੋੜ੍ਹਾ ਜਿਹਾ ਵਿਚਾਰ ਕਰਨਾ ਸ਼ੁਰੂ ਕਰੋ। ਬਹੁਤ ਬਹੁਤ ਤੁਹਾਡਾ ਧੰਨਵਾਦ ਜੀ। ਧੰਨਵਾਦ ਵਕੀਲ ਸਾਹਿਬ। ਅਤੇ ਇੰਨੀਆਂ ਪੜ੍ਹਾਈਆਂ ਅਤੇ ਇੰਨੇ ਚਿਰ ਦੇ ਵਕੀਲੀ ਕਰਨ ਤੋਂ ਬਾਅਦ ਰੱਬ ਦੀ ਹੋਂਦ, ਰੱਬ ਦਾ ਭੈ ਜਿਹੜਾ ਮਨ 'ਚ ਆ ਬੰਦੇ ਦੇ, ਉਹ ਇਹ ਇੱਕ ਬਹੁਤ ਵਧੀਆ, ਇੱਕ ਚੰਗੇ ਇਨਸਾਨ ਦਾ ਜਿਹੜਾ ਲਕਬ ਹੈ, ਇਨਸਾਨ ਇਹਨਾਂ ਚੀਜ਼ਾਂ ਕਰਕੇ ਦਿਖਦਾ। ਸ਼ੁਭ ਸ਼ਾਮਾਂ ਤੁਹਾਨੂੰ। ਥੈਂਕ ਯੂ। ਧੰਨਵਾਦ ਜੀ। ਉੱਘੇ ਵਕੀਲ ਬ੍ਰਿਜਮੋਹਨ ਹੋਣੀ ਗੱਲਬਾਤ ਕਰ ਰਹੇ ਸੀ। ਲਾ ਵੀ ਆਪਣੇ ਕੋਲ ਅੱਜ 20 ਮਿੰਟ ਨੇ, ਬੜਾ ਸੰਵੇਦਨਸ਼ੀਲ ਇਹ ਮਸਲਾ ਹੈ। ਜਿਸ ਦਿਨ ਆਪਣਾ ਰੁਤਬੇ ਦੀ ਨੂੰ ਭੰਗ ਕਰਕੇ ਬੰਦਾ ਤੁਹਾਡੇ ਨਾਲ ਧੋਖਾ ਕਰਦਾ ਹੈ ਜਾਂ ਜਿਸਮਾਨੀ ਤੁਹਾਡਾ ਸ਼ੋਸ਼ਣ ਕਰਦਾ ਹੈ,
ਧਾਰਮਿਕ ਅਦਾਰਿਆਂ ਦੇ ਵਿੱਚ ਜਿਵੇਂ ਵਿਨੀਪੈਗ ਦਾ ਕੇਸ, ਇਹਦੇ ਬਾਰੇ ਜਿਹੜੀ ਤੁਸੀਂ ਤੁਹਾਡੀ ਰਾਏ ਹੈ ਤੇ ਕਮਿਊਨਿਟੀ ਕਿਵੇਂ ਧੋਚਦੀ ਹੈ? ਹਾਲੇ ਇਹ ਨਿਬੜਿਆ ਨਹੀਂ ਕੰਮ। ਬਹੁਤ ਵੱਡਾ ਵਰਗਾ ਕਮਿਊਨਿਟੀ ਦੇ ਵਿੱਚ ਜਿਹੜੇ ਬਿਲਕੁਲ ਉਹ ਕਹਿੰਦੇ ਨੇ ਜਿਹੜਾ ਕੁਛ ਸਾਡਾ ਧਾਰਮਿਕ ਆਗੂ ਕਹਿ ਰਿਹਾ ਉਹ ਠੀਕ ਹੈ, ਜਵਾਕਾਂ ਜੱਲਿਆਂ ਨੂੰ ਜਿਹੜਾ ਕੁਛ ਮਰਜ਼ੀ ਟੱਬਰਾਂ ਟੀਹਰਾਂ ਨੂੰ ਉਹ ਕਹਿੰਦੇ ਨਾ 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 ਕੋਈ ਆਪਾਂ ਗੱਲ ਨਹੀਂ ਕਰਨ ਦਿੰਦੇ ਆਪਣੇ ਪਰਿਵਾਰਾਂ ਦੇ ਨਾਲ, ਆਪਣੇ ਬਾਲ ਬੱਚਿਆਂ ਨਾਲ, ਨਾ ਉਹ ਖੜ ਕੇ ਪਰਾਂ ਹੋ ਕੇ ਗੱਲ ਕਰ। ਪਰ ਇੱਕ ਜਗ੍ਹਾ 'ਤੇ ਆ ਕੇ ਅਸੀਂ ਐਡੇ ਵਿਸ਼ਵਾਸ 'ਚ ਆਉਂਦੇ ਹਾਂ, ਉਹ ਕਹਿੰਦੇ ਨਾ ਸਾਨੂੰ ਇੱਥੇ ਰੱਬ ਦਾ ਇਹ ਰੂਪ ਆ। ਸਾਨੂੰ ਉੱਥੇ ਜਦ ਭੰਗਣਾ ਪੈਂਦੀ ਹੈ ਫਿਰ ਕੀ ਹੁੰਦਾ? ਆਪਣਾ ਰੁਤਬਾ ਵਰਤ ਕੇ, ਚਾਹੇ ਉਹ ਕੋਈ ਵੀ ਰੁਤਬਾ ਹੋਵੇ, ਚਾਹੇ ਰਾਜਨੀਤੀ ਦਾ ਹੋਵੇ, ਧਰਮ ਦਾ ਹੋਵੇ, ਸੱਭਿਆਚਾਰ ਦਾ ਹੋਵੇ, ਤੇ ਕੋਈ ਵੀ ਰੁਤਬਾ ਹੋਵੇ, ਜਾਂ ਰੁਤਬਾ ਵਰਤ ਕੇ ਕੋਈ ਸ਼ੋਸ਼ਣ ਕਰਦਾ ਹੈ, ਉਹਦੇ ਬਾਰੇ ਅੱਜ ਮੈਂ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ। 604 204 0600। ਵਰਿੰਦਰ ਬੰਗੜ ਜੀ, ਤੁਸੀਂ ਏਅਰ 'ਤੇ ਹੋ। ਵਰਿੰਦਰ ਜੀ। ਹੈਲੋ ਹਾਂਜੀ ਹਰਜੀਤ ਭਾਜੀ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਤੁਸੀਂ ਅੱਜ ਮੈਂ ਸੁਣਿਆ ਤੁਹਾਡਾ ਟੌਪਿਕ ਵਕੀਲ ਸਾਹਿਬ ਨਾਲ ਵੀ ਜੋ ਇੱਥੇ ਹੁੰਦਾ ਰਿਹਾ ਓਰੀਜਨਲ ਲੋਕਾਂ ਦੇ ਨਾਲ ਜੀ। ਚਲੋ ਇੱਥੇ ਦਾ ਇਹ ਹੋਇਆ ਵੀ ਚਲੋ ਲੇਟ ਰਸੂਲ ਨੇ ਜਿੱਦਾਂ ਵੀ ਆਇਆ, ਗੌਰਮੈਂਟ ਨੇ ਵੀ ਉਹਦਾ ਐਪਰੀਸ਼ੀਏਟ ਕੀਤਾ, ਕੰਮ ਐਪਰੀਸ਼ੀਏਟ ਨਹੀਂ, ਮਾਫੀ ਮੰਗੀ ਤੇ ਕੰਪਨਸੇਟ ਵੀ ਕੀਤਾ ਜੀ। ਪਰ ਮੈਂ ਬੈਕ ਜੋ ਇੱਥੇ ਗੁਰਦੁਆਰੇ ਮੰਦਿਰਾਂ ਮਸਜਿਦਾਂ ਹੁੰਦਾ ਉਹ ਵੀ ਉਹਦੀ ਦੱਸ ਕੇ ਗਏ ਕਿੱਦਾਂ ਉਹਦੀ ਕੇਸ ਲੜੇ। ਮੈਂ ਗੱਲ ਜਿੱਥੇ ਕਰਨੀ ਚਾਹੁੰਦਾ ਜਿੱਥੇ ਆਪਾਂ ਬੈਕ ਇੰਡੀਆ ਤੋਂ ਆਏ ਆ ਜੀ ਜੀ, ਜੋ ਅੱਜ ਵੀ ਉੱਥੇ ਸ਼ਰੇਆਮ ਔਰ ਖੁੱਲ੍ਹੇਆਮ ਹੁੰਦਾ, ਕਿਉਂਕਿ ਮੈਂ ਪਿੱਛੇ ਜਿਹਾ ਇੱਕ ਲੇਖ ਪੜ੍ਹਿਆ ਅਖਬਾਰ ਦਾ, ਉਹ ਮੇਰੇ ਤੋਂ ਮਿਸ ਹੋ ਗਿਆ। ਮੈਂ ਕੋਸ਼ਿਸ਼ ਕਰੂੰਗਾ ਲੱਭ ਕੇ ਤੁਹਾਨੂੰ ਭੇਜਣ ਦਾ। ਜੀ ਜੀ ਭੇਜਿਓ। ਉਹਨੂੰ ਪੜ੍ਹਿਓ। ਜੋ ਇੰਡੀਆ ਦੇ ਵਿੱਚ ਦੇਵਦਾਸੀਆਂ ਦਾ ਹਾਲ ਮੰਦਿਰਾਂ 'ਚ ਹੋ ਰਿਹਾ ਅੱਜ ਵੀ, ਉਹ ਵੀ ਕੋਈ ਲੁਕਿਆ ਛੁਪਿਆ ਨਹੀਂ ਕਿਸੇ ਤੋਂ, ਉਹ ਇਸ ਤੋਂ ਵੀ ਘਿਨਾਉਣਾ ਹੈ ਜੀ। ਜੋ ਅੱਜ ਵੀ ਜਦੋਂ ਕੁੜੀ ਕੋ ਜਵਾਨ ਹੁੰਦੀ ਉੱਥੇ ਦੇਵਦਾਸੀ ਦੱਸ ਕੇ ਮੰਦਿਰਾਂ ਜੋ ਪੁਜਾਰੀ ਉਹਨਾਂ ਕਰਦੇ ਆ, ਜਦੋਂ ਉਹਦੀ ਥੋੜੀ ਜਿਹੀ ਉਮਰ ਢਲ ਜਾਂਦੀ ਆ ਤੇ ਉਹਨੂੰ ਬਾਹਰ ਮੰਗਣ ਲਈ ਛੱਡ ਦਿੰਦੇ ਆ, ਜਾਂ ਫਿਰ ਉਹਨਾਂ ਨੂੰ ਕੋਠਿਆਂ ਤੇ ਬਹਾਲ ਦਿੱਤਾ ਜਾਂਦਾ। ਇਹ ਅੱਜ ਵੀ ਉੜੀਸਾ ਵਿੱਚ ਕੀ ਹੋਰ ਕੀ ਇੰਡੀਆ ਦੇ ਬਹੁਤ ਵੱਖਰੇ ਕਈਆਂ ਸਟੇਟਾਂ ਵਿੱਚ ਚੱਲਦਾ। ਮੈਂ ਰਿਪੋਰਟ ਪੜ੍ਹੀ ਸੀ ਕਿਸੇ ਰਿਪੋਰਟਰ ਦੀ, ਬੜੇ ਮੰਨੇ ਪਰਮੰਨੇ ਦੀ। ਮੈਂ ਕੋਸ਼ਿਸ਼ ਕਰੂੰਗਾ ਲੱਭ ਕੇ ਤੁਹਾਨੂੰ ਭੇਜਣ ਜ਼ਰੂਰ, ਤੇ ਮੈਂ ਆਸ ਕਰਦਾ ਤੁਸੀਂ ਉੱਤੇ ਗੱਲ ਵੀ ਕਰੋਗੇ। ਬਿਲਕੁਲ ਕਰੂੰਗਾ। ਇਹ ਚੀਜ਼ ਵਿਚਾਰਨ ਵਾਲੀ ਹੈ ਜੀ। ਅਸੀਂ ਆਪਾਂ ਉੱਥੋਂ ਆਏ ਆ, ਇੱਥੇ ਬਹੁਤ ਆਪਣੇ ਹੁਣੇ ਹੀ ਬਹੁਤ ਬੰਦਿਆਂ ਨਾਲ ਆ ਕੇ ਗੱਲਾਂ ਵੀ ਕਰ ਰਹੀਆਂ ਜੀ। ਜੇ ਉਹਨਾਂ ਨੂੰ ਕਿਸੇ ਨੂੰ ਇਹਦੇ ਬਾਰੇ ਨੌਲੇਜ ਆਵੇ ਦੇਵਦਾਸੀਆਂ ਕੀ ਆ, ਜ਼ਰੂਰ ਦੱਸਣ ਜੀ। ਥੈਂਕ ਯੂ ਬੰਗੜ ਸਾਹਿਬ, ਧੰਨਵਾਦ ਬਹੁਤ ਬਹੁਤ, ਥੈਂਕ ਯੂ। ਰਵਿੰਦਰ ਕੰਗ ਜੀ, ਲਾਈਨ ਨੰਬਰ 2। ਹੈਲੋ ਜੀ। ਹਾਂਜੀ ਗਿਆਲ ਸਾਹਿਬ ਸਤਿ ਸ਼੍ਰੀ ਅਕਾਲ ਕੰਗ ਸਾਹਿਬ। ਗਿਆਲ ਸਾਹਿਬ ਇਹ ਸੇਮ ਹੈਪਨ ਜਿੱਦਾਂ ਹਨਾ ਸਾਡੇ ਨਿਆਣਿਆਂ ਨਾਲ ਹੋਇਆ ਸੀ ਅੱਜ ਤੋਂ 2 ਸਾਲ ਪਹਿਲਾਂ। ਅੱਛਾ ਜੀ। ਗੁਰਦੁਆਰੇ ਜਾਂਦੇ ਸੀ, ਕਲੋਵਰਡੇਲ ਗੁਰਦੁਆਰੇ। ਅੱਛਾ ਜੀ। ਅਸੀਂ ਬੜੀ ਸੇਵਾ ਕਰਨੀ ਗੁਰਦੁਆਰੇ ਜਾ ਕੇ, ਜਦੋਂ ਨਿਆਣਿਆਂ ਨੇ ਨਾ ਸਵੇਰੇ ਵੀ ਜਾਣਾ, ਸਕੂਲੇ ਜਾਣ। ਬਿਲਕੁਲ, ਤੁਸੀਂ ਮੇਰੇ ਨਾਲ ਸ਼ੇਅਰ ਕੀਤੀ ਸੀ, ਮੇਰੇ ਯਾਦ ਆ ਜੀ। ਬਿਲਕੁਲ ਠੀਕ ਹੈ। ਗਿੱਲ ਸਾਹਿਬ ਉਸ ਬੰਦੇ ਨੇ ਨਾ ਇੰਨਾ, ਅਸੀਂ ਪੁਲਿਸ ਨੂੰ ਰਿਪੋਰਟ ਕੀਤੀ, ਪਹਿਲਾਂ ਮਿਹਨਤਾਂ ਕੀਤੀਆਂ। ਮੈਂ ਉਹ ਬੰਦੇ ਨੂੰ ਗੁਰਦੁਆਰੇ ਦੀ ਬੇਇੱਜ਼ਤੀ ਹੁੰਦੀ ਹੈ ਜੀ, ਇਹਨਾਂ ਨੂੰ ਮੈਂ ਇੰਡੀਆ ਨੂੰ ਚਾੜ ਦੂੰਗਾ। ਜਦੋਂ ਉਹਨੇ ਕੋਈ ਗੱਲ ਨਹੀਂ ਕੀਤੀ, ਮੈਂ ਕਿਹਾ ਮੈਂ ਲੱਗਾ ਰਿਪੋਰਟ ਕਰਨ। ਪਹਿਲਾਂ ਤਾਂ ਉੱਥੇ ਜਦੋਂ ਗੁਰਦੁਆਰੇ ਇਹਨੇ ਅਸੀਂ ਜਾਣੋਂ ਵੀ ਹਟ ਗਏ ਸੀ ਗੁਰਦੁਆਰੇ, ਤੇ ਨਿਆਣੇ ਤੇ ਕਹਿੰਦੇ ਵੀ ਡੈਡੀ ਸਾਨੂੰ ਕਹੀ ਨਾ ਅੱਜ ਤੋਂ ਬਾਅਦ ਵੀ ਅਸੀਂ ਗੁਰਦੁਆਰੇ ਜਾਣਾ ਹੀ ਨਹੀਂ। ਉਹਨਾਂ ਨੇ ਤਾਂ 2 ਸਾਲ ਹੋ ਗਏ ਜੀ ਗੁਰਦੁਆਰੇ ਪੈਰ ਨਹੀਂ ਪਾਇਆ ਮੇਰੇ ਨਿਆਣਿਆਂ ਨੇ। ਨਹੀਂ ਤਾਂ ਨਿਆਣੇ ਸ਼ਾਮ ਨੂੰ ਵੀ ਸੌਖਾ ਸਮਝਦੇ, ਟਾਈਮ ਨਾਲ ਵੀ ਜਾਣਾ, ਸਵੇਰੇ ਵੀ ਜਾਣਾ, ਹਨਾ ਸੇਵਾ ਵੀ ਕਰਨੀ ਉੱਥੇ। ਤੇ ਉਹ ਨਿਆਣੇ ਕਹਿੰਦੇ ਵੀ ਸਾਨੂੰ ਤਾਂ ਅੱਜ ਨਹੀਂ ਕਹਿਣਾ ਵੀ ਤੂੰ ਗੁਰਦੁਆਰੇ ਜਾਣਾ ਜਾਂ ਨਹੀਂ ਜਾਣਾ। ਇਹ ਬੰਦਿਆਂ ਨੇ ਨਹੀਂ ਜੀ, ਅਸੀਂ ਪੁਲਿਸ ਨੂੰ ਪਰਚਾ ਕੀਤਾ। ਪੁਲਿਸ ਵਾਲਿਆਂ ਨੇ ਮੇਰੇ ਕੁੜੀਆਂ ਦੇ ਵੀ ਜਿੱਦਾਂ ਬਿਆਨ ਲਿਆ, ਤਾਂ ਮੋਰੋਂ ਪੁਲਿਸ ਵਾਲੇ ਪਤਾ ਕੀ ਕਹਿੰਦੇ ਜੀ ਆਪਣਾ ਦੂਜਾ ਇਹਦੇ ਵਿੱਚ ਮੇਰੇ ਸਾਹਮਣੇ ਦੀ ਗੱਲ ਹੈ ਜੀ, ਜਦੋਂ ਕੈਮਰਾ ਆਫ ਕਰ ਲਿਆ ਜਦੋਂ ਰਿਕਾਰਡਿੰਗ ਤੋਂ ਬਾਅਦ, ਪਹਿਲਾਂ ਤਾਂ 2 ਵਾਰੀ ਕੱਲਿਆਂ ਨੂੰ ਲੈ ਕੇ ਗਏ, ਕਹਿੰਦੇ ਕੱਲਿਆਂ ਨਾਲ ਕਰਨੀ ਆ। ਮੈਂ ਕਿਹਾ ਤੁਸੀਂ ਕੱਲਿਆਂ ਨਾਲ ਕੀ ਕਰਦੇ ਆ, ਹਨਾ। ਉਹ ਮੇਰੀ ਕੁੜੀ ਕਹਿੰਦੀ ਮੈਨੂੰ ਡੈਡੀ ਜਦੋਂ ਉੱਥੇ ਜਾਂਦੇ ਆ ਮੈਨੂੰ ਪੁਲਿਸ ਵਾਲੇ ਕਹਿੰਦੇ ਤੇਰੇ ਸਪੂਨ ਮਾਰਦਾ ਸੀ, ਤੇਰੀ ਚਮਚਾ ਮਾਰਦਾ ਸੀ। ਮੈਂ ਉਹਨਾਂ ਨੂੰ ਕਹਿੰਦੀ ਕੜਛੀ ਕਹਿੰਦੀ ਆ, ਉਹ ਸਪੂਨ ਮਾਰਦੇ ਆ। ਕਹਿੰਦੇ ਮੈਂ ਕਿਹਾ ਮੇਰੇ ਪਿੰਚ ਕਰਦਾ ਸੀ। ਕਹਿੰਦੇ ਉਹ ਫਿਰ ਉਦਾਂ ਕਰਦਾ ਹੋਊਗਾ ਨਾ, ਟੱਚ ਕਰਦਾ। ਮੈਂ ਕਿਹਾ ਮੈਨੂੰ ਟੱਚ ਕਰਦਾ ਸੀ, ਹਨਾ। ਤੇ ਇਹ ਪੁਲਿਸ ਵਾਲਿਆਂ ਨੇ ਵੀ ਕੋਈ ਸੁਣੀ ਨਹੀਂ ਮੁੜ ਕੇ ਜੀ। ਉਹ ਬੰਦੇ ਨੇ ਪਰਮਜੀਤ ਸਿੰਘ ਨਾਂ ਆ, ਕਲੋਵਰਡੇਲ ਗੁਰਦੁਆਰੇ ਦਾ ਪ੍ਰਧਾਨ ਆ, ਉਹਨੇ ਉਹ ਭਾਈ ਇੰਡੀਆ ਨੂੰ ਚਾੜਤੇ ਜੀ। ਸੋ ਕੇਸ ਕੁਛ ਨਹੀਂ ਹੋਇਆ ਜੀ। ਮੈਂ ਤੁਹਾਨੂੰ ਦੱਸਦਾ ਜੀ, ਇੰਡੀਆ ਨੂੰ ਚਾੜਤੇ। ਅਸੀਂ ਪੁਲਿਸ ਨੂੰ ਰਿਪੋਰਟ ਕੀਤੀ, ਪੁਲਿਸ ਵਾਲੇ ਕਹਿੰਦੇ ਜੀ ਹੁਣ ਤੁਸੀਂ ਅਸੀਂ ਕੀ ਕਰੀਏ, ਉਹਨਾਂ ਨੂੰ ਇੰਡੀਆ ਤੋਂ ਥੋੜ੍ਹਾ ਲਿਆ ਸਕਦੇ ਆ ਵੀ, ਉਹ ਤਾਂ ਇੰਡੀਆ ਚਲ ਗਿਆ, ਹਨਾ। ਮੈਂ ਕਿਹਾ ਵੀ ਇੰਡੀਆ ਤੇ ਚਲ ਗਿਆ, ਜਿਹੜੇ ਬੰਦੇ ਨੂੰ ਅਸੀਂ ਸਾਰਾ ਕੁਛ ਦੱਸਿਆ ਕਿ ਉੱਥੇ ਕੈਮਰੇ ਲੱਗੇ ਆ,
ਕੈਮਰੇ ਦੀਆਂ ਰਿਕਾਰਡਿੰਗਾਂ ਵਾ, ਉਹ ਬੰਦਾ ਮੁੱਕਰੀ ਜਾਂਦਾ ਵੀ ਕੈਮਰੇ ਦੀ ਰਿਕਾਰਡਿੰਗ ਨਹੀਂ ਹੋਈ, ਕੋਈ ਗੱਲ ਹੀ ਨਹੀਂ ਹੋਈ ਹੈ ਨਾ ਇੱਥੇ, ਹੈ ਨਾ। ਤੇ ਨਹੀਂ ਜੀ, ਕਹਿੰਦੇ ਜੀ ਉਹ ਤਾਂ ਹੁਣ ਤੁਸੀਂ ਕੀ ਚਾਹੁੰਦੇ ਆ? ਅਸੀਂ ਕਿਹਾ ਵੀ ਅਸੀਂ ਚਾਹੁੰਦੇ ਤਾਂ ਸਾਨੂੰ ਤਾਂ ਪਹਿਲਾਂ ਅਸੀਂ ਇਹਨੂੰ ਇਹ ਗੱਲ ਕਹੀ ਸੀ ਵੀ ਇਹਨਾਂ ਨੂੰ ਇੰਡੀਆ ਨੂੰ ਭੇਜਦੇ ਆ ਨਾ। ਕਹਿੰਦਾ ਵੀ ਜੇ ਤੁਸੀਂ ਚਾਹੁੰਦੇ ਸੀ ਇੰਡੀਆ ਨੂੰ ਭੇਜਦੇ ਤੇ ਉਹਨਾਂ ਨੇ ਇੰਡੀਆ ਨੂੰ ਭੇਜ ਦਿੱਤੇ, ਹੈ ਨਾ। ਅਸੀਂ ਕਿਹਾ ਚਲੋ ਠੀਕ ਹੈ ਨਾ, ਵੀ ਅਸੀਂ ਚੁੱਪ ਕਰਕੇ ਬਹਿ ਗਏ। ਉਹ ਬੰਦੇ ਨੇ ਆ ਸਾਡਾ ਜਿਹੜਾ ਕਲੋਵਰਡੇਲ ਦਾ MP ਹੈ, ਤੁਹਾਡੇ ਵੀ ਬਹੁਤ ਸ਼ੋਅ ਤੇ ਆਉਂਦਾ ਹੁੰਦਾ, ਇਸ ਬੰਦੇ ਦੀਆਂ ਚਿੱਠੀਆਂ ਲਵਾ ਕੇ ਉਹ ਬੰਦੇ ਦੁਬਾਰਾ ਫੇਰ ਸੱਦੇ ਇੱਥੇ। ਪੁੱਛ ਲਾਂਗੇ ਜੀ ਅਗਲੀ ਵਾਰ ਗੁਰਵਿੰਦਰ ਕੰਗ ਜੀ, ਹੁਣ ਤੁਸੀਂ ਦੱਸਿਆ ਮੈਨੂੰ, ਅਗਲੀ ਵਾਰ ਆਉਣਗੇ ਤਾਂ ਪੁੱਛ ਲਾਂਗੇ ਐਲਟੈਕ ਉਹਨਾਂ ਨੂੰ। ਜੀ ਸਾਡੇ ਤੇ ਪਤਾ ਕੀ ਕੀਤਾ ਇਹਨੇ ਨੇ, ਸਾਡਾ ਘਰ ਸਾਂਝਾ ਲਿਆ ਹੋਇਆ ਸੀ ਬਈ ਜੀ, ਹੈ ਨਾ। ਘਰ ਉਲਟਾ ਨਾ ਫਰਾਡ, ਯਾਨੀ ਕਿ ਵੀ ਉਹ ਤੁਹਾਡੀ ਲੰਬੀ ਹਿਸਟਰੀ ਆ ਕੰਗ ਸਾਹਿਬ। ਉਹ ਇੱਕ ਚੀਜ਼ ਕਹਿੰਦੇ ਨੇ, ਉਹ ਤੁਸੀਂ ਆਪਣੀ ਕਹਿੰਦੇ ਹੋ, ਖੈਰ ਮੈਂ ਉਹਦੇ 'ਚ ਤਾਂ ਨਹੀਂ ਇਨਵੋਲਵ ਹੋ ਸਕਦਾ, ਪਰ ਜੇ ਬੱਚੀਆਂ ਵਾਲੀ ਜਿਹੜੀ ਗੱਲ ਹੈ, ਅਸਲ ਜਦ ਤੁਸੀਂ ਮੇਰੇ ਨਾਲ ਪਹੁੰਚ ਕੀਤੀ ਮੈਂ ਵੀ ਉਹਨਾਂ ਨਾਲ ਪੁੱਛਿਆ ਸੀ, ਪਰ ਉਹ ਗੱਲ ਆ ਕੇ ਮੁੜ ਕੇ ਪ੍ਰਾਪਰਟੀ ਦੇ ਕਨਫਲਿਕਟ ਤੇ ਆ ਗਈ। ਉਹ ਫੇਰ ਕਿਸੇ ਪਾਸੇ ਨਾ ਗੱਲ ਚੱਲ ਗਈ। ਜੇ ਤੁਹਾਡਾ ਪ੍ਰਾਪਰਟੀ ਵਾਲਾ ਕੋਈ ਇਸ਼ੂ ਨਾ ਹੁੰਦਾ, ਹੋ ਸਕਦਾ ਕਿਸੇ ਗੱਲ ਕਿਸੇ ਤਹਿ ਤੱਕ ਜਾਂਦੀ। ਉਹਨਾਂ ਦੀ ਇੱਕ ਵਰਸ਼ਨ ਸੀ, ਤੁਹਾਡੀ ਇੱਕ ਵਰਸ਼ਨ ਸੀ, ਪਰ ਫਿਰ ਵੀ ਧੀਆਂ ਨਾਲ ਜਿਹੜੀ ਵੀ ਗੱਲ ਜੇ ਕੋਈ ਵੀ ਹੋਈ ਆ, ਉਹ ਮਾੜੀ ਹੋਈ ਆ, ਨਹੀਂ ਹੋਣੀ ਚਾਹੀਦੀ ਕਿਸੇ ਵੀ ਗੁਰਦੁਆਰਾ ਸਾਹਿਬ ਜਾਂ ਧਾਰਮਿਕ ਸਥਾਨ ਤੇ। ਰਘਵੀਰ ਸਿੱਧੂ ਜੀ, ਲਾਈਨ ਨੰਬਰ 3। ਸਤਿ ਸ਼੍ਰੀ ਅਕਾਲ ਗਿੱਲ ਸਾਹਿਬ। ਜੀ ਸਤਿ ਸ਼੍ਰੀ ਅਕਾਲ ਬਾਈ ਜੀ। ਗਿੱਲ ਸਾਹਿਬ, ਆਪਦੀ ਜ਼ਿੰਦਗੀ 'ਚ ਤੁਸੀਂ ਇੱਕ ਚੀਜ਼ ਦੇਖੀ ਹੋਊਗੀ ਵੀ ਜੇ ਤੁਹਾਡੇ ਨਾਲ ਕੋਈ ਧੱਕਾ ਹੁੰਦਾ ਆਪਦੇ ਨਾਲ, ਤੇ ਜ਼ਿੰਦਗੀ ਦੇ ਵਿੱਚ ਉਹਦੇ ਤੋਂ ਕਈ ਲੈਸਨ ਲੈਂਦੇ ਹੋ ਤੁਸੀਂ। ਮੇਰੇ ਫਾਦਰ ਸਾਹਿਬ ਅੱਜ ਦੁਨੀਆ ਤੇ ਨਹੀਂ ਰਹੇ, ਪਰ ਉਹ ਜਵਾਨੀ ਦੇ ਵਿੱਚ ਤਾਂ ਵਧੀਆ ਸੀ, ਸਾਰਾ ਕੁਝ ਚੱਲਦਾ ਸੀਗਾ, ਤੇ 35 ਸਾਲ 40 'ਚ ਉਹਨਾਂ ਨੇ ਅੰਮ੍ਰਿਤ ਛਕ ਲਿਆ। ਉਦੋਂ ਬਾਅਦ ਫਿਰ ਮੇਰੇ ਤੇ ਉਹਨਾਂ ਨੇ ਸਖਤੀ ਇੰਨੀ ਕੁ ਕੀਤੀ ਵੀ ਜਿਵੇਂ ਬੰਦਾ ਬਾਗੀ ਨਹੀਂ ਹੋ ਜਾਂਦਾ ਜੀ, ਤੇ ਵਾਲ ਨਹੀਂ ਕਟਾਉਣੇ, ਆਹ ਨਹੀਂ ਕਰਨਾ, ਉਹ ਨਹੀਂ ਕਰਨਾ। ਤਾਂ ਚਲੋ ਉਸ ਤੋਂ ਬਾਅਦ ਮੈਂ ਇੱਕ ਲੈਸਨ ਲਰਨ ਕਰ ਲਿਆ। ਅੱਜ ਮੈਂ ਆਪਣੇ ਬੱਚਿਆਂ ਬਾਰੇ, ਮੈਨੂੰ ਇੰਨਾ ਕੁ ਮਾਣ ਆ ਵੀ ਉਹ ਵਧੀਆ ਰਾਹ ਤੇ ਆ ਸਾਰੇ ਦੋਨੇ। ਉੱਥੋਂ ਇੱਕ ਮੈਂ ਲੈਸਨ ਲਰਨ ਕੀਤਾ ਵੀ ਜਦੋਂ ਕਿਸੇ ਨਾਲ ਧੱਕਾ ਹੁੰਦਾ ਨਾ ਆਪਦੇ ਨਾਲ, ਤੋਂ ਅੱਗੇ ਫਿਰ ਮੈਂ ਅੱਜ ਜੋ ਵੀ ਕੰਮ ਕਰਦਾ, ਤੇ ਜਿਹੜੀ ਤੁਸੀਂ ਅੱਜ ਟੌਪਿਕ ਛੇੜਿਆ ਹੈ, ਇਸ ਚੀਜ਼ ਦੇ ਮੈਂ ਬਿਲਕੁਲ ਹੱਕ 'ਚ ਹਾਂ ਵੀ ਕਿਸੇ ਦੇ ਨਾਲ ਜੇ ਜ਼ਿਆਦਤੀ ਹੁੰਦੀ ਹੈ, ਇਹ ਨਹੀਂ ਹੋਣੀ ਚਾਹੀਦੀ। ਖਾਸ ਕਰਕੇ ਇਸ ਦੇਸ਼ ਜਿਹਨੂੰ ਮੈਂ ਚੂਜ਼ ਕੀਤਾ, ਇੱਥੇ ਮੈਂ ਆਇਆ ਇਸੇ ਕਰਕੇ ਚੂਜ਼ ਕੀਤਾ ਵੀ ਮੇਰੇ ਬੱਚਿਆਂ ਲਈ ਇਹ ਸੇਫ ਜਗ੍ਹਾ ਹੈ। ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ ਸਿੱਧੂ ਸਾਹਿਬ, ਬਿਲਕੁਲ ਠੀਕ ਹੈ। ਥੈਂਕ ਯੂ ਸਰ। ਜਸਵੀਰ ਸਿੰਘ ਜੀ, ਲਾਈਨ ਨੰਬਰ 4। ਸਰਦਾਰ ਸਾਹਿਬ। ਧੰਨਵਾਦ ਸਰਦਾਰ ਜੀ। ਇਹ ਬੜਾ ਬਹੁਤ ਅਹਿਮ ਮਸਲਾ ਜੀ। ਬੇਸਿਕਲੀ ਸਰਦਾਰ ਹੁਣੇ ਗੱਲ ਇੱਕ ਪੁੱਛ ਕੇ ਗਏ ਨੇ ਵੀ ਦੇਵਦਾਸੀਆਂ ਕੀ ਨੇ, ਉਹ ਮੈਂ ਮਾੜਾ ਜਿਹਾ ਤੁਹਾਨੂੰ ਦੱਸ ਦਿੰਦਾ ਜੀ ਕਿ ਦੇਵਦਾਸੀ ਜਿਹੜੀਆਂ ਨਿੱਕੀਆਂ ਲੜਕੀਆਂ ਹੁੰਦੀਆਂ ਨੇ, ਉਹਨਾਂ ਨੂੰ ਮੰਦਿਰ ਦੇ ਵਿੱਚ ਚੜਾ ਦਿੱਤਾ ਜਾਂਦਾ। ਉਹਨਾਂ ਨੂੰ ਮੰਦਿਰ 'ਚ ਭਗਵਾਨ ਦੇ ਸਾਹਮਣੇ ਨਾਚ ਨਚਾਇਆ ਜਾਂਦਾ, ਭਗਵਾਨ ਖੁਸ਼ ਹੁੰਦਾ, ਲੇਕਿਨ ਉਹਨੂੰ ਵਰਤਦਾ ਪੰਡਤ ਹੈ। ਤੇ ਉਹ ਸਾਰੀ ਜਵਾਨੀ 'ਚ ਨੱਚਦੀਆਂ ਨੇ, ਤੇ ਇਹਨਾਂ ਦੇ ਸਰੀਰਕ ਸੰਬੰਧਾਂ ਦੇ ਵਿੱਚ ਬੱਚੇ ਵੀ ਹੋ ਜਾਂਦੇ ਨੇ, ਗਾਉਂਦੀਆਂ ਨੇ। ਮੁੜ ਕੇ ਉਹਨਾਂ ਨੂੰ ਮੰਦਿਰਾਂ ਦੇ ਬਾਹਰ ਭਾਰਤ ਦੇ ਵੱਖਰੇ ਵੱਖਰੇ ਸੂਬਿਆਂ 'ਚ, ਮੈਂ ਖੁਦ ਗੋਆ ਦੇ ਵਿੱਚ ਇਹ ਚੀਜ਼ ਅੱਖੀਂ ਵੇਖ ਕੇ ਆਇਆ। ਮੈਂ ਗੋਆ ਘੁੰਮਣ ਗਿਆ ਸੀ, ਉੱਥੇ ਮੰਦਿਰ ਹੈ, ਉਹਦੇ ਸਾਹਮਣੇ ਇਹਨਾਂ ਦੀਆਂ ਝੁੱਗੀਆਂ ਬਣੀਆਂ ਨੇ, ਉੱਥੇ ਉਹ ਵੇਸ਼ਵਾ ਪੁਣਾ ਵਿਚਾਰੀਆਂ ਕਰਕੇ ਰੋਟੀ ਖਾਂਦੀਆਂ। ਤੇ ਧਰਮ ਦੀ ਕ੍ਰਿਤੀ ਹੈ, ਪਰ ਅਸੀਂ ਦੇਵਦਾਸੀਆਂ ਦੀ ਗੱਲ ਤੇ ਉੱਤੇ ਕਿਉਂ ਜ਼ਿਆਦਾ ਵਿਚਾਰ ਕਰਦੇ ਹਾਂ, ਸਿਰਫ ਜਾਣਕਾਰੀ ਲਈ ਮੈਂ ਦੱਸਿਆ। ਠੀਕ ਹੈ ਜੀ। ਸਾਡੇ ਗੁਰਦੁਆਰਿਆਂ ਦੇ ਵਿੱਚ ਔਰ ਸਾਡੇ ਧਾਰਮਿਕ ਜਿਹੜੇ ਅਦਾਰੇ ਨੇ ਜਾਂ ਜਿਹੜੇ ਸਾਧਾਂ ਦੇ ਡੇਰੇ ਨੇ, ਉੱਥੇ ਆ ਭਾਈ ਸਾਹਿਬ ਕਹਿ ਕੇ ਗਏ ਨੇ, ਟੋਰਾਂਟੋ ਦੇ ਵਿੱਚ ਵੀ ਇੱਕ ਬਹੁਤ ਵੱਡਾ ਗੁਰਦੁਆਰਾ, ਉੱਥੇ ਵੀ ਇਹ ਗੱਲਾਂ ਹੁੰਦੀਆਂ ਰਹੀਆਂ, ਬੱਚੇ ਜਦੋਂ ਕੈਂਪ ਲਾਉਂਦੇ ਸੀ। ਸੋ ਸਾਰੀ ਜਗ੍ਹਾ ਤੇ ਹੁੰਦੀਆਂ ਨੇ, ਪਰ ਮਸਲਾ ਇਹ ਹੈ ਕਿ ਜਿਨ੍ਹਾਂ ਨਾਲ ਹੁੰਦੀਆਂ ਨੇ, ਕਈ ਵਾਰੀ ਈਵਨ ਤੋਂ ਮੈਂ ਇੱਕ ਹੋਰ ਗੱਲ ਕਹਿਣ ਲੱਗਿਆ ਵੀ 84 ਤੋਂ ਬਾਅਦ ਜਿਹੜੀ ਮੂਵਮੈਂਟ ਚੱਲੀ ਸੀ, ਉਹਦੇ ਵਿੱਚ ਨਾਮਵਰ ਜਿਹੜੇ ਬੰਦੇ ਆਗੂ ਸੀਗੇ, ਉਹਨਾਂ ਨੇ ਘਰਾਂ ਦੇ ਵਿੱਚ, ਸਾਰਿਆਂ ਨੇ ਨਹੀਂ, ਪਰ ਉਹਨਾਂ ਨੇ ਵੀ ਘਰਾਂ ਦੇ ਵਿੱਚ ਜਾ ਕੇ ਬਦਫੈਲੀਆਂ ਕੀਤੀਆਂ। ਔਰ ਉਹਨਾਂ ਘਰਾਂ ਦਾ ਹਾਲਤ ਹੁਣ ਇਹ ਹੈ ਕਿ ਬੱਚੇ ਮੈਂਟਲੀ ਡਿਸਟਰਬ ਨੇ, ਘਰਾਂ ਦੇ ਵਿੱਚ ਤੋੜ ਵਿਛੋੜਾ ਹੋਇਆ, ਔਰ ਉਹ ਘਰ ਬਰਬਾਦ ਨੇ ਅੱਜ। ਤੋ ਇਹਦਾ ਕਾਰਨ ਕੀ ਹੈ ਭਾਈ ਜੀ? ਇਹ ਬਹੁਤ ਮਸਲਾ, ਸਾਨੂੰ ਇਹਨੂੰ ਖੁੱਲ੍ਹ ਕੇ ਵਿਚਾਰਨ ਦੀ ਲੋੜ ਹੈ। ਅਸੀਂ ਕੀ ਕਰਦੇ ਹਾਂ, ਸਾਡੇ ਗੁਰਦੁਆਰਿਆਂ ਦੇ ਜਾਂ ਧਾਰਮਿਕ ਆਗੂ ਕੀ ਕਰਦੇ ਨੇ, ਉਹਦੀ ਆਪਣੀ ਬੇਇੱਜ਼ਤੀ ਹੋਊਗੀ। ਉਹ ਜਿਹੜੇ ਬੱਚੇ ਦੇ ਨਾਲ ਇਹ ਕੰਮ ਹੋ ਗਿਆ, ਉਹਦੀ ਤਾਂ ਸਾਰੀ ਜ਼ਿੰਦਗੀ ਬਰਬਾਦ ਹੋ ਗਈ। ਬਿਲਕੁਲ ਮਾਨਸਿਕ ਤੌਰ ਤੇ ਤਾਂ ਰੋਗੀ ਹੋ ਗਿਆ, ਬਿਲਕੁਲ ਰੋਗੀ ਹੋ ਗਿਆ। ਆਪਣੇ ਅਦਾਰੇ ਦੀ, ਆਪਣੀ ਚੌਧਰ ਦੀ ਖਾਤਰ ਅਸੀਂ ਬੱਚਿਆਂ ਦੀ ਜ਼ਿੰਦਗੀ ਨਾਲ ਖਿਲਵਾੜ ਕਰਦੇ ਹਾਂ। ਬਿਲਕੁਲ ਠੀਕ ਹੈ ਜੀ।
ਇਹਦੇ ਤੇ ਸਾਨੂੰ ਖੁੱਲ ਕੇ ਬੋਲਣਾ ਚਾਹੀਦਾ। ਜੀ। ਔਰ ਜਿਹੜਾ ਬੰਦਾ ਬਦਫੈਲੀ ਕਰਦਾ, ਅਗਰ ਕਿਸੇ ਨੂੰ ਪਤਾ ਲੱਗਦਾ ਜਾਂ ਕੋਈ ਵੀ ਕਮੇਟੀ ਏਦਾਂ ਦੇ ਬੰਦਿਆਂ ਨੂੰ ਦੁਬਾਰਾ ਕਰ ਦਿਓ, ਬੰਦੇ ਵਿਰੋਧ ਕਰੋ। ਜੇ ਅੱਜ ਕਿਸੇ ਦੇ ਬੱਚੇ ਨਾਲ ਕੀਤਾ, ਕੀ ਪਤਾ ਕੱਲ ਤੁਹਾਡਾ ਬੱਚਾ ਤੁਹਾਡੇ ਨਾਲ ਹੋਊਗਾ। ਬਿਲਕੁਲ ਠੀਕ ਹੈ ਜੀ। ਇਸ ਕਰਕੇ ਜਿਹੜੀ ਅਗਲੇ ਦੇ ਲੱਗੀ ਆ ਆਪਣੀ ਸਮਝੋ। ਮੈਂ ਇਹ ਮਹਿਸੂਸ ਕਰਦਾ ਇੰਨੀ ਦੇਰ ਬਾਅਦ, ਮੈਂ ਬਹੁਤ ਗੁਰਦੁਆਰੇ ਦਾ ਉਪਾਸਕ ਰਿਹਾ, ਮੈਨੂੰ 2 ਸਾਲ ਹੋ ਗਏ ਬਾਈ ਜੀ, ਮੈਂ ਨਹੀਂ ਜਾਂਦਾ। ਮੈਂ ਗੁਰਬਾਣੀ ਪੜ੍ਹਦਾ, ਰੋਜ਼ ਨਿਤਨੇਮ ਕਰਦਾ, ਮੈਂ ਮਹਾਰਾਜ ਦਾ ਉਪਾਸਕ ਹਾਂ, ਮੈਂ ਸਿੱਖੀ ਦਾ ਤਨੋਂ ਮਨੋਂ ਉਪਾਸਕ ਹਾਂ। ਪਰ ਮੈਂ ਸਿੱਖੀ ਦੇ ਨਾਂ ਤੇ, ਜਿਹੜਾ ਧਰਮ ਦੇ ਨਾਂ ਤੇ ਧੰਦਾ, ਇਹਦੀ ਮੈਂ ਠੋਕ ਕੇ ਵਿਰੋਧਤਾ ਕਰਦਾ ਔਰ ਓਪਨਲੀ ਕਰਦਾ, ਔਰ ਮੇਰੇ ਕੋਲ ਬਹੁਤ ਪ੍ਰੂਫ ਨੇ। ਉੱਠੋ, ਓਏ ਆਪਣੇ ਧਰਮ ਨੂੰ ਜੇ ਬਚਾਉਣਾ ਤਾਂ ਤੁਹਾਡਾ ਧਰਮ ਤਾਂ ਬਚੂ ਜੇ ਤੁਹਾਡੇ ਪਰਿਵਾਰ ਬਚਣਗੇ, ਔਰ ਜੇ ਤੁਹਾਡੇ ਪਰਿਵਾਰ ਬਚਣਗੇ ਤਾਂ ਧਰਮ ਨੂੰ ਫਲੋਰਿਸ਼ ਹੋਊਗਾ, ਤਾਂ ਧਰਮ ਵਧੂਗਾ। ਸੋ ਇਹਦਾ ਵੀ ਬੋਲਣਾ ਚਾਹੀਦਾ ਸਾਨੂੰ। ਤੁਸੀਂ ਜਦੋਂ ਵੀ ਕੋਈ ਮਸਲਾ ਲਿਆਓ, ਇਹਦੇ ਤੇ ਬੜੇ ਜਿਹੜੇ ਦਿਮਾਗੀ ਸਾਡੇ ਉਲਝਣਾਂ ਪੈਦਾ ਹੋ ਰਹੀਆਂ, ਪਰਿਵਾਰ ਟੁੱਟ ਗਏ ਨੇ ਇਹਦੇ ਵਿੱਚ, ਬੱਚੇ ਬੱਚੀਆਂ ਦੀ ਬਹੁਤਾ ਜ਼ਿੰਦਗੀ ਬਰਬਾਦ ਹੋ ਗਈ ਹੈ। ਇਹ ਬਾਅਦ ਦੇ ਵਿੱਚ ਉਹਨਾਂ ਦਾ ਅਸਰ ਕੀ ਹੁੰਦਾ ਜੀਵਨ ਦੇ ਉੱਤੇ, ਇਹਦੀ ਸਾਨੂੰ ਡਿਸਕਸ ਕਰਨੀ ਚਾਹੀਦੀ ਹੈ। ਧੰਨਵਾਦ ਸਰਦਾਰ। ਧੰਨਵਾਦ ਜੀ, ਬਹੁਤ ਬਹੁਤ। ਸਰ ਪਰਮਿੰਦਰ ਸਿੰਘ, ਲਾਈਨ ਨੰਬਰ 1। ਸਤਿ ਸ਼੍ਰੀ ਅਕਾਲ ਗਿੱਲ ਸਾਹਿਬ। ਸਤਿ ਸ਼੍ਰੀ ਅਕਾਲ ਵੀਰ ਜੀ। ਥੋੜਾ ਅੱਜ ਇਮੋਸ਼ਨਲ ਹੋ ਗਿਆ ਸੀ। ਨਹੀਂ ਜੀ ਨਹੀਂ, ਕੋਈ ਨਾ, ਚੜ੍ਹਦੀ ਕਲਾ ਚ ਰਹੋ। ਹਾਂਜੀ, ਕਿਉਂਕਿ ਮੈਂ ਲਿਵਿੰਗ ਐਗਜ਼ਾਮਪਲ ਹਾਂ ਇਹਦੀ। ਕੱਲਾ ਬੱਚਿਆਂ ਨਾਲ ਸੈਕਸ਼ੂਅਲ ਅਬਿਊਜ਼ ਨਹੀਂ ਹੁੰਦਾ, ਬੱਚਿਆਂ ਨੂੰ ਜਿਹੜੀਆਂ ਗੁਰਦੁਆਰਿਆਂ 'ਚ ਚੌਧਰਾਂ ਖਾਤਰ ਲੜਾਈਆਂ ਹੋਈਆਂ, ਉਹਨਾਂ ਦੇ ਰਿਜ਼ਲਟ ਭੁਗਤਣੇ ਪਏ। ਇਹ ਚੌਧਰੀਆਂ ਨੇ ਉਹ ਬੱਚਿਆਂ ਨੂੰ ਕਿਵੇਂ ਵਰਤਿਆ, ਫਿਰ ਉਹਨਾਂ ਦੇ ਐਂਡ ਤੇ ਜਦੋਂ ਹੁਣ ਐਬਸਫੋਰਡ ਦੀ ਲਾ ਲਓ, ਕਈ ਗੁਰਦੁਆਰਿਆਂ 'ਚ ਲੜਾਈਆਂ ਹੋਈਆਂ, ਬੱਚਿਆਂ ਦੇ ਸਿੰਘ ਫਸ ਗਏ। ਫਿਰ ਬਿਲਕੁਲ ਬੱਚੇ ਇਨਵੋਲਵ ਹੋ ਗਏ। ਬੱਚੇ ਹੋ ਗਏ, ਇੱਕ UN ਗੈਂਗ 'ਚ ਚਲੇ ਗਏ, ਇੱਕ ਬ੍ਰਦਰਸ ਕੀਪਰ 'ਚ ਚਲੇ ਗਏ, ਤੇ ਵਿੱਚ ਇਨੋਸੈਂਟ ਮਾਰੇ ਗਏ। ਕਿਸੇ ਦਿਨ ਆਊਂ ਸਰ, ਮੈਂ ਡੇਟਾ ਇਕੱਠਾ ਕੀਤਾ। ਨਹੀਂ ਆਏ ਟਵਾਣਾ ਸਾਹਿਬ, ਤੁਸੀਂ ਸਰਦਾਰ ਆ ਇੱਕ ਜਿਹੜਾ ਬੋਲਦਾ ਇਹਦੇ ਤੇ। ਨਹੀਂ, ਇਹ ਕਮਿਊਨਿਟੀ ਲੀਡਰ ਵੀ ਸਾਨੂੰ ਫੇਲ ਕਰ ਗਏ। ਉਹ ਜੀ ਪੁਰਾਣੀਆਂ ਕੱਢੀ ਜਾਂਦੇ ਆ, 400 ਸਾਲ ਦੀ ਐਂ ਹੋ ਗਿਆ ਜੀ। ਜਿਹੜਾ ਅੱਜ ਹੋ ਰਿਹਾ ਮਾਸੂਮਾਨਾ, ਉਹ ਤਾਂ ਦੇਖ ਲਓ। ਬਿਲਕੁਲ ਹਾਂਜੀ, ਫਿਰ ਲੇਬਲ ਲਾ ਦਿੰਦੇ ਆ। ਜੇ ਹੁਣ ਆਪਾਂ ਸਰਦਾਰ ਸਾਹਿਬ ਇਕੱਠੇ ਲੜ ਕੇ ਰਲ ਕੇ ਯੁੱਧ ਨਾ ਕਰਦੇ, ਆਪਣੇ ਹੋਰ ਬੱਚੇ ਬਹੁਤ ਕੰਮ ਕੀਤਾ, ਬਹੁਤ ਤੁਸੀਂ ਮੈਂ ਸਾਰਿਆਂ ਨੇ ਰਲ ਕੇ। ਨਹੀਂ ਜੀ ਸਰ, ਅੱਜ ਕੱਲ ਤੁਹਾਡੀਆਂ ਫੋਟੋਆਂ ਲੱਗੀਆਂ ਦੇਖੀਆਂ, ਇੱਕ 3 ਸਾਲ ਦੀ ਹੋਰ। ਮੈਂ ਕਿਹਾ ਉਹ ਇਹੋ ਜਿਹੇ ਸਰਦਾਰਾਂ ਦੀਆਂ ਲਾਓ, ਉਹ ਤੁਸੀਂ ਡਰੱਗ ਡੀਲਰਾਂ ਦੀਆਂ ਲਾਈ ਜਾਂਦੇ ਹੋ। ਉਹ ਫਿਰ ਮੂਹਰੇ ਕਮਿਊਨਿਟੀ ਲੀਡਰ ਕਰ ਦਿੰਦੇ ਨੇ। ਹਾਂਜੀ, ਉਹ ਕੋਈ ਇਸ਼ੂ ਜਿਹੜਾ ਇੰਪੋਰਟੈਂਟ ਇਸ਼ੂ ਆ, ਉਹਦੇ ਤੇ ਕੋਈ ਇਹੋ ਨਹੀਂ ਕਰ ਰਿਹਾ ਗੱਲ। ਪਰ ਚੜ੍ਹਦੀ ਕਲਾ ਚ ਰਹਿਣਾ। ਮੇਰਾ ਦੇਖੋ, ਸਿਮਨ 4 ਤੋਂ 6 ਹੁੰਦਾ ਸਰ, ਜੇ ਨਾ ਸਿਮਨ ਹੁੰਦਾ, ਬੱਚਾ ਇਹਦਾ ਇੱਕ ਉਹ ਵੀ ਹੈ ਕਰੂ। ਮੈਂ ਹੁਣ ਉਹਦੇ ਫੈਮਿਲੀ ਦੇ ਥੋੜੇ ਆਰਗੇਨਾਈਜ਼ ਕਰ, ਉਦੋਂ ਬਾਅਦ ਖੁੱਲ ਕੇ ਆਪਾਂ ਆਵਾਂਗੇ। ਮੈਨੂੰ ਖੁਸ਼ੀ ਬਹੁਤ ਆ ਵੀ ਹਜੇ ਯੋਧੇ ਹੈਗੇ ਕੌਮ 'ਚ। ਗੁਰਦੁਆਰਿਆਂ ਤੋਂ ਮੈਂ ਵੀ ਡਰਨ ਲੱਗ ਗਿਆ, ਗੁਰੂ ਤੋਂ ਨਹੀਂ, ਗੁਰੂ ਦਾ ਤਾਂ ਉਹੀ ਜਾਣ ਦਊ, ਪਰ ਜਿਹੜੇ ਆ ਆਰਗੇਨਾਈਜ਼, ਇਹਨਾਂ ਨੇ ਸਮਝ ਲਿਆ ਵੀ ਇਹਨਾਂ ਨੂੰ ਕਾਂਟਰੈਕਟ ਦੇਤਾ ਗੁਰੂ ਨੇ। ਇਹ ਚੌਧਰੀ ਨੇ, ਇਹ ਕੌਣ ਹੁੰਦੇ ਆ ਸਾਨੂੰ ਗੁਰੂ ਦਾ ਨਾਮ ਦੇਣੇ? ਸਾਡਾ ਵੀ ਲਾਸਟ ਨੇਮ ਸਿੰਘ ਆ, 10ਵੇਂ ਪਾਤਸ਼ਾਹ ਦਾ ਲਾਸਟ ਨੇਮ ਮੇਰਾ, ਉਹ ਮੇਰਾ ਗੁਰੂ ਆ। ਜਿਹੜਾ ਹਰੇਕ ਸਰਦਾਰ ਦਿਖਦਾ, ਉਹ ਮੈਨੂੰ ਉਹਦਾ ਰੂਪ ਦਿਖਦਾ। ਸਤਿ ਸ਼੍ਰੀ ਅਕਾਲ ਸਰ। ਧੰਨਵਾਦ ਟਵਾਣਾ ਸਾਹਿਬ। ਸਰ ਪਰਮਿੰਦਰ ਸਿੰਘ ਟਵਾਣਾ ਕਮਿਊਨਿਟੀ 'ਚ ਇਨਵੋਲਵ ਸੀ, ਬਹੁਤ ਅਗਾਂਹ ਵਧੂ ਸੋਚਦੇ, ਪਰ ਘਰ 'ਚ ਜਾਂ ਸੇਕ ਹੋਇਆ, ਪੁੱਤ ਰਾਹਾਂ ਤੋਂ ਭਟਕ ਗਿਆ। ਹੁਣ ਦੱਸਿਆ ਵੀ ਕਿਵੇਂ ਜਿਹੜਾ ਗੈਂਗ ਸ਼ੁਰੂ ਹੋਇਆ ਵਿਸਫੋਟ ਤੋਂ। ਅਸਲ ਜਿਨ੍ਹਾਂ ਦੇ ਉਹ ਜਵਾਕ ਸੀ, ਜਿੱਥੋਂ ਟਸਲ ਸ਼ੁਰੂ ਹੋਈ, ਉਹ ਪਹਿਲਾਂ ਇੱਕ ਗੁਰਦੁਆਰਿਆਂ ਦੀ ਚੌਧਰ ਦੀ ਟਸਲ ਸੀ। ਉਹ ਚੌਧਰ ਦੀ ਟਸਲ ਜਦ ਬਾਪੂ ਲੜਦੇ ਦੇਖਦੇ ਜਵਾਕ ਦੇਖਣ ਲੱਗ ਗਏ। ਜਵਾਕਾਂ ਨੇ ਅਲੱਗ-ਅਲੱਗ ਨਾਂ ਰੱਖਤੇ, ਕੋਈ UNGO, ਬ੍ਰਦਰਸ ਕੀਪਰ। ਔਰ ਮੈਂ ਇੱਕ ਦਿਨ ਦੱਸਿਆ ਸੀ ਵੀ ਜਿਹੜੇ ਆ 2 ਭਾਈ 3 ਭਾਈ ਜਿਨ੍ਹਾਂ ਦੀ ਗੱਲ ਮੌਤ ਦੀ ਆਪਾਂ ਕਰਦੇ ਹਾਂ, 2 ਰਹਿ ਗਏ 3 ਰਹਿ ਗਏ, ਉਹ ਅੰਮ੍ਰਿਤਧਾਰੀ ਪਰਿਵਾਰਾਂ ਦੇ ਵਿੱਚ ਸਿਰ ਤੇ ਦਸਤਾਰਾਂ, ਮਹਾਰਾਜ ਦੇ ਸਰੂਪ ਘਰ ਦੇ ਵਿੱਚ ਉਹਨਾਂ ਦੇ ਰੱਖੇ ਹੋਏ ਸੀ। ਕਿੱਥੋਂ ਕਿੱਥੇ ਗੱਲ ਚਲੇ ਗਈ, ਇਹਦੇ ਬਾਰੇ ਮੈਂ ਫੇਰ ਗੱਲ ਛੋਹਾਂਗਾ ਜੀ ਕਿਸੇ ਦਿਨ। ਲਓ ਜੀ, ਹੁਣ ਸਰਬਰਾਜ ਸਿੰਘ ਕਾਹਲੋਂ ਸਾਡਾ ਮਝੈਲ ਸਰਦਾਰ ਤੁਹਾਨੂੰ ਲਾਈਵ ਸੁਣਾਵੇਗਾ ਖਬਰਾਂ, ਤੇ ਕੱਲ੍ਹ ਨੂੰ 10 ਵਜੇ ਤੁਹਾਡੀ ਸੇਵਾ ਦੇ ਵਿੱਚ ਫੇਰ ਸ਼ਾਮਲ ਹਾਜ਼ਰ ਹੋਣਾ। ਰੱਬ ਰੱਖਾ।